ਵੌਇਸ ਆਫ ਕੈਨੇਡਾ ਟਾਕ ਸ਼ੋਅ ਦੇ ਵਿੱਚ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਹਰ ਵਾਰ ਦੀ ਤਰ੍ਹਾਂ ਅੱਜ ਵੀ ਅਸੀਂ ਇੱਕ ਅਹਿਮ ਮੁੱਦੇ ਤੇ ਗੱਲ ਕਰਨ ਇੱਥੇ ਆਏ ਹਾਂ ਔਰ ਸਾਡੇ ਸਟੂਡੀਓ ਦੇ ਵਿੱਚ ਸਿਟੀ ਆਫ ਬਰੈਂਪਟਨ ਦੇ ਬਾਇਓਲਾਅ ਆਫਿਸਰ ਮਿਸਟਰ ਮੋਹਿਤ ਡੰਗ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਹਿਰ ਦੇ ਅਹਿਮ ਮੁੱਦੇ, ਕੁਝ ਐਸੇ ਟੌਪਿਕਸ ਜਿਨ੍ਹਾਂ ਦੀ ਜਾਣਕਾਰੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਰੋਤਿਆਂ ਨੂੰ, ਸਾਡੇ ਰੀਡਰਸ ਨੂੰ, ਅਖਬਾਰ ਦੇ ਸਾਡੇ ਰੀਡਰਸ ਨੂੰ ਔਰ ਸਾਡੇ ਸ਼ਹਿਰ ਦੀ ਜਨਤਾ ਨੂੰ ਮਿਲੇ। ਕਈ ਐਸੇ ਮੁੱਦੇ ਨੇ ਜਿਹੜੇ ਕਿ ਸਾਡੇ ਜਨਤਾ ਨੂੰ ਆਮ ਪਤਾ ਹੀ ਨਹੀਂ ਹੈ, ਸੋ ਅਸੀਂ ਉਸ ਨੂੰ ਫੋਲੋ ਕਰਨਾ ਚਾਹੁੰਦੇ ਹਾਂ ਕਿ ਸਾਰੇ ਜਨਤਾ ਸਾਡੀ ਉਸ ਨੂੰ ਫੋਲੋ ਕਰੇ, ਸਮਝੇ ਔਰ ਕਿਸੇ ਦਾ ਕੋਈ ਸਵਾਲ ਹੋਵੇ ਤੇ ਸਾਨੂੰ ਕਾਲ ਕਰ ਸਕਦੇ ਜਾਂ ਈਮੇਲ ਕਰ ਸਕਦੇ ਹੈ ਸੋ ਦੈਟ ਵੀ ਕੈਨ redress this to them. ਸੋ ਮਿਸਟਰ ਮੋਹਿਤ ਡੰਗ ਦਾ ਮੈਂ ਬਹੁਤ ਸਵਾਗਤ ਕਰਦਾ ਹਾਂ ਆਪਣੇ ਸਟੂਡੀਓ ਦੇ ਵਿੱਚ। ਥੈਂਕ ਸਾਹਿਬ ਤੁਸੀਂ ਟਾਈਮ ਕੱਢਿਆ ਔਰ ਇੱਥੇ ਆਏ ਹੋ। ਧੰਨਵਾਦ ਸੰਜੇ ਜੀ ਤੁਹਾਡਾ, ਔਰ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਲੋਕਾਂ ਨੂੰ ਸੁਚੇਤ ਕਰਨ ਬਾਰੇ, ਮੈਂ ਉਸ ਦੀ ਬਹੁਤ ਰਿਸਪੈਕਟ ਕਰਦਾ ਜੀ। ਥੈਂਕ ਯੂ। ਸੋ ਡੰਗ ਸਾਹਿਬ, ਅਸੀਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਕਿ ਅਸੀਂ ਕੋਈ ਐਸਾ ਮੁੱਦਾ ਜਿਹੜਾ ਕਿ ਆਪਣੇ ਦਰਸ਼ਕਾਂ ਲਈ, ਸਰੋਤਿਆਂ ਲਈ ਲਿਆਈਏ, ਜਿਹਦੀ ਜਾਣਕਾਰੀ ਦੇਈਏ ਤੇ ਉਹਦੇ ਨਾਲ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਕੰਪਲੀਟ ਹੋਵੇ, ਉਹ ਉਹਨਾਂ ਨੂੰ ਲਾਜ਼ ਨੂੰ, ਉਹਨਾਂ ਪੁਆਇੰਟਸ ਨੂੰ, ਉਹਨਾਂ ਤੇ ਧਿਆਨ ਦੇ। ਸੋ ਅਸੀਂ ਸ਼ੁਰੂ ਕਰਾਂਗੇ ਮਿਸਟਰ ਮੋਹਿਤ ਡੰਗ ਤੋਂ ਕਿ ਉਹਨਾਂ ਦੀ ਜਿਹੜੀ ਜਰਨੀ ਹੈ ਫਰੋਮ ਇੰਡੀਆ ਟੂ ਕੈਨੇਡਾ, ਉਹਦੇ ਬਾਰੇ ਕੁਝ ਸਰੋਤਿਆਂ ਨੂੰ ਦੱਸਣ। ਥੈਂਕ ਯੂ ਵੈਰੀ ਮਚ ਸੰਜੇ ਜੀ। ਯੈਸ ਜੀ, ਮੇਰੀ ਜਰਨੀ ਵੀ ਇੱਕ ਆਮ ਇਮੀਗ੍ਰੈਂਟ ਵਾਂਗੂ ਹੀ ਸ਼ੁਰੂ ਹੋਈ। ਮੈਂ ਕੈਨੇਡਾ ਦੀ ਧਰਤੀ ਦੇ ਉੱਤੇ ਜੁਲਾਈ 2005 ਦੇ ਵਿੱਚ ਲੈਂਡ ਕੀਤਾ ਸੀਗਾ ਜੀ ਐਜ਼ ਅ ਪਰਮਾਨੈਂਟ ਰੈਜ਼ੀਡੈਂਟ, ਐਂਡ ਉਸ ਤੋਂ ਬਾਅਦ ਆਪਣੀ ਜਦੋਜਹਿਦ ਕੀਤੀ। ਉਸ ਤੋਂ ਪਹਿਲਾਂ 2005 ਤੋਂ ਪਹਿਲਾਂ ਮੈਂ ਇੰਡੀਆ ਦੇ ਵਿੱਚ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ। ਮੈਂ ਇੰਜੀਨੀਅਰਿੰਗ ਕੀਤੀ ਜੀ ਇੰਡੋਸਪੇਸ ਟ੍ਰੇਨਿੰਗ ਸੈਂਟਰ CSIO ਹੈਗਾ ਚੰਡੀਗੜ੍ਹ, ਉੱਥੋਂ ਦੀ ਪ੍ਰੀਸੀਜਨ ਮੈਨੂਫੈਕਚਰਿੰਗ ਦੀ ਮੈਂ ਡਿਪਲੋਮਾ ਕੀਤਾ ਜੀ। ਐਂਡ ਉਸ ਤੋਂ ਬਾਅਦ ਮੈਂ 93 'ਚ ਪਾਸ ਆਊਟ ਹੋਇਆ ਸੀ ਉੱਥੋਂ ਦੀ। ਫਿਰ ਮੈਂ ਸਾਲ ਕੀਤੀ ਹੈ ਜੌਬ ਆਪਣਾ ਲਾਰਸਨ ਐਂਡ ਟੂਬਰੋ LNT ਕੰਪਨੀ ਹੈ, ਉਹਦੇ ਵਿੱਚ ਐਜ਼ ਸੇਲਸ ਐਂਡ ਮੇਨਟੇਨੈਂਸ ਇੰਜੀਨੀਅਰ। 1994 ਦੇ ਵਿੱਚ ਫਿਰ ਮੇਰੀ ਸਿਲੈਕਸ਼ਨ ਹੋ ਗਈ ਪੰਜਾਬ ਪੁਲਿਸ ਦੇ ਵਿੱਚ ਐਜ਼ ਅਸਿਸਟੈਂਟ ਸਬ ਇੰਸਪੈਕਟਰ। ਮੈਂ ਡਾਇਰੈਕਟਰ ASI ਭਰਤੀ ਹੋਇਆ ਜੀ ਉੱਥੇ, ਐਂਡ ਫਿਰ ਉੱਥੇ ਮੈਂ ਅਲੱਗ-ਅਲੱਗ ਅਹੁਦਿਆਂ ਦੇ ਉੱਤੇ ਰਿਹਾ, ਚੌਕੀ ਇੰਚਾਰਜ, SHO, ਲਾਈਕ ਜੋ ਵੀ ਉੱਥੇ ਰੀਡਰ ਪੋਸਟ ਜੀ ਜੋ ਵੀ ਪੋਸਟਾਂ ਮਿਲਦੀਆਂ ਗਈਆਂ ਜੀ ਉਹਦੇ ਵਿੱਚ ਕੀਤਾ। ਫਿਰ 2005 ਦੇ ਵਿੱਚ ਜਦੋਂ ਇੱਥੇ ਵੀ ਆ ਗਿਆ ਜੀ ਮੈਂ, ਤੇ ਇੱਥੇ ਆ ਕੇ ਮੈਂ ਟ੍ਰਾਂਜੀਸ਼ਨ ਜੌਬਸ ਕੀਤੀਆਂ ਨੇ। ਮੈਂ ਸਿਕਿਉਰਿਟੀ ਇੰਡਸਟਰੀ ਦੇ ਵਿੱਚ ਕੰਮ ਕੀਤਾ, ਹੈਲਥ ਕੇਅਰ ਸਿਕਿਉਰਿਟੀ ਦੇ ਵਿੱਚ। ਮੈਂ ਕ੍ਰੈਡ ਵੈਲੀ ਹਸਪੀਟਲ ਮਿਸੀਸਾਗਾ ਦੇ ਵਿੱਚ ਮੈਂ ਐਜ਼ ਅ ਸਿਕਿਉਰਿਟੀ ਸੁਪਰਵਾਈਜ਼ਰ ਰਿਹਾ ਜੀ। ਓਕੇ। ਐਂਡ ਉਸ ਤੋਂ ਬਾਅਦ ਫਿਰ ਮੈਂ 2010 ਦੇ ਵਿੱਚ ਮੇਰੀ ਜੌਬ ਲੱਗੀ ਸੀਗੀ ਟਾਊਨ ਆਫ ਅਰੋਰਾ ਦੇ ਵਿੱਚ ਜੀ। ਉੱਥੇ ਮੈਂ ਐਜ਼ ਅ ਪਾਰਟ ਟਾਈਮ ਪਾਰਕਿੰਗ ਕੰਟਰੋਲ ਅਫਸਰ ਰਿਹਾ, ਐਂਡ ਨਾਲ ਹੀ ਫਿਰ ਮੇਰੀ ਪਾਰਟ ਟਾਈਮ ਐਨਫੋਰਸਮੈਂਟ ਅਫਸਰ ਦੀ ਜੌਬ ਲੱਗੀ ਸੀ ਜੀ ਸਿਟੀ ਆਫ ਔਸ਼ਵਾਸ਼। ਓਕੇ। ਤੇ 2012 ਅਪ੍ਰੈਲ ਦੇ ਵਿੱਚ ਮੇਰੀ ਜੀ ਸਿਟੀ ਆਫ ਬਰੈਂਪਟਨ ਦੇ ਵਿੱਚ ਐਜ਼ ਐਨਫੋਰਸਮੈਂਟ ਅਫਸਰ ਮੇਰੀ ਸਿਲੈਕਸ਼ਨ ਹੋਈ ਤੇ ਉਦੋਂ ਦਾ ਮੈਂ ਸਿਟੀ ਆਫ ਬਰੈਂਪਟਨ ਦੀ ਸੇਵਾ ਕਰਦਾ ਪਿਆ ਜੀ। ਸੋ ਦੋਸਤੋ, ਜਿਹੜੇ ਸਾਡੇ ਨਾਲ ਸ਼ਖਸ ਬੈਠੇ ਨੇ, ਇਹਨਾਂ ਦੀ ਜਿਹੜੀ ਪਿਛੋਕੜ ਹੈ, ਬੈਕਗਰਾਊਂਡ ਹੈ, ਉਹ ਪੰਜਾਬ ਪੁਲਿਸ ਤੋਂ ਹੈ ਔਰ ਤੁਹਾਨੂੰ ਪਤਾ ਹੀ ਹੈ ਪੰਜਾਬ ਪੁਲਿਸ ਦਾ ਰੋਲ ਕਿੱਦਾਂ ਦਾ ਰਿਹਾ ਹੈ। ਸੋ ਆਈ ਥਿੰਕ ਇਹਨਾਂ ਨੂੰ ਪੂਰੀ ਜਾਣਕਾਰੀ ਹੈ ਕਿ ਵਾਇਓਲੇਸ਼ਨਸ ਨੂੰ ਕਿੱਦਾਂ ਡੀਲ ਕਰਨਾ ਹੈ। ਬਿਲਕੁਲ ਜੀ, ਬਿਲਕੁਲ, ਡੈਫੀਨੇਟਲੀ ਸੰਜੇ ਜੀ। ਜੋ ਮੈਂ ਉੱਥੇ ਆਪਣੀ ਟ੍ਰੇਨਿੰਗ ਹਾਸਲ ਕੀਤੀ ਹੈ ਪੰਜਾਬ ਪੁਲਿਸ ਅਕੈਡਮੀ ਦੇ ਵਿੱਚ ਉਹਦੀ ਕਰਦੇ ਹੋਏ, ਔਰ ਜੋ ਮੈਂ ਐਕਸਪੀਰੀਅੰਸ ਹਾਸਲ ਕੀਤਾ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੇ ਹੋਏ, ਉਹਦੇ ਨਾਲ ਮੇਰੀ ਇਨਵੈਸਟੀਗੇਟਿਵ ਜਿਹੜੀ ਸਕਿੱਲਸ ਨੇ ਉਹ ਬਹੁਤ ਮਜ਼ਬੂਤ ਹੋਈਆਂ। ਤੇ ਜਦੋਂ ਇੱਥੇ ਕੈਨੇਡਾ ਆ ਕੇ ਸੇਮ ਤਰ੍ਹਾਂ ਦਾ ਜਦੋਂ ਪ੍ਰੋਫੈਸ਼ਨ ਕੀਤਾ, ਕਿਉਂਕਿ ਜਿਹੜਾ ਮੈਂ ਹੁਣ ਕਰੰਟ ਸਾਡਾ ਪ੍ਰੋਫੈਸ਼ਨ ਹੈਗਾ, ਇਹਦੇ ਵਿੱਚ ਵੀ ਇਨਵੈਸਟੀਗੇਸ਼ਨ ਬਹੁਤ ਇੱਕ ਅਹਿਮ ਸਕਿੱਲ ਹੈਗੀ ਹੈ, ਬਿਲਕੁਲ ਰੋਲ ਅਦਾ ਕਰਦੀ ਹੈ ਜੀ, ਔਰ ਉਹਦੇ ਨਾਲ ਬਹੁਤ ਹੈਲਪ ਹੋਈ ਹੈ। ਇੱਥੇ ਦੀ ਜਿਹੜੀ ਟ੍ਰੇਨਿੰਗਸ ਹਾਸਲ ਕਰਕੇ ਉਹ ਹੋਰ ਵੀ ਸ਼ਾਰਪਨ ਹੋ ਗਈ ਹੈ ਜੀ। ਸੋ ਅਸੀਂ ਅੱਗੇ ਵਧਦੇ ਹਾਂ ਜੀ। ਸਿਟੀ ਬਾਇਓਲਾਅ ਇਨਫੋਰਸਮੈਂਟ ਡਿਪਾਰਟਮੈਂਟ ਦੀ ਡਿਊਟੀਜ਼ ਕੀ ਹੈ, ਉਹਦੇ 'ਚ ਕਿੰਨੇ ਹੈਡਸ ਨੇ, ਕੀ ਉਹਨਾਂ ਦਾ ਰੋਲ ਹੈ, ਕੀ ਰਿਸਪੌਂਸਿਬਿਲਿਟੀਜ਼ ਹੈ ਜੀ। ਸੋ ਇਹ ਮੈਂ ਤੁਹਾਨੂੰ ਦੱਸਦਾ ਜੀ, ਸਾਡੇ ਜਿਹੜਾ ਸਿਟੀ ਆਫ ਬਰੈਂਪਟਨ ਦਾ ਐਨਫੋਰਸਮੈਂਟ ਡਿਪਾਰਟਮੈਂਟ ਹੈਗਾ, ਇਹ ਸਿਟੀ ਆਫ ਬਰੈਂਪਟਨ ਦੀ ਲੈਜਿਸਲੇਟਿਵ ਸਰਵਿਸਿਜ਼ ਦੇ ਅੰਡਰ ਆਉਂਦਾ। ਓਕੇ। ਔਰ ਇਹਦਾ ਹੈਡ ਹੈਗੇ ਨੇ ਪੌਲ ਮੋਰਿਸਨ, ਡਾਇਰੈਕਟਰ ਹੈਗੇ ਨੇ ਸਾਡੇ। 3 ਉਹਦੇ ਅੰਦਰ ਮੈਨੇਜਰ ਨੇ, ਔਰ ਸਾਡੇ 3 ਡਿਫਰੈਂਟ ਯੂਨਿਟਸ ਨੇ, ਲਾਇਸੈਂਸਿੰਗ, enforcement
ਐਂਡ ਪ੍ਰੋਪਰਟੀ ਸਟੈਂਡਰਡਸ। ਸੋ ਹਰ 3 ਯੂਨਿਟਸ ਦੇ ਆਪਾਂ ਉਹਨਾਂ ਦੇ ਅੱਗੇ ਉਹਦੀ ਇੰਚਾਰਜ ਹੈਗੇ ਨੇ ਮੈਨੇਜਰਸ, ਗਾਹਾਂ ਫਿਰ ਅੱਗੇ ਉਹਨਾਂ ਦੇ ਸੁਪਰਵਾਈਜ਼ਰ ਹੈਗੇ ਨੇ। ਸੋ ਲਾਇਸੈਂਸਿੰਗ ਦੇ ਵਿੱਚ ਸਾਡੇ ਕੋਲ 15 ਕੁ ਅਫਸਰ ਹੈਗੇ ਨੇ, ਐਂਡ ਉਹ 15 ਅਫਸਰ ਜਿਹੜੇ ਨੇ ਉਹ ਲਾਇਸੈਂਸਿੰਗ ਮੋਬਾਈਲ ਤੇ ਸਟੇਸ਼ਨਰੀ ਲਾਇਸੈਂਸਿੰਗ ਸਿਟੀ ਆਫ ਬਰੈਂਪਟਨ ਦੇ ਵਿੱਚ ਐਨਫੋਰਸ ਕਰਦੇ। ਸੋ ਜਿਵੇਂ ਤੁਸੀਂ ਸਲੂਨਸ ਹੋ ਗਏ, ਹੇਅਰ ਸਲੂਨ ਹੋ ਗਏ, ਕੋਈ ਰੈਸਟੋਰੈਂਟ ਬਿਜ਼ਨਸ ਹੋ ਗਿਆ ਜੀ, ਕੋਈ ਵੀ ਜਿੱਥੇ ਸਿਟੀ ਆਫ ਬਰੈਂਪਟਨ ਦਾ ਲਾਇਸੈਂਸ ਹੁੰਦਾ ਉਹਦੀ ਇਨਸਪੈਕਸ਼ਨਸ ਕਰਦੇ ਨੇ ਔਰ ਉਹ ਕਰਦੇ ਆ। ਉਸ ਤੋਂ ਇਲਾਵਾ ਜਿਹੜੀ ਮੋਬਾਈਲ ਲਾਇਸੈਂਸਿੰਗ ਹੁੰਦੀ ਹੈ, ਜਿਹੜੇ ਟੈਕਸੀ ਕੈਬਸ ਹੋ ਗਈਆਂ ਨੇ, ਊਬਰ, ਲਿਫਟ, ਹੋਰ ਡਰਾਈਵਿੰਗ ਸਕੂਲ ਇੰਸਟਰਕਟਰਸ, ਟੋ ਟਰੱਕਸ, ਇਹ ਸਾਰਿਆਂ ਦੀ ਲਾਇਸੈਂਸਿੰਗ ਕਰਦੇ ਆ, ਉਹਨਾਂ ਨੂੰ ਇਨਫੋਰਸ ਕਰਦੇ ਆ। ਇਹਦੇ ਵਿੱਚ ਹੈਗੇ ਨੇ 15 ਕੁ ਅਫਸਰ। ਉਸ ਤੋਂ ਬਾਅਦ ਆ ਜਾਂਦਾ ਸਾਡਾ ਇਨਫੋਰਸਮੈਂਟ ਡਿਵੀਜ਼ਨ। ਸੋ ਇਨਫੋਰਸਮੈਂਟ ਡਿਵੀਜ਼ਨ ਸਾਡਾ ਜਿਨ੍ਹਾਂ ਦਾ ਮੇਜਰ ਰੋਲ ਹੈਗਾ ਪਾਰਕਿੰਗ ਦਾ। ਉਹ ਤੁਸੀਂ ਦੇਖਿਆ ਹੋਣਾ ਕਿ ਵਾਈਟ ਪਿਕਅਪ ਟਰੱਕਸ ਦੇ ਵਿੱਚ ਘੁੰਮਦੇ ਆ, ਔਰ ਇਹ ਜਿਹੜੇ ਹੈਗੇ ਨੇ ਇਹਨਾਂ ਦਾ ਮੇਨ ਕੰਮ ਜਿਹੜਾ ਹੈਗਾ ਉਹ ਪਾਰਕਿੰਗ ਦਾ। ਇਸ ਯੂਨਿਟ ਦੇ ਵਿੱਚ ਆਲਮੋਸਟ 50 ਕੁ ਅਫਸਰ ਹੈਗੇ ਨੇ ਜੀ। ਇਹ 24 ਘੰਟੇ 7 ਦਿਨ ਕੰਮ ਕਰਦਾ ਜੀ। ਤੇ ਉਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਮੇਜਰ ਰੋਲ ਹੈਗਾ ਉਹ ਹੈਗਾ ਸਿਟੀ ਪ੍ਰੋਪਰਟੀ ਦੇ ਉੱਤੇ ਜਿੰਨੀਆਂ ਵੀ ਵਾਇਲੇਸ਼ਨਸ ਹੁੰਦੀਆਂ ਨੇ ਇਹ ਉਹਨਾਂ ਨੂੰ ਐਨਫੋਰਸ ਕਰਦੇ। ਉਹ ਵਾਲੇ ਜਿਹੜੇ ਬਾਇਲਾਸ ਹੈਗੇ ਨੇ ਉਹਨਾਂ ਨੂੰ ਐਨਫੋਰਸ ਕਰਦੇ। ਉਸ ਤੋਂ ਬਾਅਦ ਆ ਜਾਂਦਾ ਜੀ ਥਰਡ ਹੈਗਾ ਪ੍ਰੋਪਰਟੀ ਸਟੈਂਡਰਡਸ ਯੂਨਿਟ। ਸੋ ਇਹ ਯੂਨਿਟ ਜਿਹੜੀ ਜਿੱਦਾਂ ਮੈਂ ਵੀ ਇੱਕ ਅਫਸਰ ਹੈਗਾ ਜੀ, ਸਾਡੀ ਯੂਨਿਟ ਦੇ ਵਿੱਚ ਆਲਮੋਸਟ 20 ਅਫਸਰ ਹੈਗੇ ਨੇ ਜੀ। 4 ਕੁ ਅਫਸਰ ਅਸੀਂ ਹੋਰ ਹਾਇਰ ਕੀਤੇ ਆ। ਤੇ ਇਹ ਜਿਹੜੇ ਹੈਗੇ ਆ ਅਫਸਰਸ, ਸਾਡਾ ਜਿਹੜਾ ਹੈਗਾ ਪ੍ਰਾਈਵੇਟ ਪ੍ਰੋਪਰਟੀਜ਼ ਦੇ ਉੱਤੇ ਅਸੀਂ ਯੂਜ਼ ਐਂਡ ਮੇਨਟੇਨੈਂਸ ਉਹਨਾਂ ਦੀ ਉਹ ਐਨਫੋਰਸ ਕਰਦੇ ਹਾਂ। ਪ੍ਰਾਈਵੇਟ ਪ੍ਰੋਪਰਟੀਜ਼ ਜਿਹਦੇ ਵਿੱਚ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਕਮਰਸ਼ੀਅਲ ਸਾਰੀਆਂ ਆ ਜਾਂਦੀਆਂ, ਉਹਦੇ ਵਿੱਚ ਯੂਜ਼ ਐਂਡ ਮੇਨਟੇਨੈਂਸ ਅਸੀਂ ਐਨਫੋਰਸ ਕਰਦੇ ਹਾਂ। ਓਕੇ ਜੀ। ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਤੁਹਾਡਾ ਸਟਾਫ ਫੀਲਡ ਅਫਸਰਸ ਨੇ ਉਹ ਬਹੁਤ ਥੋੜੇ ਹੈ ਐਸ ਪਰ ਸਿਟੀ ਆਫ ਬਰੈਂਪਟਨ ਦਾ ਜਿਹੜਾ ਸਾਈਜ਼ ਹੈ, ਜਿਹੜੀ ਉਹਦੀ ਪੋਪੂਲੇਸ਼ਨ ਉਹਦੇ ਹਿਸਾਬ ਨਾਲ? ਡੈਫੀਨੇਟਲੀ ਜੀ ਦੇਖੋ, ਆਫਿਸਰਸ ਮੈਂ ਤਾਂ ਇਸ ਤੋਂ ਹੀ ਦੱਸ ਸਕਦਾ ਕਿ ਸਾਡੇ ਆਫਿਸਰਸ ਬਹੁਤ ਬਿਜ਼ੀ ਰਹਿੰਦੇ ਹੈ, ਠੀਕ ਹੈ ਜੀ। ਸੋ ਘੱਟ ਹੈ ਯੈਸ, ਮਗਰ ਸਾਡੇ ਜਿਹੜੇ ਮੇਅਰ ਤੇ ਕਾਉਂਸਲ ਹੈਗੇ ਨੇ ਜਿਨ੍ਹਾਂ ਨੇ ਇਹ ਕਰਦੇ ਆ ਉਹ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਤੇ ਸਾਡੇ ਡਿਪਾਰਟਮੈਂਟ ਨੂੰ ਗਾਹੇ ਵਗਾਹੇ ਉਹ ਇਨਕਰੀਜ਼ ਮੈਂਬਰਸ ਦਿੰਦੇ ਰਹਿੰਦੇ ਆ ਜੀ। ਆਫਿਸਰ ਸਾਡੇ ਹਾਇਰ ਹੁੰਦੇ ਰਹਿੰਦੇ ਆ ਨੀਡ ਬੇਸ ਤੇ। ਨੰਗ ਸਾਹਿਬ ਦਾ ਕਹਿਣਾ ਹੈ ਕਿ ਆਫਿਸਰਸ ਘੱਟ ਨੇ ਪਰ ਬਹੁਤ ਐਫੀਸ਼ੀਐਂਟ ਨੇ ਜੀ, ਵੈਰੀ ਹਾਰਡ ਵਰਕਿੰਗ, ਬਹੁਤ ਬਿਜ਼ੀ ਰਹਿੰਦੇ ਨੇ, ਆਪਣੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਹੈ। ਸੋ ਅਗਲੇ ਸਵਾਲ ਤੇ ਅਸੀਂ ਚੱਲਦੇ ਹਾਂ। ਕੋਵਿਡ-19 ਇੱਕ ਬਹੁਤ ਬੜਾ ਚੈਲੰਜ ਹੈ ਸਾਡੀ ਦੁਨੀਆ ਲਈ ਪੂਰੀ ਜੀ, ਔਰ ਇਹ ਪੂਰੀ ਦੁਨੀਆ ਇਸ ਮਹਾਮਾਰੀ ਤੇ ਪਰੇਸ਼ਾਨ ਹੈ ਜੀ, ਇਸ ਤੋਂ ਪਰੇਸ਼ਾਨ ਹੈ। ਤੇ ਇਹਦੇ ਬਾਰੇ ਅਸੀਂ ਚਾਹੁੰਦੇ ਹਾਂ ਕਿ ਵੀ ਸਾਡੇ ਇੱਥੇ ਰੈਸੀਡੈਂਟਸ ਨੂੰ ਪਤਾ ਹੋਵੇ ਕਿ ਜਿਹੜੇ ਉਹਦੇ ਤੇ ਇੰਪੋਜੀਸ਼ਨਸ ਆਈਆਂ ਹੈ, ਜਿਹੜੇ ਲਾਅ ਕ੍ਰੀਏਟ ਕੀਤਾ ਗਿਆ ਹੈ, ਜੋ ਉਹਦੇ ਤੇ ਪਾਬੰਦੀਆਂ ਦਿੱਤੀਆਂ ਔਰ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਹੈ, ਉਹਨਾਂ ਨੂੰ ਕਿੱਦਾਂ ਫੋਲੋ ਕਰਨਾ ਹੈ। ਹੁਣ ਜਿੱਦਾਂ ਮਾਸਕ ਦੀ ਗੱਲ ਹੈ, ਲੋਕੀ ਉਹਨੂੰ ਮਾਸਕ ਨੂੰ ਵੀ ਦੇ ਡੋਂਟ ਟੇਕ ਇਟ ਐਜ਼ ਸੀਰੀਅਸ ਥਿੰਕ ਕਿ ਇਹਨੂੰ ਲਾਉਣਾ ਹੀ ਜ਼ਰੂਰੀ ਹੈ, ਐਂਡ ਸੋਸ਼ਲ ਡਿਸਟੈਂਸਿੰਗ ਤੇ ਵੀ ਧਿਆਨ ਨਹੀਂ ਦਿੱਤਾ ਜਾਂਦਾ ਜੀ। ਤੇ ਤੀਜਾ ਜਿਹੜਾ ਹੈ ਜਿਹੜੀ ਸੋਸ਼ਲ ਗੈਦਰਿੰਗਸ ਹੈ ਜੀ, ਉਹਦੇ ਬਾਰੇ ਤਾਂ ਲੋਕਾਂ ਨੂੰ ਬਿਲਕੁਲ ਹੀ ਧਿਆਨ ਹੀ ਨਹੀਂ। ਸੋ ਦੂਸਰੀ ਗੱਲ ਇਹ ਹੈ ਕਿ ਵੀ ਜਿਹੜਾ ਮਾਸਕ ਲਾਅ ਬਣਿਆ ਹੈ ਜੀ, ਮਾਸਕ ਲਾਅ ਦੇ ਵਿੱਚ ਕੀ ਪਾਬੰਦੀਆਂ ਨੇ ਔਰ ਕਿਸ ਤਰ੍ਹਾਂ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ? ਸੋ ਦੇਖੋ ਜੀ, ਇਹ ਜਿਹੜੀ ਕੋਵਿਡ ਦੇ ਖਿਲਾਫ ਜਿਹੜੀ ਜੰਗ ਹੈਗੀ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਰੋਲ ਅਦਾ ਕਰਨ ਦੀ ਜ਼ਰੂਰਤ ਹੈਗੀ ਹੈ ਜੀ। ਅਸੀਂ ਇਕੱਲਾ ਐਨਫੋਰਸਮੈਂਟ ਕਰਕੇ ਉਹਦੀ ਇਸ ਚੀਜ਼ ਨੂੰ ਲਾਗੂ ਨਹੀਂ ਕਰ ਸਕਦੇ। ਇਹ ਹਰੇਕ ਬਿਜ਼ਨਸ ਓਨਰ, ਹਰੇਕ ਪਰਿਵਾਰ ਦਾ ਮੈਂਬਰ ਜਿਹੜਾ ਹੈਗਾ ਉਹਨੂੰ ਜ਼ਿੰਮੇਵਾਰੀ ਸਮਝਣੀ ਪਏਗੀ ਕਿ ਮਾਸਕ ਪਾਉਣਾ ਜ਼ਰੂਰੀ ਹੈ ਤੇ 6 ਫੁੱਟ ਦਾ ਡਿਸਟੈਂਸ ਰੱਖਣਾ ਵੀ ਜ਼ਰੂਰੀ ਹੈ। ਸੋ ਮਾਸਕ ਜਿਹੜਾ ਹੈਗਾ ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹੁੰਦਾ ਜੀ ਕਿ ਜਿਹੜਾ ਮਾਸਕ ਹੈਗਾ ਉਹ ਇਕੱਲਾ ਮਾਸਕ ਨਹੀਂ ਹੈਗਾ। ਤੁਸੀਂ ਜੇ ਲੇਡੀਜ਼ ਹੈਗੀਆਂ ਨੇ ਉਹਨਾਂ ਦੇ ਕੋਲ ਦੁਪੱਟਾ ਹੈਗਾ ਉਹ ਵੀ ਕਰ ਸਕਦੇ, ਕੋਈ ਸਰਾਫੇ ਦੇ ਨਾਲ ਵੀ ਕਰ ਸਕਦਾ ਜੀ, ਮਗਰ ਉਹ ਤੁਹਾਡੀ ਨੱਕ, ਮੂੰਹ ਤੇ ਤੁਹਾਡੀ ਠੋਡੀ ਨੂੰ ਪੂਰੀ ਤਰ੍ਹਾਂ ਕਵਰ ਕਰਨਾ ਚਾਹੀਦਾ ਹੈ। ਸੋ ਜਿਹੜਾ ਮੇਨ ਹੈਗਾ ਜੀ ਮੁੱਦਾ ਕਿ ਮਾਸਕ, ਇਹ ਜਿਹੜਾ ਇਹਨੂੰ ਅਸੀਂ ਮਾਸਕ ਨਹੀਂ ਕਹਿੰਦੇ, ਇਹਨੂੰ ਅਸੀਂ ਫੇਸ ਕਵਰਿੰਗ ਕਹਿੰਦੇ ਹਾਂ ਜੀ। ਸੋ ਇਹ ਫੇਸ ਕਵਰਿੰਗ ਤਾਂ ਲਾਜ਼ਮੀ ਹੈਗੀ ਹੈ ਤਾਂ ਕਿ ਜਦੋਂ ਅਸੀਂ ਗੱਲਬਾਤ ਕਰਦੇ ਹੋਏ ਜਾਂ ਖੰਘਦੇ ਹੋਏ ਸਾਡੇ ਮੂੰਹ ਦੇ ਵਿੱਚੋਂ ਦੀ ਕੋਈ ਪਾਰਟੀਕਲ ਜਦੋਂ ਅਸੀਂ ਸ਼ਾਪਿੰਗ ਕਰਨ ਜਾਂਦੇ ਹਾਂ ਉੱਥੇ ਸਮਾਨ ਦੇ ਉੱਪਰ ਨਾ ਡਿੱਗੇ, ਜਿੱਥੇ ਹੋਰ ਲੋਕਾਂ ਨੇ ਵੀ ਆ ਕੇ ਉਸ ਚੀਜ਼ ਨੂੰ ਚੱਕਣਾ ਤੇ ਵਰਤਣਾ ਹੈਗਾ। ਸੋ
ਦੋਸਤੋ, ਸਾਡਾ ਵੀ ਫਰਜ਼ ਬਣਦਾ ਹੈ, ਜਿਹੜੇ ਸਰਕਾਰ ਨੇ ਲਾਅ ਬਣਾਇਆ ਹੈ, ਜਿਹੜੀ ਚੀਜ਼ਾਂ ਇਨਫੋਰਸ ਕੀਤੀਆਂ ਹੈ, ਉਹਨਾਂ ਤੇ ਅਮਲ ਕਰਨਾ, ਉਹਨਾਂ ਨੂੰ ਵਰਤੋਂ ਤੇ ਲਿਆਉਣਾ ਔਰ ਖਿਆਲ ਰੱਖਣਾ। ਸਰਕਾਰ ਦਾ ਕੰਮ ਹੈ ਸਾਨੂੰ ਨਸੀਹਤ ਦੇਣੀ, ਗਾਈਡ ਕਰਨਾ, ਲਾਅ ਬਣਾਉਣਾ, ਰੂਲ ਬਣਾਉਣਾ, ਪਰ ਉਸ ਨੂੰ ਫੋਲੋ ਕਰਨਾ ਇੱਕ ਆਮ ਨਾਗਰਿਕ ਦਾ ਕੰਮ ਹੈ। ਔਰ ਕੋਵਿਡ ਵਰਗੀ ਜਿਹੜੀ ਬਿਮਾਰੀ ਹੈ, ਮਹਾਮਾਰੀ ਹੈ, ਇਹਦਾ ਤਾਂ ਬਹੁਤ ਜ਼ਬਰਦਸਤ ਇਲਾਜ ਚਾਹੀਦਾ ਹੈ। ਜਦ ਤੱਕ ਇਹਦੀ ਵੈਕਸੀਨ ਨਹੀਂ ਆਉਂਦੀ, ਰੱਬ ਕਰੇ ਸਾਰਿਆਂ ਨੂੰ ਠੀਕ ਰੱਖੇ, ਵੈਕਸੀਨ ਆਵੇ ਤੇ ਸਾਰਿਆਂ ਦਾ ਹਿਸਾਬ ਕਿਤਾਬ ਠੀਕ ਬਣੇ। ਔਰ ਇਹ ਜਿਹੜੀ ਕੰਟਰੀ ਸਾਡੀ ਹੈ ਜਾਂ ਵਰਲਡ ਵਾਈਡ ਦੀ ਗੱਲ ਕਰੀਏ ਤਾਂ ਇਹ ਸਾਰਿਆਂ ਨੂੰ ਹੀ ਤਕਲੀਫ ਹੈ। ਇਸ ਨੂੰ ਧਿਆਨ ਦੇਣਾ ਬਹੁਤ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ, ਇੱਕ ਬੜੀ ਮੇਜਰ ਚੀਜ਼ ਮੈਂ ਆਬਜ਼ਰਵ ਕੀਤੀ ਹੈ ਜੀ ਸੋਸ਼ਲ ਡਿਸਟੈਂਸਿੰਗ ਤੇ ਪਹਿਲਾਂ ਬਹੁਤ ਧਿਆਨ ਦਿੱਤਾ ਜਾਂਦਾ ਸੀ। ਜੀ ਹੁਣ ਜਿਸ ਤਰ੍ਹਾਂ ਸਾਡੇ ਪ੍ਰੀਮੀਅਰ ਨੇ ਵੀ ਹੋਰ ਹਦਾਇਤਾਂ ਦਿੱਤੀਆਂ, ਇੰਸਟਰਕਸ਼ਨਸ ਲਾਈਆਂ ਹੈ, ਬਟ ਇਵਨ ਕਿ ਸਟੋਰ ਓਨਰਸ ਵੀ ਬੜੇ ਰਿਲੈਕਸ ਹੋ ਚੁੱਕੇ ਨੇ। ਪਹਿਲਾਂ ਦੇ ਯੂਜ਼ ਟੂ ਸਪਰੇ ਦੀ ਕਾਰਟਸ ਆਲਸੋ, ਜਿਹੜੇ ਤੁਹਾਡੇ ਸ਼ਾਪਿੰਗ ਕਾਰਟ ਸੀਗੇ, ਉਹ ਹੁਣ ਉਹਨਾਂ ਨੇ ਉਹ ਵੀ ਬੰਦ ਕਰਤੇ ਜੀ। ਤੁਸੀਂ ਕਿਸੇ ਸਟੋਰ 'ਚ ਚਲੇ ਜਾਓ ਸ਼ਾਪਿੰਗ ਕਰਨ, ਗਰੋਸਰੀ ਕਰਨ, ਤੁਹਾਨੂੰ 2 ਫੁੱਟ ਤੋਂ ਦੂਰ ਨਹੀਂ ਬੰਦਾ ਲੱਭੇਗਾ ਕੋਈ। ਇਸ ਨੂੰ ਇਨਫੋਰਸ ਕਰਨਾ ਕਿਹਦੀ ਡਿਊਟੀ ਹੈ? ਇਸ ਨੂੰ ਲਾਗੂ ਕਰਨਾ ਕਿਹਦੀ ਡਿਊਟੀ ਹੈ? ਸੋ ਜਿਹੜੀ ਤਾਂ ਤੁਸੀਂ ਕਹਿ ਰਹੇ ਹੋ ਜੀ ਕਾਰਟ ਕਰਨਾ, ਇਹਦੀ ਜ਼ਿੰਮੇਵਾਰੀ ਤਾਂ ਇਹਦੇ ਵਿੱਚ ਕੋਈ ਲਾਅ ਨਹੀਂ ਹੈਗਾ, ਅਸੀਂ ਕਿਸੇ ਨੂੰ ਜਾ ਕੇ ਚਾਰਜ ਨਹੀਂ ਕਰ ਸਕਦੇ। ਬਟ ਜਿਹੜੀ 6 ਫੁੱਟ ਦਾ ਡਿਸਟੈਂਸ ਰੱਖਣਾ ਔਰ ਫੇਸ ਕਵਰਿੰਗ ਪਾਣਾ, ਇਹ ਜਿਹੜੀ ਜ਼ਿੰਮੇਵਾਰੀ ਇਹ ਉਸ ਬਿਜ਼ਨਸ ਓਨਰ ਦੀ ਵੀ ਹੈਗੀ ਹੈ। ਸੋ ਅਸੀਂ ਇਹਨਾਂ ਦੇ ਵਿੱਚ ਬਿਜ਼ਨਸ ਓਨਰ ਦੇ ਖਿਲਾਫ ਅਸੀਂ ਚਾਰਜਿਸ ਵੀ ਉਹਨਾਂ ਨੂੰ ਚਾਰਜ ਵੀ ਕੀਤਾ ਹੈਗਾ ਜੀ, ਐਂਡ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਬਾਕੀ ਜਿਹੜਾ ਹੈਗਾ ਇਹ ਤਾਂ ਇੱਕ ਇਖਲਾਕੀ ਜ਼ਿੰਮੇਵਾਰੀ ਹੈ ਜੀ ਬਿਜ਼ਨਸ ਓਨਰ ਦੀ, ਕਿ ਜੇ ਉਹਨਾਂ ਨੇ ਬਿਜ਼ਨਸ ਵਧੀਆ ਤਰੀਕੇ ਨਾਲ ਚਲਾਉਣਾ ਤਾਂ ਕਿ ਕੋਵਿਡ ਨੰਬਰ ਨਾ ਉੱਪਰ ਜਾਣ, ਤਾਂ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈਗੀ ਕਿ ਉਹ ਜਿੰਨਾ ਤੋਂ ਜ਼ਿਆਦਾ ਤੋਂ ਜ਼ਿਆਦਾ ਇਸ ਚੀਜ਼ਾਂ ਦਾ ਖਿਆਲ ਰੱਖਣ, ਕਿ ਜਿਹੜੀ ਕਾਰਡਸ ਨੂੰ ਵੀ ਸਪਰੇ ਕਰਕੇ ਰੱਖਣ। ਜੇ ਆਪਣੇ ਜਿਹੜੇ ਵੀ ਉਹਨਾਂ ਦੇ ਕਸਟਮਰਸ ਹੁੰਦੇ ਨੇ, ਉਹਨਾਂ ਨੂੰ ਵਰਬਲੀ ਜਾ ਕੇ ਦੱਸਣ ਔਰ ਕਹਿਣ ਕਿ ਹਾਂ ਜੀ ਤੁਸੀਂ 6 ਫੁੱਟ ਦਾ ਡਿਸਟੈਂਸ ਮੇਨਟੇਨ ਕਰਨਾ ਜ਼ਰੂਰੀ ਹੈ ਜੀ, ਔਰ ਫੇਸ ਕਵਰਿੰਗ ਪਾ ਕੇ ਰੱਖਣ। ਸੋ ਇਹ ਉਹਨਾਂ ਦੀ ਵੀ ਜ਼ਰੂਰੀ। ਬਾਕੀ ਜਿਹੜਾ ਹੈਗਾ, ਜੇ ਕੋਈ ਸਾਨੂੰ ਕੰਪਲੇਂਟ ਆਉਂਦੀ ਹੈ, ਅਸੀਂ ਉਹਨੂੰ ਇਨਵੈਸਟੀਗੇਟ ਕਰਦੇ ਹਾਂ ਔਰ ਅਸੀਂ ਉਹਨੂੰ ਚਾਰਜਿਸ ਵੀ ਉਹਨਾਂ ਦੇ ਉੱਤੇ ਲਗਾਉਂਦੇ ਹਾਂ। ਔਰ ਮੈਂ ਤੇ ਸ਼ੇਅਰ ਕਰਨਾ ਚਾਹੁੰਦਾ ਜੀ, ਜਦੋਂ ਦਾ ਕੋਵਿਡ ਸ਼ੁਰੂ ਹੋਇਆ ਜੀ, ਉਦੋਂ ਦਾ ਅਸੀਂ ਫੇਸ ਕਵਰਿੰਗ ਔਰ ਐਮਰਜੈਂਸੀ ਮੈਨੇਜਮੈਂਟ ਸਿਵਲ ਪ੍ਰੋਟੈਕਸ਼ਨ ਐਕਟ, ਜੋ ਕਿ ਅੱਜ ਦੀ ਡੇਟ ਦੇ ਵਿੱਚ ਰੀਓਪਨਿੰਗ ਓਨਟਾਰੀਓ ਐਕਟ ਕਹਿਲਾਉਂਦਾ ਜੀ, ਉਹਦੇ ਤਹਿਤ ਅਸੀਂ ਆਲਮੋਸਟ 47,000 ਦੇ ਆਸ-ਪਾਸ ਜੀ ਅਸੀਂ ਆਪਣੀਆਂ ਇਨਵੈਸਟੀਗੇਸ਼ਨਸ ਕੀਤੀਆਂ ਨੇ, ਜਿਹਦੇ ਵਿੱਚ ਅਸੀਂ 1500 ਦੇ ਲਗਭਗ ਅਸੀਂ ਵਾਰਨਿੰਗਸ ਦਿੱਤੀਆਂ ਨੇ, ਵਰਬਲ ਵਾਰਨਿੰਗਸ, ਔਰ ਆਲਮੋਸਟ ਕਹਿ ਲਓ ਤੁਸੀਂ 850 ਦੇ ਕਰੀਬ ਅਸੀਂ ਚਾਰਜਿਸ ਲਗਾਏ ਜੀ। ਸੋ ਅੱਗੇ ਵਧਦੇ ਹੋਏ, ਕੋਵਿਡ ਨੇ ਤਾਂ ਸਭ ਨੂੰ ਹਿਲਾ ਹੀ ਦਿੱਤਾ ਹੈ ਜੇ ਅਸੀਂ ਹੁਣ ਉਸ ਤੋਂ ਅੱਗੇ ਵੀ ਚੱਲੀਏ, ਜਰਾ ਦੇਖੀਏ ਕਿ ਕਿੱਦਾਂ ਦਾ ਜੀਵਨ ਅੱਗੇ ਚਾਹੀਦਾ ਸਾਨੂੰ ਜੀ। ਤੇ ਪ੍ਰੋਪਰਟੀ ਸਟੈਂਡਰਡ ਇੱਕ ਤੁਹਾਡਾ ਡਿਪਾਰਟਮੈਂਟ ਹੈ ਜੀ, ਇਹਦੇ ਵਿੱਚ ਕੀ ਆਉਂਦਾ ਹੈ? ਦੂਸਰੀ ਗੱਲ, ਇਹਦੇ ਵਿੱਚ ਤੁਹਾਡਾ ਕੀ ਰੋਲ ਹੁੰਦਾ ਹੈ? ਸੋ ਇਹਦੇ ਵਿੱਚ ਆਉਂਦਾ ਜੀ ਪ੍ਰੋਪਰਟੀ ਸਟੈਂਡਰਡਸ, ਜਿਹੜਾ ਯੂਨਿਟ ਹੈਗਾ, ਇਹ ਪ੍ਰੋਪਰਟੀ ਦਾ ਰੱਖ ਰਖਾਵ ਔਰ ਉਹਦਾ ਇਸਤੇਮਾਲ, ਉਸ ਨੂੰ ਐਨਫੋਰਸ ਕਰਦਾ, ਉਸ ਨੂੰ ਜਾਂਚਦਾ, ਦੇਖਦਾ ਕਿ ਇੱਕ ਪ੍ਰੋਪਰਟੀ ਹੈਗੀ ਉਹਦੀ ਸਾਂਭ ਸੰਭਾਲ ਕਿਵੇਂ ਦੀ ਹੋ ਰਹੀ ਹੈ। ਸੋ ਹੁਣ ਅਗਰ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ ਕਿ ਬਾਕੀ ਤਾਂ ਸਟਰੀਟ ਦੇ ਉੱਤੇ ਘਰ ਸਾਰੇ ਫਸਟ ਕਲਾਸ ਹੈਗੇ ਨੇ, ਮੇਨਟੇਨ ਕੀਤੇ ਹੋਏ, ਤੇ ਇੱਕ ਕੋਈ ਘਰ ਇਹੋ ਜਿਹਾ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਕੂੜਾ ਕਰਕਟ ਜਿਹੜਾ ਹੈਗਾ, ਗਾਰਬੇਜ, ਜਿਹੜਾ ਸਪੋਜ਼ ਕਰ ਲਓ ਗਾਰਬੇਜ ਬਿਨ ਹੈ ਜੀ, ਉਹ ਬਿਲਕੁਲ ਡਰਾਈਵੇ ਦੇ ਉੱਪਰ ਪਿਆ, ਸਾਈਡ ਦੇ ਉੱਤੇ ਜੀ ਗਾਰਬੇਜ ਸੁੱਟਿਆ ਹੋਇਆ, ਟਾਇਰ ਪਏ ਨੇ, ਠੀਕ ਹੈ ਜੀ। ਜਾਂ ਤੁਸੀਂ ਘਰ ਦੇ ਵਿੱਚ ਕੋਈ ਕੰਸਟਰਕਸ਼ਨ ਰੈਨੋਵੇਸ਼ਨ ਕਰਵਾਈ ਆ, ਉਹਦੀ ਜਿਹੜੀ ਰੈਨੋਵੇਸ਼ਨ ਡਬਰੀ ਹੈਗੀ ਆ, ਉਹ ਬਾਹਰ ਸੁੱਟੀ ਹੋਈ ਹੈ ਸਾਈਡ ਦੇ ਉੱਤੇ, ਕਿ ਲੋਕ ਕਹਿੰਦੇ ਵੀ ਹਾਂ ਚਲੋ ਆਪਾਂ ਸਾਈਡ 'ਤੇ ਇਕੱਠਾ ਕਰ ਲੈਂਦੇ ਹਾਂ, ਬਾਅਦ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਜਾ ਕੇ ਸੁੱਟਿਆ ਆਵਾਂਗੇ, ਠੀਕ ਹੈ ਜੀ। ਉਹ ਚੀਜ਼ ਹੋ ਗਈ। ਘਾਹ, ਹੁਣ ਗਰਮੀਆਂ ਦੇ ਵਿੱਚ ਘਾਹ ਹੁੰਦਾ, ਲੋਕ ਘਾਹ ਨਹੀਂ ਕੱਟਦੇ। ਸੋ ਘਾਹ ਜਦੋਂ 8 ਇੰਚ ਤੋਂ ਉੱਪਰ ਹੋ ਜਾਂਦਾ ਤਾਂ ਉਹ ਵਾਇਲੇਸ਼ਨ ਹੈਗੀ ਹੈ। ਸੋ ਅਸੀਂ ਉਹਨਾਂ ਨੂੰ ਨੋਟਿਸ ਦਿੰਦੇ ਹਾਂ ਕਿ ਤੁਸੀਂ ਜਿਹੜਾ ਹੈਗਾ 3 ਦਿਨ ਦੇ ਅੰਦਰ ਅੰਦਰ ਇਹਨੂੰ ਕੱਟੋ, ਘਾਹ ਨੂੰ ਜਿਹੜਾ ਹੈਗਾ, ਹਾਂਜੀ ਘਾਹ ਨੂੰ ਕੱਟੋ। ਘਾਹ ਨੂੰ ਰੈਗੂਲਰਲੀ ਕੱਟਣਾ ਬਹੁਤ ਜ਼ਰੂਰੀ ਹੁੰਦਾ ਜੀ, ਨਹੀਂ ਤਾਂ ਉਹ ਵੱਧਦਾ ਜਾਂਦਾ। ਸੋ ਉਸ ਦੇ ਮੁਤਾਬਕ, ਉਸ ਤੋਂ ਇਲਾਵਾ ਅਸੀਂ ਜੇ ਸਪੋਜ਼ ਕਰ ਲਓ ਘਰ ਦੇ ਵਿੱਚ ਖਿੜਕੀਆਂ ਟੁੱਟੀਆਂ ਹੋਈਆਂ ਨੇ, ਗਰਾਜ ਦਾ ਦਰਵਾਜ਼ਾ ਟੁੱਟਿਆ ਹੋਇਆ ਜੀ, ਕੋਈ ਵੀ ਜਿਹੜੀ ਐਕਸਟੀਰੀਅਰ ਡੈਫੀਸ਼ੀਐਂਸੀ ਹੈਗੀ ਹੈ, ਜਾਂ ਘਰਾਂ ਦੇ ਅੰਦਰ ਵੀ ਜੇ ਕੋਈ ਰੈਂਟਲ ਪ੍ਰਾਪਰਟੀ ਹੈ,
ਜਿਹਦੇ ਵਿੱਚ ਕਿਰਾਏਦਾਰ ਪੂਰਾ ਕਿਰਾਇਆ ਦੇ ਰਿਹਾ ਮਗਰ ਉਹਦਾ ਕੋਈ ਅਪਲਾਇੰਸ ਨਹੀਂ ਕੰਮ ਕਰ ਰਿਹਾ, ਜਿਹੜਾ ਲੈਂਡਲੋਰਡ ਹੈਗਾ ਉਹ ਠੀਕ ਨਹੀਂ ਕਰਵਾ ਕੇ ਦੇ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਐਨਫੋਰਸ ਕਰਦੇ ਹਾਂ। ਉਸ ਤੋਂ ਇਲਾਵਾ ਸਾਡਾ ਮੇਨ ਜਿਹੜਾ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਡਾ ਟਾਈਮ ਕੰਜ਼ਿਊਮਿੰਗ ਜਿਹੜਾ ਸਾਡਾ ਕੰਮ ਹੈਗਾ ਉਹ ਹੈਗਾ, ਅਸੀਂ ਇਲੀਗਲ ਬੇਸਮੈਂਟਸ ਔਰ ਲੌਜਿੰਗ ਹਾਊਸਿਸ ਨੂੰ ਵੀ ਅਸੀਂ ਐਨਫੋਰਸ ਕਰਦੇ ਹਾਂ। ਲੌਜਿੰਗ ਹਾਊਸ ਕੀ ਚੀਜ਼ ਹੈ? ਸੰਜੇ ਜੀ, ਲੌਜਿੰਗ ਹਾਊਸ ਜਿਹੜਾ ਹੈਗਾ, ਜਦੋਂ ਵੀ ਕੋਈ 4 ਤੋਂ ਜ਼ਿਆਦਾ ਇੰਡੀਵਿਜੂਅਲ ਜਿਹੜੇ ਕਿ ਮਿਲ ਕੇ ਇੱਕ ਘਰ ਲੈਂਦੇ ਆ, ਠੀਕ ਹੈ, ਜਾਂ ਇਕੱਲਾ ਕਮਰਾ ਲੈਂਦੇ ਆ, ਠੀਕ ਹੈ ਜੀ, ਮਗਰ ਉਹ 4 ਤੋਂ ਜ਼ਿਆਦਾ ਹੁੰਦੇ ਆ ਟੈਨੈਂਟ ਔਰ ਉਹ ਲੈਂਡਲੋਰਡ ਨੂੰ ਰੈਂਟ ਪੇ ਕਰਦੇ, ਤੇ ਉਹ ਜਿਹੜਾ ਸਾਡੇ ਜ਼ੋਨਿੰਗ ਬਾਇਲਾ ਦੇ ਅੰਡਰ ਉਹ ਲੌਜਿੰਗ ਹਾਊਸ ਕਹਿਲਾਉਂਦਾ। ਓਕੇ। ਤੇ ਉਹ ਵਾਇਲੇਸ਼ਨ ਹੈ ਕਿਉਂਕਿ ਲੌਜਿੰਗ ਹਾਊਸਿਸ ਸਿਟੀ ਆਫ ਬਰੈਂਪਟਨ ਦੇ ਵਿੱਚ ਅਲਾਉਡ ਨਹੀਂ ਹੈ। ਸਿਰਫ 11 ਲੌਜਿੰਗ ਹਾਊਸਿਸ ਜਿਹੜੇ ਕਿ ਇਸ ਬਾਇਲਾਅ ਦੇ ਬਣਨ ਤੋਂ ਪਹਿਲਾਂ 2004 ਤੋਂ ਪਹਿਲੇ ਦੇ ਸੀਗੇ, ਉਹ ਡਾਊਨਟਾਊਨ ਕੋਰ ਦੇ ਵਿੱਚ ਹੀ ਹੈਗੇ ਨੇ, ਡਾਊਨਟਾਊਨ ਬਰੈਂਪਟਨ ਦੇ ਵਿੱਚ ਹੀ ਹੈਗੇ ਨੇ। ਤਾਂ ਕਿਉਂਕਿ ਉਹ ਗ੍ਰੈਂਡਫਾਦਰ ਹੋ ਗਏ ਨੇ, ਕਿਉਂਕਿ ਬਾਇਲਾਅ ਉਹਨਾਂ ਦੇ ਐਗਜ਼ਿਸਟ ਕਰਨ ਤੋਂ ਬਾਅਦ ਜਿਹੜਾ ਹੈਗਾ ਹੋਂਦ ਦੇ ਵਿੱਚ ਆਇਆ ਜੀ, ਤੇ ਇਸ ਕਰਕੇ ਜਿਹੜਾ ਹੈਗਾ ਉਹ ਗ੍ਰੈਂਡਫਾਦਰ ਹੋ ਗਏ ਨੇ, ਉਹਨਾਂ ਨੂੰ ਸਿਟੀ ਲਾਇਸੈਂਸ ਕਰ ਲਈ ਹੈ। ਓਕੇ। ਸੋ ਲੌਜਿੰਗ ਹਾਊਸ ਦਾ ਮਤਲਬ ਇਹ ਹੈ ਕਿ ਤੁਸੀਂ ਅੱਡ ਫੈਮਲੀਜ਼ ਤੋਂ 4 ਤੋਂ ਵੱਧ ਜਣੇ ਇੱਕ ਘਰ 'ਚ ਨਹੀਂ ਰਹਿ ਸਕਦੇ। ਬਿਲਕੁਲ ਜੀ। ਔਰ ਜਿਹੜੇ ਵੀ ਅਸੀਂ ਸੁਣਨ 'ਚ ਵੀ ਆਉਂਦਾ, ਡਾਕਟਰ ਸਾਹਿਬ ਦੇਖੋ, ਇੱਕ ਘਰ ਦੇ ਅੰਦਰ 18 15 20 ਜਣੇ ਜਿਹੜੇ ਵਿੱਚ ਰਹਿ ਰਹੇ, ਮੁੰਡੇ ਕੁੜੀਆਂ ਰਹਿ ਰਹੇ ਜੀ। ਸੋ ਇਹਨਾਂ ਨੂੰ ਕਿੱਦਾਂ ਤੁਸੀਂ ਡੀਲ ਕਰਦੇ ਹੋ? ਸੋ ਇਹਦੇ ਵਿੱਚ ਜੀ ਜਦੋਂ ਸਾਡੇ ਕੋਲ ਕੰਪਲੇਂਟ ਆਉਂਦੀ ਹੈ, ਕਿਉਂਕਿ ਜਦੋਂ ਇੰਨੇ ਜ਼ਿਆਦਾ ਬੰਦੇ ਘਰ ਦੇ ਵਿੱਚ ਰਹਿਣਗੇ ਜੀ, ਤਾਂ ਹੁੰਦਾ ਕੀ ਹੈ ਕਿ ਸਭ ਤੋਂ ਪਹਿਲਾਂ ਤਾਂ ਜੀ ਗਾਰਬੇਜ ਬਿਨ ਜਿਹੜੇ ਨੇ ਉਹ ਫੁੱਲ ਹੋ ਜਾਂਦੇ ਆ। ਓਕੇ। ਪ੍ਰੋਪਰਲੀ ਉਹ ਬੰਦ ਨਹੀਂ ਹੋ ਪਾਉਂਦੇ, ਤੇ ਹਵਾ ਚੱਲਦੀ ਹੈ ਪੂਰੀ, ਤੇ ਉਹ ਹਵਾ ਦੇ ਵਿੱਚ ਜਿਹੜਾ ਗਾਰਬੇਜ ਹੈਗਾ ਉਹ ਪੂਰੀ ਸਟਰੀਟ ਤੇ ਖਿਲਰਦਾ। ਓਕੇ। ਸਭ ਤੋਂ ਵੱਡੀ ਪ੍ਰੋਬਲਮ ਇੱਥੇ ਹੁੰਦੀ ਜੀ। ਸੈਕਿੰਡ ਪ੍ਰੋਬਲਮ ਹੁੰਦੀ ਹੈ ਜੀ, ਜੇ ਉਹ 12 15 18 ਜਣੇ ਰਹਿ ਰਹੇ ਨੇ, ਭਾਵੇਂ 8 ਜਣੇ ਰਹਿ ਰਹੇ ਆ ਜੀ, ਤੇ ਗੱਡੀਆਂ ਅੱਜ ਕੱਲ੍ਹ ਹਰੇਕ ਦੇ ਕੋਲ ਹੈ, ਤੇ ਡਰਾਈਵਰ ਐਡੇ ਵੱਡੇ ਹੁੰਦੇ ਨੇ ਜੀ, ਤੇ ਉਹ ਸੜਕ ਦੇ ਉੱਤੇ ਗੱਡੀਆਂ ਖੜੀਆਂ ਰਹਿੰਦੀਆਂ ਨੇ, ਜਿਹਦੇ ਕਰਕੇ ਪਾਰਕਿੰਗ ਦੀਆਂ ਕੰਪਲੇਂਟਸ ਆਉਂਦੀਆਂ ਜੀ। ਸੋ ਇਹਨਾਂ ਤੋਂ ਸਾਨੂੰ ਪਤਾ ਲੱਗਦਾ ਹੈ, ਤੇ ਜਿਹੜੇ ਕੰਪਲੇਨੈਂਟ ਹੁੰਦੇ ਨੇ ਫਿਰ ਉਹ ਸਾਨੂੰ ਕੰਪਲੇਂਟ ਕਰਦੇ ਆ, ਤੇ ਉਹ ਫਿਰ ਸਾਡੇ ਕੋਲ ਜਦੋਂ ਕੰਪਲੇਂਟ ਆਉਂਦੀ ਹੈ ਕਿ ਹਾਂਜੀ ਇੱਥੇ ਬਹੁਤ ਜ਼ਿਆਦਾ ਬੰਦੇ ਰਹਿ ਰਹੇ ਨੇ, ਫਿਰ ਅਸੀਂ ਇਨਵੈਸਟੀਗੇਟ ਕਰਦੇ ਹਾਂ, ਔਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਗਰ ਪਾਇਆ ਜਾਂਦਾ ਹੈ ਕਿ ਉੱਥੇ ਲੌਜਿੰਗ ਹਾਊਸਿਸ ਹੈਗਾ ਜੋ ਕਿ ਸਾਡੀ ਜ਼ੋਨਿੰਗ ਬਾਇਲਾ ਦੀ ਵਾਇਲੇਸ਼ਨ ਹੈ, ਸੋ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਓਨਰ ਨੂੰ ਅਸੀਂ ਚਾਰਜ ਕਰਦੇ ਹਾਂ। ਸੋ ਕੋਈ ਟਿਕਟ ਨਹੀਂ ਹੁੰਦੀ, ਓਨਰ ਨੂੰ ਸਮਨ ਜਾਂਦਾ ਪ੍ਰੋਪਰ, ਐਂਡ ਦੈਨ ਕੋਰਟ ਦੇ ਵਿੱਚ ਲੱਗਦਾ ਮੈਟਰ। ਮੈਕਸਿਮਮ ਫਾਈਨ ਜਿਹੜਾ ਹੈਗਾ ਇਹਦੇ ਵਿੱਚ ਇੰਡੀਵਿਜੂਅਲ ਵਾਸਤੇ $25,000 ਹੈ ਜੀ, ਤੇ ਕਾਰਪੋਰੇਸ਼ਨ ਵਾਸਤੇ $1,00,000 ਹੈ। ਤੇ ਉਹ ਜਿਹੜਾ ਕਿੰਨਾ ਫਾਈਨ ਹੋਏਗਾ ਪਹਿਲੀ ਅਟੈਂਪਟ ਦੇ ਵਿੱਚ ਉਹ ਮੁਕਰਰ ਕਰ ਦਿੰਦੇ ਸਾਡੇ ਜਸਟਿਸ ਆਫ ਪੀਸ, ਜਿਹੜੇ ਜੱਜ ਸਾਹਿਬਾਨ ਹੁੰਦੇ ਨੇ, ਉਹ ਮੁਕਰਰ ਕਰਨਗੇ ਵੀ $0 ਤੋਂ ਲੈ ਕੇ $25,000 ਜਾਂ $0 ਤੋਂ $1,00,000 ਤੱਕ ਕਿੱਥੇ ਤੱਕ ਦਾ ਫਾਈਨ ਜੀ। ਤੇ ਤੁਸੀਂ ਤੁਹਾਨੂੰ ਅਗਰ ਪਤਾ ਚੱਲੇ ਕਿ ਫਲਾਣੇ ਕਿਸੇ ਘਰ ਦੇ ਅੰਦਰ 15 ਬੱਚੇ ਰਹਿ ਰਹੇ ਹੈ, 15 ਲੋਕ ਰਹਿ ਰਹੇ ਹੈ ਜਿਹੜੇ ਕਿ ਫੈਮਿਲੀ ਦੇ ਨਹੀਂ ਹੈ ਜੀ, ਤੇ ਤੁਸੀਂ ਆਪਣੇ ਆਪ ਨਹੀਂ ਚੈੱਕ ਕਰਦੇ ਉਹਨੂੰ, ਜਾਂ ਤੁਹਾਨੂੰ ਪਹਿਲਾਂ ਕੰਪਲੇਂਟ ਕੋਈ ਕਰੇਗਾ ਤਾਂ ਹੀ ਤੁਸੀਂ ਜਾਓ? ਸੋ ਸੰਜੇ ਜੀ, ਇੱਥੇ ਉਹੀ ਗੱਲ ਆ ਗਈ ਕਿ ਹੁਣ ਜਾ ਕੇ ਅਸੀਂ 24 ਜਿਹੜੇ ਹੈਗੇ ਨੇ ਆਫਿਸਰਸ ਹੋਏ ਆ ਜਿਹੜੇ ਇਸ ਚੀਜ਼ ਨਾਲ ਡੀਲ ਕਰਦੇ ਨੇ। ਸਿਟੀ ਆਫ ਬਰੈਂਪਟਨ ਦੀ ਪੋਪੂਲੇਸ਼ਨ ਬਹੁਤ ਇਨਕਰੀਜ਼ ਕਰ ਚੁੱਕੀ ਹੈ ਜੀ, ਤੇ ਸਾਡੇ ਕੋਲ ਪ੍ਰੋਐਕਟਿਵ ਜਿਹੜਾ ਹੈਗਾ ਆਪਣੇ ਆਪ ਜਿਹੜਾ ਹੈਗਾ ਐਨਫੋਰਸ ਕਰਨ ਵਾਸਤੇ ਟਾਈਮ ਨਹੀਂ ਹੈ, ਸਮਾਂ ਨਹੀਂ ਹੈਗਾ, ਕਿਉਂਕਿ ਸਾਡੇ ਕੋਲ ਕੰਪਲੇਂਟਸ ਹੀ ਇੰਨੀਆਂ ਆਉਂਦੀਆਂ ਨੇ ਕਿ ਜਿਹੜੀਆਂ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਸਾਨੂੰ ਸਮਾਂ ਸਾਡਾ ਬੀਤ ਜਾਂਦਾ ਜੀ। ਸੋ ਇਸ ਕਰਕੇ ਕੋਈ ਕੰਪਲੇਂਟ ਕਰੇਗਾ ਤੇ ਫਿਰ ਹੀ ਅਸੀਂ ਜਾਂਦੇ ਹਾਂ। ਸੋ ਦੋਸਤੋ, ਤੁਹਾਨੂੰ ਇਹ ਚੀਜ਼ ਦਾ ਪਤਾ ਚੱਲਿਆ ਕਿ ਵੀ ਜਿਹੜਾ ਇਹ ਸਿਟੀ ਆਫ ਬਰੈਂਪਟਨ ਦਾ ਆਫਿਸ ਹੈ, ਇਹ ਕੰਪਲੇਂਟ ਡਰਿਵਨ ਆਫਿਸ ਹੈ। ਇੱਥੇ ਤੁਸੀਂ ਕੋਈ ਕੰਪਲੇਂਟ ਕਰੋਗੇ ਕਿਸੇ ਚੀਜ਼ ਦੀ ਤੇ ਉਸ ਤੇ ਐਕਸ਼ਨ ਹੋਏਗਾ, ਨਹੀਂ ਤਾਂ ਇਹ ਆਪ ਨਹੀਂ ਐਕਸ਼ਨ ਕਰ ਸਕਦੇ, ਕੋਈ ਉਸ ਤੇ ਕਾਰਵਾਈ ਨਹੀਂ ਕਰ ਸਕਦੇ। ਜੇ ਕੋਈ ਸਰੋਤਾ ਤੁਹਾਨੂੰ ਕੰਪਲੇਂਟ ਕਰਦਾ ਹੈ ਕਿ ਮੇਰੇ ਗੁਆਂਢ ਦੇ ਵਿੱਚ ਕੋਈ 뮤직 ਲਾਊਡ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ, ਤੇ ਉਹ ਚਾਹੁੰਦਾ ਹੈ ਕਿ ਵੀ ਮੇਰੀ ਜਿਹੜੀ ਪਹਿਚਾਣ ਗੁਪਤ ਰੱਖੀ ਜਾਏ ਜੀ, ਤੇ ਉਹਦਾ ਕੀ ਹੱਲ ਹੈ? ਸੋ ਇਹਦੇ ਵਿੱਚ ਹੈਗਾ ਜੀ, ਜਿਹੜੇ ਮੋਸਟ ਆਫ ਦਾ ਬਾਇਲਾ ਕੰਪਲੇਂਟਸ ਹੈਗੀਆਂ ਨੇ ਉਹਦੇ ਵਿੱਚ ਕੰਪਲੇਨੈਂਟ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਗੁਪਤ ਰੱਖੀ ਜਾਂਦੀ ਹੈ, ਉਹ ਕਿਸੇ ਨੂੰ ਰਿਵੀਲ ਨਹੀਂ ਕੀਤੀ ਜਾਂਦੀ। ਓਕੇ। ਬਟ ਕਈ ਬਾਇਲਾਜ਼ ਇਹੋ ਜਿਹੇ ਹੈਗੇ ਨੇ ਜਿਹਦੇ ਵਿੱਚ ਕਿ ਕੰਪਲੇਨੈਂਟ ਨੂੰ ਕਿਉਂਕਿ ਆਪ ਕੋਰਟ ਦੇ ਵਿੱਚ ਆ ਕੇ ਆਪਣੀ ਸਟੇਟਮੈਂਟ ਦੇਣੀ ਪੈਂਦੀ ਹੈ, ਸੋ ਉਹਦੇ ਵਿੱਚ ਪਤਾ ਲੱਗ ਜਾਂਦਾ
ਕਿ ਕੰਪਲੇਂਟ ਕਿਹਨੇ ਕੀਤੀ। ਸੋ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਹੁਣ ਜਿਵੇਂ ਤੁਸੀਂ ਕਿਹਾ ਜੀ ਲਾਊਡ ਮਿਊਜ਼ਿਕ ਹੈ, ਠੀਕ ਹੈ, ਉਹਦੇ ਵਿੱਚ ਕੀ ਹੁੰਦਾ, ਜਿਹੜੀ ਨੋਇਜ਼ ਕੰਪਲੇਂਟ ਹੈਗੀ ਹੈ, ਨੋਇਜ਼ ਕੰਪਲੇਂਟ ਦੇ ਵਿੱਚ ਅਸੀਂ ਕੰਪਲੇਨੈਂਟ ਨੂੰ ਕਹਿੰਦੇ ਹਾਂ, ਕਿਉਂਕਿ ਅਸੀਂ ਉਸ ਜਗ੍ਹਾ ਦੇ ਉੱਤੇ ਹਰ ਟਾਈਮ ਅਵੇਲੇਬਲ ਨਹੀਂ ਹੋ ਸਕਦੇ। ਰਾਈਟ। ਤੇ ਅਸੀਂ ਉਹ ਕਈ ਵਾਰੀ ਕੀ ਹੁੰਦੀ ਹੈ, ਕਈ ਵਾਰੀ ਤਾਂ ਮਿਊਜ਼ਿਕ ਦੀ ਆਵਾਜ਼ ਹੈਗੀ ਹੈ, ਕਈ ਵਾਰੀ ਉਹ ਕੁੱਤਾ ਭੌਂਕਣ ਦੀ ਆਵਾਜ਼ ਹੈ, ਕਈ ਵਾਰੀ ਵੈਸੇ ਹੀ ਜ਼ੋਰ ਦੀ ਗੱਲਾਂ ਕਰਨ ਦੀ ਆਵਾਜ਼ ਹੈ, ਕਿਉਂਕਿ ਸਾਡਾ ਜਿਹੜਾ ਬਾਇਲਾ ਹੈਗਾ ਉਹ ਸਪੈਸੀਫਾਈ ਇੰਨਾ ਇਸ ਤਰ੍ਹਾਂ ਨਹੀਂ ਕਰਦਾ ਕਿ ਇੰਨੀ ਡੈਸੀਬਲ ਦੀ ਆਵਾਜ਼ ਹੀ ਹੋਣੀ ਚਾਹੀਦੀ। ਉਹ ਕੋਈ ਵੀ ਜਿਹੜੀ ਇਹੋ ਜਿਹੀ ਆਵਾਜ਼ ਹੈ ਜਿਹੜੀ ਦੂਸਰੇ ਨੂੰ ਬੋਦਰ ਕਰਦੀ ਹੈ, ਉਹ ਹਾਂਜੀ ਦੂਸਰੇ ਨੂੰ ਤਕਲੀਫ ਪਹੁੰਚਾਉਂਦੀ ਹੈ, ਉਹਨੂੰ ਅਸੀਂ ਨੋਇਜ਼ ਕੰਪਲੇਂਟ ਕਹਿੰਦੇ ਹਾਂ। ਸੋ ਇਸ ਦੇ ਵਿੱਚ ਜਿਹੜਾ ਕੰਪਲੇਨੈਂਟ ਹੈ ਉਹਨੂੰ ਲੌਗ ਬਣਾਉਣਾ ਪੈਂਦਾ, ਪਹਿਲਾ ਲੌਗ ਬਣਦਾ, ਉਸ ਤੋਂ ਬਾਅਦ ਸਾਡਾ ਆਫਿਸਰ ਜਾਂਦਾ, ਉਹ ਉਸ ਜਾ ਕੇ ਬੰਦਾ ਜਿਹੜਾ ਨੋਇਜ਼ ਕਰ ਰਿਹਾ ਉਹਨਾਂ ਨੂੰ ਇੱਕ ਆਰਡਰ ਟੂ ਕੰਪਲਾਈ ਦਿੰਦਾ, ਨੋਟਿਸ ਦਿੰਦਾ ਉਹਨਾਂ ਨੂੰ ਕਿ ਤੁਹਾਡੇ ਘਰ ਦੇ ਵਿੱਚ ਸਾਡੇ ਕੋਲ ਕੰਪਲੇਂਟ ਆਈ ਹੈ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਤੁਹਾਡੇ ਘਰ 'ਚੋਂ ਆਹ ਚੀਜ਼ ਦੀ ਆਵਾਜ਼ ਆ ਰਹੀ ਹੈ। ਉਹ ਜੇ ਵੈਸੇ ਤਾਂ 90% ਕੇਸਿਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਅਸੀਂ ਆਰਡਰ ਦਿੰਦੇ ਹਾਂ ਤਾਂ ਉਹਦੇ ਨਾਲ ਉਹ ਕੰਪਲੇਂਟ ਖਤਮ ਹੋ ਜਾਂਦੀ ਹੈ ਤੇ ਦੁਬਾਰਾ ਨਹੀਂ ਹੁੰਦੀ ਇਸ ਤਰ੍ਹਾਂ ਦੀ ਵਾਇਲੇਸ਼ਨ। ਅਗਰ ਹੁੰਦੀ ਹੈ, ਕੈਰੀ ਓਵਰ ਚੱਲਦਾ, ਫਿਰ ਅਸੀਂ ਕੰਪਲੇਨੈਂਟ ਨੂੰ ਕਹਿੰਦੇ ਕਿ ਤੂੰ ਸੈਕੰਡ ਲੌਗ ਬਣਾ। ਹੁਣ ਜੋ ਦੋਨੋਂ ਲੌਗ ਉਹ ਬਣ ਜਾਂਦੇ ਨੇ, ਹਫਤੇ ਵਾਸਤੇ ਉਹਨੇ ਨੋਟ ਕਰਨਾ ਹੁੰਦਾ ਕਿਸ ਟਾਈਮ ਦੇ ਉੱਤੇ ਕਿੰਨੇ ਵੱਜ ਕੇ ਕਿੰਨੇ ਮਿੰਟ ਤੋਂ ਸ਼ੁਰੂ ਹੋਈ ਆਵਾਜ਼, ਕਿੰਨੇ ਵਜੇ ਤੱਕ ਖਤਮ ਹੋਈ, ਤੇ ਉਹ ਜਿਹੜਾ ਹੈਗਾ ਫਿਰ ਆਫਿਸਰ ਉਹਨੂੰ ਪ੍ਰੋਸੈਸ ਕਰਕੇ ਚਾਰਜਸ ਲਗਾਉਂਦਾ। ਤੇ ਇਸ ਕੇਸ ਦੇ ਵਿੱਚ ਜਿਹੜਾ ਕੰਪਲੇਨੈਂਟ ਹੈ, ਕਿਉਂਕਿ ਉਹਨੇ ਲੌਗ ਬਣਾਏ ਆ, ਉਹਨੂੰ ਕੋਰਟ ਦੇ ਵਿੱਚ ਆ ਕੇ ਆਪਣੀ ਸਟੇਟਮੈਂਟ ਦੇਣੀ ਪੈਂਦੀ ਹੈ। ਸੋ ਇਸ ਚੀਜ਼ ਦਾ ਉਹਦੇ ਨੇਬਰਸ ਨੂੰ ਜਿਨ੍ਹਾਂ ਦੀ ਕੰਪਲੇਂਟ ਕੀਤੀ ਹੈ ਪਤਾ ਚੱਲਦਾ ਹੈ? ਡੈਫੀਨੇਟਲੀ ਜੀ, ਜਦੋਂ ਕੋਰਟ ਦੇ ਜਾ ਕੇ ਸਟੇਟਮੈਂਟ ਦੇਗਾ ਤਾਂ ਪਤਾ ਚੱਲੇਗਾ। ਸੋ ਦੋਸਤੋ, ਤੁਹਾਡੀ ਜਿਹੜੀ ਕੰਪਲੇਂਟ ਹੈ ਕਿਸੇ ਦੀ ਵੀ, ਗੁਆਂਢੀ ਦੀ ਹੈ, ਸਾਹਮਣੇ ਵਾਲੇ ਦੀ ਹੈ, ਕਿਸੇ ਹੋਰ ਚੀਜ਼ ਦੀ ਹੈ, ਉਹ ਵੈਸੇ ਤਾਂ ਗੁਪਤ ਹੈ, ਪਰ ਕਿਸੇ ਐਸੇ ਟੌਪਿਕ ਤੇ ਹੋ ਸਕਦਾ ਹੈ ਕਿ ਤੁਹਾਨੂੰ ਅੱਗੇ ਸਾਹਮਣੇ ਵੀ ਆਉਣਾ ਪਵੇ, ਬਟ ਮੋਸਟ ਆਫ ਦਾ ਟਾਈਮ ਇਟ ਇਜ਼ ਕੈਪਟ ਟੋਟਲੀ। ਸੋ ਇੱਥੇ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਸੰਜੇ ਜੀ, ਮੈਂ ਕਿਸੇ ਨੂੰ ਡਿਸਕਰੇਜ ਨਹੀਂ ਕਰਨਾ ਚਾਹੁੰਦਾ। ਸਿਰਫ ਜਿਹੜੀਆਂ ਨੋਇਜ਼ ਕੰਪਲੇਂਟ ਹੈਗੀਆਂ ਨੇ ਜਿਹਦੇ ਵਿੱਚ ਤੁਹਾਨੂੰ ਲੌਗ ਬਣਾਉਣਾ ਪੈਂਦਾ, ਜਾਂ ਕੋਈ ਰੈਫਿਊਜ਼ ਕਿ ਤੁਸੀਂ ਦੇਖਿਆ ਕਿ ਕੋਈ ਗੱਡੀ ਕਿਸੇ ਆਪਣੇ ਵੇਕੈਂਟ ਪਲਾਟ ਦੇ ਵਿੱਚ ਕਿਤੇ ਗੱਡੀ ਬੈਕ ਕਰਕੇ ਕੋਈ ਗਾਰਬੇਜ ਸੁੱਟਦਾ ਪਿਆ ਤੇ ਤੁਸੀਂ ਗੱਡੀ ਦਾ ਨੰਬਰ ਨੋਟ ਕਰ ਲਿਆ, ਤੇ ਤੁਹਾਨੂੰ ਕੱਲ ਨੂੰ ਸਾਨੂੰ ਜਦੋਂ ਤੁਸੀਂ ਸਾਨੂੰ ਸਟੇਟਮੈਂਟ ਦਿੰਦੇ ਹੋ ਤਾਂ ਤੁਹਾਨੂੰ ਕੋਰਟ ਦੇ ਵਿੱਚ ਆ ਕੇ ਵੀ ਦੇਣਾ ਪਏਗਾ। ਉਸ ਤੋਂ ਇਲਾਵਾ ਕਿਸੇ ਵੀ ਕੰਪਲੇਂਟ, ਕੋਈ ਵੀ ਤੁਸੀਂ ਕੰਪਲੇਂਟ ਕਰਦੇ ਹੋ 311 ਦੇ ਉੱਤੇ ਜਾਂ 311 ਦੇ ਐਪ ਦੇ ਉੱਤੇ, ਉਹਦੇ ਵਿੱਚ ਕੰਪਲੇਨੈਂਟ ਦੀ ਇਨਫੋਰਮੇਸ਼ਨ ਟੋਟਲੀ ਗੁਪਤ ਰੱਖੀ ਜਾਂਦੀ ਹੈ ਜੀ। ਗੁਪਤ ਰੱਖੀ ਜੀ। ਅਸੀਂ ਇਸ ਐਪ ਔਰ ਇਸ ਵੈਬਸਾਈਟ ਦੇ ਬਾਰੇ ਵੀ ਇਹਨਾਂ ਦੀ ਜ਼ਰੂਰ ਗੱਲ ਕਰਾਂਗੇ, ਕਿਉਂਕਿ ਬੜੀ ਕੰਮ ਦੀ ਚੀਜ਼ ਹੈ, ਉਸ ਨੂੰ ਜਾਣਨਾ ਉਹਦੇ ਬਾਰੇ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ। ਅਸੀਂ ਇਸੇ ਦਾ ਨੈਕਸਟ ਚੈਪਟਰ ਤੇ ਆਨੇ ਹਾਂ, ਲੀਗਲ ਸੈਕੰਡ ਯੂਨਿਟ ਡਵੈਲਿੰਗਸ ਜੀ। ਉਹ ਕੀ ਨੇ ਔਰ ਉਹ ਲੀਗਲ ਕਿਸ ਤਰ੍ਹਾਂ ਹੁੰਦੇ ਔਰ ਇਲੀਗਲ ਕਿਸ ਤਰ੍ਹਾਂ ਹੁੰਦੇ ਆ। ਸੋ ਦੇਖਣ ਦੇ ਵਿੱਚ ਆਇਆ ਜੀ, ਜਿਹੜੀਆਂ ਇਲੀਗਲ ਸੈਕੰਡ ਯੂਨਿਟ ਡਵੈਲਿੰਗ ਹੈਗੀ ਹੈ, ਇਹ ਮੋਸਟ ਆਫ ਦਾ ਟਾਈਮ ਜਿਹੜੀ ਹੈਗੀ ਹੈ ਇਹ ਬੇਸਮੈਂਟ ਦੇ ਵਿੱਚ ਹੁੰਦੀ ਹੈ। ਸੋ ਕੀ ਹੁੰਦਾ ਕਿ ਹਾਂ ਜੀ ਬੇਸਮੈਂਟ ਕਿਰਾਏ ਦੇ ਉੱਤੇ ਚੜੀ ਹੋਈ ਹੈ, ਮਗਰ ਉਹ ਸਿਟੀ ਦੇ ਨਾਲ ਰਜਿਸਟਰਡ ਨਹੀਂ ਹੈਗੀ। ਓਕੇ। ਸਿਟੀ ਦੇ ਵਿੱਚ ਜਿਹੜੀ ਰਜਿਸਟਰਡ ਬੇਸਮੈਂਟ ਹੋਏਗੀ ਉਹ ਬਕਾਇਦਾ ਉਹਦਾ ਰਿਕਾਰਡ ਰੱਖਿਆ ਜਾਂਦਾ, ਉਹਦੀਆਂ ਇਨਸਪੈਕਸ਼ਨਾਂ ਹੁੰਦੀਆਂ ਨੇ, ਬਿਲਡਿੰਗ ਕੋਡ ਐਕਟ, ਫਾਇਰ ਸੇਫਟੀ ਕੋਡ ਐਕਟ, ਇਲੈਕਟ੍ਰੀਕਲ ਸੇਫਟੀ ਕੋਡ ਐਕਟ। ਸੋ ਇਹ ਸਾਰਿਆਂ ਦੀ ਵੱਖ-ਵੱਖ ਟਾਈਮ ਦੇ ਉੱਤੇ ਇਹਨਾਂ ਦੀ ਇਨਸਪੈਕਸ਼ਨਸ ਹੁੰਦੀ ਹੈ। ਜਿਹੜੀ ਲੀਗਲ ਸੈਕੰਡ ਯੂਨਿਟ ਡਵੈਲਿੰਗ ਹੁੰਦੀ ਹੈ ਉਹ ਬਿਲਕੁਲ ਕੋਡ ਦੇ ਮੁਤਾਬਕ ਬਣਾਈ ਜਾਂਦੀ ਹੈ, ਉਹਦੇ ਵਿੱਚ ਪੂਰੇ ਸੇਫਟੀ ਪ੍ਰੀਕਾਸ਼ਨਸ ਇਸਤੇਮਾਲ ਕੀਤੇ ਹੁੰਦੇ ਆ, ਤੇ ਜਿਹੜੇ ਉਸ ਬੇਸਮੈਂਟ 'ਚ ਰਹਿੰਦੇ ਆ ਜਾਂ ਉਸ ਸੈਕੰਡ ਯੂਨਿਟ ਦੇ ਵਿੱਚ ਰਹਿੰਦੇ ਨੇ ਉਹ ਬਿਲਕੁਲ ਸੇਫ ਹੈਗੇ ਨੇ, ਤੇ ਉਹਨਾਂ ਦੇ ਆਸ-ਪਾਸ ਰਹਿਣ ਵਾਲੇ ਜਿਹੜੇ ਨਾਲ ਲੱਗਦੀਆਂ ਯੂਨਿਟਸ ਵੀ ਹੈਗੀਆਂ ਨੇ ਉਹ ਵੀ ਸੇਫ ਹੈ। ਓਕੇ। ਰਜਿਸਟਰਡ ਸੈਕੰਡ ਯੂਨਿਟ ਡਵੈਲਿੰਗਸ ਹੈਗੀਆਂ ਨੇ। ਇਹ ਕੋਈ ਵੀ ਬੰਦਾ ਜਾ ਕੇ ਸਿਟੀ ਆਫ ਬਰੈਂਪਟਨ ਦੀ ਵੈਬਸਾਈਟ www.brampton.ca ਖੋਲੇ, ਉਹਦੇ ਵਿੱਚ ਜਾ ਕੇ ਸੈਕੰਡ ਯੂਨਿਟ ਡਵੈਲਿੰਗਸ ਪਾਵੇ ਤੇ ਪੂਰੀ ਇੱਕ ਲਿਸਟ ਖੁੱਲ ਜਾਂਦੀ। ਉਹਦੇ ਵਿੱਚ ਪ੍ਰੋਪਰਟੀ ਦਾ ਐਡਰੈਸ, ਕਿਸ ਡੇਟ ਨੂੰ ਉਹ ਐਜ਼ ਸੈਕੰਡ ਯੂਨਿਟ ਬਣੀ ਹੈ, ਉਹ ਪੂਰਾ ਉਹਦੇ ਵਿੱਚ ਇਨਫੋਰਮੇਸ਼ਨ ਹੈਗੀ ਜੀ। ਸੋ ਇੱਕ ਪ੍ਰਾਪਰਟੀ, ਇੱਕ ਬੇਸਮੈਂਟ ਕੋਈ ਇਲੀਗਲ ਹੈ ਜਾਂ ਲੀਗਲ ਹੈ ਜੀ, ਉਹਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਵੀ ਉਹ ਤਾਂ ਘਰ ਦੇ ਅੰਦਰ ਹੈ, ਤੁਹਾਨੂੰ ਨਹੀਂ ਪਤਾ ਚੱਲ ਰਿਹਾ, ਤੁਹਾਨੂੰ ਜਾਂ ਤਾਂ ਕੋਈ ਕੰਪਲੇਂਟ ਕਰੇਗਾ ਤਾਂ ਪਤਾ ਚੱਲੇਗਾ, ਜਾਂ ਤੁਸੀਂ ਆਪਣੇ ਆਪ ਹੀ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹੋ ਇਸ ਬਾਰੇ? ਸੋ ਇਹਦੇ ਵਿੱਚ ਵੀ ਉਹੀ ਚੀਜ਼ ਹੈ ਜੀ ਕਿ ਕੰਪਲੇਂਟ ਡਰਿਵਨ ਜ਼ਿਆਦਾਤਰ ਹੁੰਦੀਆਂ ਨੇ। ਸੋ ਮਗਰ ਕੀ ਹੁੰਦਾ ਕਿ ਹਾਂ ਜੀ, ਹੁਣ ਅਸੀਂ
ਗਏ ਜੀ ਕਿ ਤੇ ਅਸੀਂ ਉਸ ਪ੍ਰਾਪਰਟੀ ਦੇ ਉੱਤੇ ਕੋਈ ਦੂਸਰੀ ਕੰਪਲੇਂਟ ਵਾਸਤੇ ਗਏ ਆ ਤੇ ਪਤਾ ਲੱਗਿਆ ਜੀ ਕਿ ਕੋਈ ਸਾਈਡ ਐਂਟਰੈਂਸ ਦੇ ਵਿੱਚੋਂ ਦੀ ਬਾਹਰ ਆ ਰਿਹਾ ਜਾਂ ਕੋਈ ਬਿਲੋ ਗ੍ਰੇਡ ਐਂਟਰੈਂਸ ਬਣੀ ਹੋਈ ਹੈ ਸਾਈਡ ਤੋਂ ਜਾਂ ਬੈਕਯਾਰਡ ਦੇ ਵਿੱਚ। ਓਕੇ। ਕਿਉਂਕਿ ਸਾਡੇ ਕੋਲ ਐਜ਼ ਅੰਡਰ ਮਿਊਨਿਸਪਲ ਐਕਟ ਸਾਡੇ ਕੋਲ ਪਾਵਰਸ ਹੈਗੀਆਂ ਨੇ ਕਿ ਅਸੀਂ ਪ੍ਰਾਪਰਟੀ ਦੇ ਵਿੱਚ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਅਸੀਂ ਓਨਰ ਦੀ ਸਾਨੂੰ ਰਜ਼ਾਮੰਦੀ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਕਿਸੇ ਵੀ ਪ੍ਰਾਪਰਟੀ ਦੇ ਵਿੱਚ ਜਾ ਸਕਦੇ ਬਾਹਰ ਉਹਨਾਂ ਦੇ ਜਾ ਸਕਦੇ ਹਾਂ। ਸਾਨੂੰ ਸਿਰਫ ਕੰਸੈਂਟ ਦੀ ਜ਼ਰੂਰਤ ਹੁੰਦੀ ਹੈ ਜਦੋਂ ਅਸੀਂ ਘਰ ਦੇ ਅੰਦਰ ਜਿੱਥੇ ਰਹਿੰਦੇ ਆ ਉਹਦੇ ਵਿੱਚ ਜਾਣਾ, ਤਾਂ ਸਾਨੂੰ ਪ੍ਰਾਪਰਟੀ ਓਨਰ ਜਿਹੜਾ ਵੀ ਜਾਂ ਆਕੂਪਾਇਰ ਹੁੰਦਾ ਉਹਦੀ ਜ਼ਰੂਰਤ ਹੁੰਦੀ ਹੈ ਜੀ, ਉਹਦੀ ਕੰਸੈਂਟ ਦੀ। ਜੇ ਕੋਈ ਪ੍ਰਾਪਰਟੀ ਓਨਰ ਜਾਂ ਰੈਜ਼ੀਡੈਂਟ ਉਸ ਹਾਊਸ ਦਾ ਜਿਹੜਾ ਹੈ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਾ ਦੇਵੇ ਤਾਂ ਕੀ ਕਰਦੇ ਹੋ? ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਦੇਖੋ ਜੀ, ਇੱਥੇ ਚਾਰਟਰ ਆਫ ਰਾਈਟਸ ਦੇ ਤਹਿਤ ਹਰੇਕ ਜਿਹੜਾ ਬੰਦਾ ਹੈਗਾ ਉਹਨੂੰ ਸਾਡੀ ਐਂਟਰੀ ਨੂੰ ਰਿਫਿਊਜ਼ ਕਰਨ ਦਾ ਹੱਕ ਹੈਗਾ। ਔਰ ਜੇ ਸਾਡੇ ਕੋਲ ਇੰਨਾ ਕੁ ਪ੍ਰੂਫ ਹੋਏਗਾ ਕਿ ਇੱਥੇ ਜੀ ਸੈਕੰਡ ਯੂਨਿਟ ਡਿਵੈਲਿੰਗ ਹੈਗੀ ਹੈ ਜਾਂ ਇੱਥੇ ਇੱਕ ਲੌਜਿੰਗ ਹਾਊਸ ਹੈਗਾ, ਤੇ ਜੇ ਉਹਦੇ ਵਿੱਚ ਉਹ ਸਾਨੂੰ ਐਕਸੈਸ ਵਾਸਤੇ ਰਿਫਿਊਜ਼ ਕਰਦੇ ਆ, ਅੰਦਰ ਆਉਣ ਤੋਂ ਮਨਾ ਕਰਦੇ ਆ, ਤਾਂ ਫਿਰ ਅਸੀਂ ਵਾਰੰਟ ਵਾਸਤੇ ਅਪਲਾਈ ਕਰਦੇ ਆ ਕਿ ਸਾਨੂੰ ਸਰਚ ਵਾਰੰਟ ਮਿਲਦਾ। ਸੋ ਸਰਚ ਵਾਰੰਟ ਲੈ ਕੇ ਅਸੀਂ ਪੁਲਿਸ ਦੇ ਨਾਲ ਔਰ ਲੌਕਸਮਿਥ ਦੇ ਨਾਲ ਜਾਂਦੇ ਆ ਜੀ ਉਸ ਪ੍ਰਾਪਰਟੀ ਤੇ ਜੇ ਪਹਿਲਾਂ ਅਸੀਂ ਬੈਲ ਵਗੈਰਾ ਮਾਰਦੇ ਆ, ਡੋਰ ਨੌਕ ਕਰਦੇ ਆ, ਅਗਰ ਕੋਈ ਰਿਸਪੌਂਡ ਨਹੀਂ ਕਰਦਾ ਤਾਂ ਜਿਹੜਾ ਲੌਕਸਮਿਥ ਹੈਗਾ ਉਹ ਸਾਡੇ ਵਾਸਤੇ ਉਹ ਲੌਕ ਖੋਲ ਦਿੰਦਾ ਤੇ ਅਸੀਂ ਆਪਣੀ ਇੰਸਪੈਕਸ਼ਨ ਕਰ ਲੈਂਦੇ। ਕਦੇ ਐਸਾ ਹੋਇਆ ਕਿ ਤੁਸੀਂ ਕਿਸੇ ਪ੍ਰਾਪਰਟੀ ਦੇ ਅੰਦਰ ਜਾਣਾ ਚਾਹ ਰਹੇ ਹੋ ਜਾਂ ਚਲੇ ਗਏ ਔਰ ਤੁਸੀਂ ਉਹਦੀ ਗਲਤੀ ਜਾਂ ਕਮੀ ਫੜ ਲਈ ਤੇ ਉਹਨਾਂ ਨੇ ਤੁਹਾਨੂੰ ਥ੍ਰੈਟ ਕੀਤਾ ਹੋਏ ਜਾਂ ਕਿਸ ਤਰੀਕੇ ਦਾ ਤੁਹਾਡੇ ਤੇ ਜ਼ੋਰ ਜ਼ਬਰਦਸਤੀ ਕੀਤੀ ਹੋਵੇ? ਬਿਲਕੁਲ ਜੀ, ਇਹ ਹੁੰਦਾ ਰਹਿੰਦਾ ਸਾਡੀ ਜੌਬ ਦੇ ਵਿੱਚ। ਸਾਡੀ ਜੌਬ ਦੇ ਵਿੱਚ ਥ੍ਰੈਟਸ ਵੀ ਮਿਲਦੀਆਂ ਨੇ, ਅਸੌਲਟ ਵੀ ਹੁੰਦਾ ਜੀ, ਬਟ ਜੋ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਉਹਨਾਂ ਦੇ ਉੱਤੇ ਹੁੰਦੀ ਹੈ ਜੀ। ਅਸੀਂ ਪੁਲਿਸ ਨੂੰ ਕਾਲ ਕਰਕੇ ਤੇ ਅਸੀਂ ਇਨਫੋਰਮ ਕਰਦੇ ਹਾਂ। ਓਕੇ। ਐਂਡ ਚਾਰजेस ਵੀ ਲੱਗੇ ਹੈਗੇ ਨੇ ਲੋਕਾਂ ਤੇ। मेरा डॉक्टर साहब बहुत छोटा ਜਿਹਾ ਸਵਾਲ ਹੈ ਪਰ ਅਹਿਮ ਹੈ ਜੀ ਕਿ ਜਿਹੜਾ ਤੁਹਾਡਾ ਬਾਇਲੋ ਆਫਿਸ ਹੈ ਸਿਟੀ ਆਫ ਬਰੈਂਪਟਨ ਦਾ ਜਾਂ ਕਿਸੇ ਵੀ ਸਿਟੀ ਦਾ ਔਰ ਉਸ ਰੀਜਨ ਦੀ ਪੁਲਿਸ ਦਾ ਜੀ, ਉਹਨਾਂ ਦੇ ਵਿੱਚ ਸਿਮਿਲੈਰਿਟੀ ਕੀ ਹੈ ਔਰ ਡਿਫਰੈਂਸ ਕੀ ਹੈ? ਸਰ ਡਿਫਰੈਂਸ ਬਹੁਤ ਹੈ ਜੀ। ਅਸੀਂ ਜਿਹੜੇ ਸਾਡੇ ਪੁਲਿਸ ਆਫਸਰਸ ਨੇ ਉਹ ਕ੍ਰਾਈਮ ਔਰ ਜਿਹੜਾ ਹੈਗਾ ਉਹਨੂੰ ਡੀਲ ਕਰਦੇ ਆ, ਉਹਨਾਂ ਦਾ ਮੇਜਰ ਵਰਕ ਉਹ ਹੈ, ਜਾਂ ਹਾਈਵੇ ਟ੍ਰੈਫਿਕ ਐਕਟ ਜਿਹੜਾ ਉਹਨਾਂ ਦਾ ਦੂਸਰਾ ਹੈਗਾ ਉਹਦੇ ਵਿੱਚ ਕਰਦੇ ਆ। ਬਾਕੀ ਉਹਨਾਂ ਦੇ ਕੋਲ ਵੀ ਪਾਵਰਸ ਹੈਗੀਆਂ ਨੇ ਕੋਈ ਕਿਸੇ ਵੀ ਬਾਇਲਾ ਨੂੰ ਐਨਫੋਰਸ ਕਰਨ ਦੀ, ਮਗਰ ਉਹਨਾਂ ਦੇ ਕੋਲ ਕਿਉਂਕਿ ਉਹ ਕ੍ਰਾਈਮ ਹੈਗਾ ਐਡਾ ਕਿ ਉਹ ਇਹਨੂੰ ਜਿਹੜਾ ਹੈਗਾ ਹੋਰ ਬਹੁਤ ਕੰਮ ਹੈਗੇ ਨੇ, ਤੇ ਉਹਦੇ ਵਾਸਤੇ ਜਿਹੜੇ ਬਾਕੀ ਸਿਟੀ ਦੀ ਜਿਹੜੀ ਸੁਰੱਖਿਆ ਸੇਫਟੀ ਵਾਸਤੇ ਜਿਹੜਾ ਹੈਗਾ ਐਨਫੋਰਸਮੈਂਟ ਅਫਸਰ ਹੁੰਦੇ ਨੇ, ਐਨਫੋਰਸਮੈਂਟ ਬਾਇਲਾ, ਉਹ ਡੀਲ ਕਰਦੇ ਜੀ ਇਹਦੇ ਨਾਲ। ਓਕੇ ਜੀ। ਤੁਹਾਨੂੰ ਲੋਕਾਂ ਤੋਂ ਕਿਸ ਤਰ੍ਹਾਂ ਦੀ ਜ਼ਿਆਦਾਤਰ ਤੋਂ ਕੰਪਲੇਂਟਾਂ ਆਉਂਦੀਆਂ ਰਿਗਾਰਡਿੰਗ ਬੇਸਮੈਂਟਸ ਔਰ ਸਮ ਅਦਰ ਇਸ਼ੂਜ਼? ਹਰ ਤਰ੍ਹਾਂ ਦੇ ਬਾਇਲਾ ਦੀਆਂ ਸਾਡੇ ਕੋਲ ਕੰਪਲੇਂਟਸ ਆਉਂਦੀਆਂ ਨੇ। ਲੈਟਸ ਟਾਕ ਅਬਾਊਟ ਕਿ ਤੁਹਾਡੀ ਜਿਹੜੀ ਇਹ ਇਲੀਗਲ ਔਰ ਲੀਗਲ ਬੇਸਮੈਂਟਸ ਦੇ ਬਾਰੇ ਜਿੱਦਾਂ ਕੰਪਲੇਂਟ ਆਉਂਦੀ ਹੈ ਕਿੱਦਾਂ ਦੀ ਆਉਂਦੀ ਹੈ, ਕੀ ਕਿਸ ਤਰ੍ਹਾਂ ਦੀ? ਸੋ ਇਹਦੇ ਵਿੱਚ ਕਈ ਵਾਰੀ ਤਾਂ ਲੈਂਡਲਾਰਡ ਔਰ ਟੈਨੈਂਟ ਦਾ ਡਿਸਪਿਊਟ ਚੱਲਦਾ ਜੀ। ਉਹਦੇ ਵਿੱਚ ਜਦੋਂ ਪਹਿਲਾਂ ਤਾਂ ਉਹ ਰਹੀ ਜਾਂਦੇ, ਜਦੋਂ ਕੋਈ ਡਿਸਪਿਊਟ ਹੋ ਗਿਆ ਫਿਰ ਉਹ ਕੰਪਲੇਂਟ ਕਰ ਦਿੰਦੇ ਆ ਜੀ ਸਾਡੀ ਇਹ ਬੇਸਮੈਂਟ ਜਿਹੜੀ ਹੈ ਜੀ ਇਲੀਗਲ ਹੈ, ਤੇ ਤਾਂ ਸਾਡੇ ਕੋਲ ਕੰਪਲੇਂਟ ਆ ਜਾਂਦੀ ਹੈ। ਜਾਂ ਹੁੰਦਾ ਜੀ ਕਿ ਹਾਂ ਜੀ ਆਂਢ ਗੁਆਂਢ ਜਿਹੜਾ ਹੁੰਦਾ ਉਹ ਕੰਪਲੇਂਟ ਕਰ ਦਿੰਦਾ, ਕੋਈ ਸਗਾ ਸੰਬੰਧੀ ਹੁੰਦਾ ਜੀ, ਰਿਸ਼ਤੇਦਾਰ ਦੋਸਤ ਮਿੱਤਰ ਹੁੰਦਾ ਜੀ, ਉਹ ਵੀ ਕੰਪਲੇਂਟ ਕਰ ਦਿੰਦਾ ਜੀ। ਸੋ ਕੰਪਲੇਂਟ ਜਿਹੜਾ ਕੰਪਲੇਨੈਂਟ ਹੈਗਾ ਕੋਈ ਵੀ ਹੋ ਸਕਦਾ, ਬਟ ਅਸੀਂ ਕਿਉਂਕਿ ਕੰਪਲੇਨੈਂਟ ਇਨਫੋਰਮੇਸ਼ਨ ਸਾਡੇ ਕੋਲ ਹੁੰਦੀ ਹੈ ਤੇ ਅਸੀਂ ਕਿਸੇ ਵੀ ਪ੍ਰਾਪਰਟੀ ਤੇ ਜਾਣ ਤੋਂ ਪਹਿਲਾਂ ਅਸੀਂ ਕੰਪਲੇਨੈਂਟ ਦੇ ਨਾਲ ਵੈਰੀਫਾਈ ਕਰਦੇ ਹਾਂ ਕਿ ਇਹ ਕੋਈ ਝੂਠੀ ਕੰਪਲੇਂਟ ਤਾਂ ਨਹੀਂ ਹੈਗੀ, ਕਿਉਂਕਿ ਅਸੀਂ ਕਿਸੇ ਦੇ ਘਰ ਦੇ ਅੰਦਰ ਜਾਣਾ ਹੈਗਾ ਤੇ ਸਾਡੇ ਕੋਲ ਇੰਨਾ ਕੁ ਜ਼ਰੂਰ ਹੋਣਾ ਚਾਹੀਦਾ ਕਿ ਹਾਂਜੀ ਅਸੀਂ ਪਹਿਲਾਂ ਇਹ ਉਹਨਾਂ ਦੇ ਨਾਲ ਕੰਪਲੇਨੈਂਟ ਦੇ ਨਾਲ ਗੱਲਬਾਤ ਕਰਕੇ ਅਸੀਂ ਇਹ ਵੈਰੀਫਾਈ ਕਰ ਲਈਏ ਕਿ ਇਹ ਜਿਹੜੀ ਕੰਪਲੇਂਟ ਹੈ ਝੂਠੀ ਹੈ ਕਿ ਬਾਕੀ ਇਹਦੇ ਵਿੱਚ ਕੁਝ ਦਮ ਜੀ। ਮੋਹਿਤ ਜੀ, ਜਿਸ ਤਰ੍ਹਾਂ ਕਿਸੇ ਹੋਮ ਓਨਰ ਨੇ ਆਪਣੀ ਬੇਸਮੈਂਟ ਨੂੰ ਬਣਾਉਣਾ ਹੈ ਜੀ, ਤੇ ਉਹਦੇ ਲਈ ਕੀ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ? ਦੂਜੀ ਗੱਲ ਇਹ ਹੈ ਕਿ ਜੇ ਕੋਈ ਹੋਮ ਓਨਰ ਚਾਹੁੰਦਾ ਹੈ ਕਿ ਮੈਂ ਬੇਸਮੈਂਟ ਨੂੰ ਆਪਣੇ ਆਪ ਤਿਆਰ ਕਰਾਂ ਜੀ, ਕਿਆ ਉਹ ਕਰ ਸਕਦਾ ਹੈ ਜਾਂ ਉਹਦੇ ਲਈ ਕੋਈ ਡੈਸਿਗਨੇਟਿਡ ਕੋਈ ਟੀਮ ਉਹਨੂੰ ਹਾਇਰ ਕਰਨੀ ਪੈਣੀ ਹੈ ਵਿਚ ਹੈਜ਼ ਬਿਨ ਡੈਸਿਗਨੇਟਿਡ ਬਾਈ ਦੀ ਸਿਟੀ ਆਫ ਬਰੈਂਪਟਨ, ਉਹੀ ਕਰ ਸਕਦੇ ਨੇ? ਸੋ ਬੜਾ ਵਧੀਆ ਸਵਾਲ ਹੈ ਜੀ, ਬਟ ਇਹਦੇ ਵਿੱਚ ਹੈਗਾ ਜੀ ਕਿ ਤੁਸੀਂ ਆਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਪੂਰੀ ਨੌਲੇਜ ਹੈਗੀ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਹਾਂ ਟੈਕਨੀਕਲ ਚੀਜ਼ਾਂ ਬਹੁਤ ਹੁੰਦੀਆਂ ਨੇ।
ਓਕੇ ਸੋ ਸਭ ਤੋਂ ਪਹਿਲਾ ਜਿਹੜਾ ਸਟੈਪ ਹੁੰਦਾ ਜੀ ਉਹਦੇ ਵਿੱਚ ਹੁੰਦਾ ਕਿ ਇੱਕ ਤੁਹਾਨੂੰ ਨਕਸ਼ਾ ਬਣਾਉਣਾ ਪੈਂਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਬੇਸਮੈਂਟ ਬਣਾ ਰਹੇ ਹੋ। ਜੇ ਤੁਹਾਡੇ ਕੋਲ ਆਲਰੇਡੀ ਐਗਜ਼ਿਸਟਿੰਗ ਬੇਸਮੈਂਟ ਹੈਗੀ ਆ ਤਾਂ ਤੁਹਾਨੂੰ ਉਸ ਦਾ ਨਕਸ਼ਾ ਬਣਾ ਕੇ ਸਬਮਿਟ ਕਰਨਾ ਪੈਂਦਾ ਸਿਟੀ ਦੇ ਵਿੱਚ। ਉਹਦੇ ਨਾਲ ਐਪਲੀਕੇਸ਼ਨ ਫਾਰਮ ਹੁੰਦਾ ਹੈ ਔਰ ਉਹਦੇ ਨਾਲ ਸਰਵੇ ਦੀ ਕਾਪੀ ਹੁੰਦੀ ਹੈ ਔਰ ਜਿਹੜਾ ਉੱਪਰ ਪੋਰਸ਼ਨ ਹੁੰਦਾ ਘਰ ਦਾ, ਠੀਕ ਹੈ ਜੀ। ਜਿਵੇਂ ਹੁਣ ਆਪਾਂ ਜੇ ਬੇਸਮੈਂਟ ਮੈਂ ਰਜਿਸਟਰ ਕਰਾ ਰਹੇ ਹਾਂ ਐਜ਼ ਅ ਸੈਕੰਡ ਯੂਨਿਟ, ਤਾਂ ਜਿਹੜਾ ਉੱਪਰਲਾ ਫਲੋਰ ਪਲਾਨ ਹੈਗਾ ਉਹ ਵੀ ਨਾਲ ਸਬਮਿਟ ਹੁੰਦਾ। ਓਕੇ ਸੋ ਉਹਦੇ ਵਿੱਚ ਕੀ ਹੁੰਦਾ ਕਿ ਹਾਂਜੀ ਕਿਉਂਕਿ ਇਹ ਨਕਸ਼ਾ ਹੈਗਾ ਤਾਂ ਉਹ ਆਮ ਬੰਦਾ ਜਿਹੜਾ ਹੈਗਾ ਉਸ ਚੀਜ਼ ਨੂੰ ਨਹੀਂ ਬਣਾ ਪਾਉਂਦਾ। ਸੋ ਪ੍ਰੈਫਰੈਂਸ ਇਹੀ ਹੁੰਦੀ ਹੈ ਕਿ ਤੁਸੀਂ ਕੋਈ ਆਰਕੀਟੈਕਟ ਹਾਇਰ ਕਰੋ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ AutoCAD ਦੇ ਉੱਪਰ ਉਹਨੂੰ ਨਕਸ਼ਾ ਬਣਾ ਕੇ ਦੇ ਜੀ, ਸਕੇ, ਤਾਂ ਕਿ ਜਿਹੜੀਆਂ ਮੈਜਰਮੈਂਟਸ ਇਹਦੇ ਵਿੱਚ ਬਹੁਤ ਮੈਟਰ ਕਰਦੀਆਂ ਨੇ ਜੀ। ਕਿਉਂਕਿ ਬਿਲਡਿੰਗ ਕੋਡ ਐਕਟ ਦੇ ਵਿੱਚ ਕਈ ਚੀਜ਼ਾਂ ਦੀ ਹਾਈਟ ਵਿਡਥ ਜਿਹੜੀ ਹੁੰਦੀ ਹੈ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਸੋ ਇਸ ਕਰਕੇ ਸੋ ਦੋਸਤੋ, ਜੇ ਤੁਸੀਂ ਆਪਣੀ ਬੇਸਮੈਂਟ ਬਣਾਉਣਾ ਚਾਹੁੰਦੇ ਹੋ, ਲੀਗਲ ਬੇਸਮੈਂਟ ਨੂੰ ਤਿਆਰ ਕਰਨਾ ਚਾਹੁੰਦੇ ਹੋ, ਤੁਸੀਂ ਆਪ ਵੀ ਤਿਆਰ ਕਰ ਸਕਦੇ ਹੋ, ਪਰ ਤੁਹਾਨੂੰ ਉਹਦੇ ਲਈ ਪ੍ਰੋਪਰ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਤੁਹਾਨੂੰ ਇਹਨਾਂ ਦੀ ਵੈਬਸਾਈਟ ਤੇ ਸਾਰਾ ਕੁਝ ਇਨਫੋਰਮੇਸ਼ਨ ਮਿਲ ਜਾਂਦੀ ਹੈ। ਇੱਕ ਹੋਰ ਤੁਸੀਂ ਚੀਜ਼ ਦੱਸ ਰਹੇ ਸੀਗੇ ਕਿ ਤੁਹਾਡੇ ਲਈ ਆਰਕੀਟੈਕਟ ਇੱਕ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਉਸ ਨੂੰ ਉਹਦੀ AutoCAD ਡਰਾਇੰਗ ਬਣਾ ਕੇ ਤੁਹਾਨੂੰ ਦੇਵੇ ਜੀ, ਉਸ ਨੂੰ ਤੁਸੀਂ ਫੋਲੋ ਕਰੋ ਜੀ। ਵੈਰੀ ਗੁੱਡ। ਡਾਕਟਰ ਸਾਹਿਬ, ਇੱਕ ਨਵਾਂ ਇੱਕ ਐਕਟ ਸ਼ੁਰੂ ਕੀਤਾ ਹੈਗਾ ਸਰਕਾਰ ਨੇ। ਇਟ ਇਜ਼ ਨਾਟ ਐਨ ਐਕਟ, ਮਾਈ ਹੋਮ ਸੈਕੰਡ ਯੂਨਿਟ ਰੈਨੋਵੇਸ਼ਨ ਪਾਇਲਟ ਪ੍ਰੋਗਰਾਮ ਜੀ। ਆ ਕੀ ਹੈ? ਸੋ ਇਹ ਰੀਜਨ ਆਫ ਪੀਲ ਵੱਲੋਂ ਸ਼ੁਰੂ ਕੀਤਾ ਗਿਆ ਜੀ। ਇਹ ਹਰ ਸਾਲ ਹੁੰਦਾ, ਫਸਟ ਕਮ ਫਸਟ ਸਰਵ ਬੇਸਿਸ ਦੇ ਉੱਤੇ ਹੁੰਦਾ ਜੀ। ਇਹਦੇ ਵਿੱਚ ਇਨਕਮ ਕ੍ਰਾਈਟੇਰੀਆ ਹੁੰਦਾ ਕਿ ਤੁਹਾਡੀ ਫੈਮਿਲੀ ਇਨਕਮ ਜਿਹੜੀ ਹੈਗੀ ਆ ਐਕਸ ਅਮਾਊਂਟ ਤੱਕ ਹੋਏਗੀ, ਠੀਕ ਹੈ ਜੀ। ਜੇ ਤੁਸੀਂ ਉਹਦੇ 'ਚ ਕੁਆਲੀਫਾਈਂਗ ਕ੍ਰਾਈਟੇਰੀਆ ਹੈਗਾ ਇਹਦੇ ਵਿੱਚ, ਜਿਸ ਤਰ੍ਹਾਂ ਕਿ $20,000 ਤੱਕ ਦਾ ਜਿਹੜਾ ਲੋਨ ਹੈ, ਜਿਹੜਾ ਇੰਟਰਸਟ ਫ੍ਰੀ ਦਿੱਤਾ ਜਾਂਦਾ ਹੈ, ਉਹ ਕਿਉਂ ਦਿੱਤਾ ਜਾਂਦਾ ਹੈ, ਉਹਦੀ ਕੀ ਰਿਕੁਆਇਰਮੈਂਟਸ ਨੇ, ਔਰ ਪਲੱਸ ਉਹਦੇ ਤੇ ਕੋਈ ਇੰਟਰਸਟ ਹੈ ਜਾਂ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਜ਼ਰਾ ਤੁਸੀਂ ਪਲੀਜ਼ ਦੱਸੋਗੇ। ਸੋ ਇਹ ਜਿਹੜਾ ਹੈਗਾ ਜੀ ਰੀਜਨ ਆਫ ਪੀਲ ਦਿੰਦਾ, ਇਹ ਉਹਨਾਂ ਦਾ ਪ੍ਰੋਗਰਾਮ ਹੈ, ਇਹ ਸਿਟੀ ਦਾ ਪ੍ਰੋਗਰਾਮ ਨਹੀਂ ਹੈ, ਇਹ ਰੀਜਨ ਆਫ ਪੀਲ ਦਾ ਪ੍ਰੋਗਰਾਮ ਹੈ। ਮੈਂ ਵੀ ਇਹਨੂੰ ਪੜ੍ਹਿਆ ਜੀ ਤਾਂ ਮੈਨੂੰ ਇਹਦੀ ਨੌਲੇਜ ਹੈਗੀ ਹੈ, ਬਟ ਮੈਂ ਐਕਸਪਰਟ ਨਹੀਂ ਹੈਗਾ। ਜੇ ਕਿਸੇ ਨੇ ਇਹਦੇ ਬਾਰੇ ਬਿਲਕੁਲ ਐਗਜ਼ੈਕਟ ਜਾਣਕਾਰੀ ਲੈਣੀ ਹੈ ਉਹ ਰੀਜਨ ਆਫ ਪੀਲ ਦੀ ਵੈਬਸਾਈਟ ਤੇ ਵੀ ਜਾ ਸਕਦੇ ਆ। ਰੀਜਨ ਆਫ ਪੀਲ ਦਾ ਇੱਕ ਨੰਬਰ ਹੈਗਾ 905 791 7800, ਐਕਸਟੈਂਸ਼ਨ ਹੈਗੀ ਹੈ 8032, ਔਰ ਜਾਂ ਈਮੇਲ ਕਰ ਸਕਦੇ ਆ ਸੈਕੰਡ ਯੂਨਿਟਸ ਪ੍ਰੋਗਰਾਮ, ਇੱਕੋ ਵਰਡ ਹੈ ਸੈਕੰਡ ਯੂਨਿਟਸ ਪ੍ਰੋਗਰਾਮ @peelregion.ca। ਇਸ ਦੇ ਉੱਪਰ ਤੁਸੀਂ ਈਮੇਲ ਕਰਕੇ ਉਹਨਾਂ ਦੇ ਕੋਲੋਂ ਦੀ ਹੋਰ ਜਾਣਕਾਰੀ ਲੈ ਸਕਦੇ ਹੋ, ਜਿਹਦੇ ਵਿੱਚ ਇਹਦੇ ਵਿੱਚ ਹੈਗਾ ਕਿ ਇਨਕਮ ਕ੍ਰਾਈਟੇਰੀਆ ਹੈਗਾ ਕੁਝ $1,10,000 ਦੀ ਤੁਹਾਡੀ ਫੈਮਿਲੀ ਇਨਕਮ ਹੋਣੀ ਚਾਹੀਦੀ ਹੈ। ਇਹ ਫੋਰਗਿਵੇਬਲ ਲੋਨ ਹੈ ਜੀ। ਸੋ ਇਹ ਸਰਕਾਰ ਨੇ, ਉਹਨਾਂ ਨੇ ਰੀਜਨ ਨੇ ਵਾਪਸ ਨਹੀਂ ਲੈਣਾ ਜੇ ਤੁਸੀਂ ਇਹਨੂੰ, ਔਰ ਇਹਦੇ ਵਿੱਚ ਕੀ ਹੈਗਾ ਕਿ ਤੁਹਾਡੀ ਜਿਹੜੀ ਬੇਸਮੈਂਟ ਆਲਰੇਡੀ ਬਣੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਕਿ ਤੁਸੀਂ ਨਵੀਂ ਬੇਸਮੈਂਟ ਲਈ ਨਹੀਂ ਦਿੱਤਾ ਜਾ ਰਿਹਾ, ਨਵੀਂ ਸਿਰਫ ਐਗਜ਼ਿਸਟਿੰਗ ਬੇਸਮੈਂਟ ਵਾਸਤੇ ਹੈਗਾ, ਤਾਂ ਕਿ ਉਹਨੂੰ ਤੁਸੀਂ ਲੀਗਲਾਈਜ਼ ਕਰਾਓ ਤੇ ਉਹਨੂੰ ਤੁਹਾਨੂੰ ਰੈਂਟ ਦੇ ਉੱਤੇ ਚਾੜਨਾ ਪਏਗਾ। ਉਹਦੇ ਵਾਸਤੇ ਵੀ ਇਨਕਮ ਕ੍ਰਾਈਟੇਰੀਆ ਕਿ ਤੁਸੀਂ 10 ਸਾਲ ਵਾਸਤੇ ਉਸ ਬੇਸਮੈਂਟ ਨੂੰ ਤੁਸੀਂ ਉਹਨਾਂ ਬੰਦਿਆਂ ਨੂੰ ਤੁਸੀਂ ਰੈਂਟ ਤੇ ਦਿਓਗੇ ਜਿਨ੍ਹਾਂ ਦੀ ਫੈਮਿਲੀ ਇਨਕਮ ਆਈ ਥਿੰਕ $65,000 ਤੋਂ ਘੱਟ ਹੋਵੇ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ, ਮਾਈ ਹੋਮ ਸੈਕੰਡ ਯੂਨਿਟ ਰੈਨੋਵੇਸ਼ਨ ਪਾਇਲਟ ਪ੍ਰੋਗਰਾਮ ਰੀਜਨ ਆਫ ਪੀਲ ਨੇ ਇੰਟਰੋਡਿਊਸ ਕੀਤਾ ਹੈਗਾ। ਇਸ ਦੇ ਤਹਿਤ ਤੁਹਾਨੂੰ $20,000 ਦਾ ਲੋਨ ਜਿਹੜਾ ਕਿ ਇੰਟਰਸਟ ਫ੍ਰੀ ਹੈ, ਔਰ ਉਹਦੀ ਕੁਝ ਰਿਕੁਆਇਰਮੈਂਟਸ ਨੇ ਜੋ ਕਿ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਤੁਹਾਡੀ ਬੇਸਮੈਂਟ ਆਲਰੇਡੀ ਕੰਸਟਰਕਟਡ ਹੋਣੀ ਚਾਹੀਦੀ ਹੈ, ਨਵੀਂ ਬੇਸਮੈਂਟ ਲਈ ਇਹ ਨਹੀਂ ਐਪਲੀਕੇਬਲ, ਔਰ ਤੁਸੀਂ ਆਪਣੀ ਪੁਰਾਣੀ ਬੇਸਮੈਂਟ ਨੂੰ ਕਨਵਰਟ ਕਰ ਸਕਦੇ ਹੋ ਲੀਗਲ ਬੇਸਮੈਂਟ ਦੇ ਵਿੱਚ। ਬਿਲਕੁਲ। ਸੋ ਇਹ ਬਹੁਤ ਇੰਪੋਰਟੈਂਟ ਹੈ। ਇਸ ਤੇ ਤੁਸੀਂ 20,000 ਤੋਂ 30,000 ਤੱਕ ਦਾ ਤੁਹਾਡਾ ਜਿਹੜਾ ਲੋਨ ਹੈ ਵਿਚ ਇਜ਼ ਟੋਟਲੀ ਇੰਟਰਸਟ ਫ੍ਰੀ। ਸ਼ਾਇਦ ਤੁਸੀਂ ਕਹਿ ਰਹੇ ਹੋ ਕਿ ਵਾਪਸ ਵੀ ਨਹੀਂ ਦੇਣਾ। ਹਾਂਜੀ, ਇਹਦੇ ਵਿੱਚ ਜਿਹੜਾ ਹੈਗਾ ਜੋ ਮੈਂ ਪੜ੍ਹਿਆ ਜੀ ਉਹ ਇਹਦੇ ਵਿੱਚ ਇਹੀ ਹੈ ਕਿ ਹਾਂਜੀ ਇਹਨੂੰ ਜਿਹੜਾ ਹੈਗਾ ਜੇ ਤੁਸੀਂ 10 ਸਾਲ ਤੱਕ ਜਿਹੜਾ ਹੈਗਾ ਆਪਣਾ ਉਸ ਬੇਸਮੈਂਟ ਨੂੰ ਤੁਸੀਂ ਉਸ ਕਿਰਾਏਦਾਰ ਨੂੰ ਦਿੰਦੇ ਹੋ ਜਿਹੜੇ ਕਿਰਾਏਦਾਰਾਂ ਦੀ ਫੈਮਿਲੀ ਇਨਕਮ 65,000 ਤੋਂ ਘੱਟ ਹੈਗੀ ਹੈ, ਤਾਂ ਤੁਸੀਂ ਜਿਹੜਾ ਹੈਗਾ ਇਹ ਲੋਨ ਜਿਹੜਾ ਹੈਗਾ ਤੁਹਾਨੂੰ ਵਾਪਸ ਨਹੀਂ ਕਰਨ ਦੀ ਜ਼ਰੂਰਤ ਹੈ। ਅਸੀਂ ਹੁਣ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਮੈਂ ਹਾਂ ਸੰਜੇ ਪਾਵਾ, ਐਡੀਟਰ ਇਨ ਚੀਫ ਦੀ ਵੌਇਸ ਆਫ ਕੈਨੇਡਾ ਨਿਊਜ਼ਪੇਪਰ।
ਦ ਵੌਇਸ ਆਫ ਕੈਨੇਡਾ ਟਾਕ ਸ਼ੋਅ ਦਾ ਹੋਸਟ, ਔਰ ਸਾਡੇ ਨਾਲ ਗੁਫ਼ਤਗੂ ਕਰ ਰਹੇ ਨੇ ਸਿਟੀ ਆਫ ਬਰੈਂਪਟਨ ਤੋਂ ਮਿਸਟਰ ਮੋਹਿਤ ਡੈਂਗ। ਔਰ ਤੁਹਾਡੀ ਕੋਈ ਵੀ ਰਿਕੁਆਇਰਮੈਂਟ, ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਸਿਟੀ ਆਫ ਬਰੈਂਪਟਨ ਤੋਂ, ਮਿਸਟਰ ਡੈਂਗ ਤੋਂ, ਕੋਈ ਤੁਹਾਡਾ ਸਵਾਲ ਹੈ, ਕੋਈ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਕੋਈ ਕੁਐਰੀ ਹੈਗੀ ਹੈ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ canadatvc@gmail.com, canadatvc@gmail.com, ਔਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 647-355-3300। ਤੁਸੀਂ ਕਿਸੇ ਤਰ੍ਹਾਂ ਦੀ ਵੀ ਐਡਵਰਟਾਈਜ਼ਮੈਂਟ, ਕੋਈ ਤੁਹਾਡਾ ਨਿਊਜ਼, ਕੋਈ ਮੀਡੀਆ ਪਾਰਟਨਰਸ਼ਿਪ ਲਈ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਇਸੇ ਫੋਨ ਨੰਬਰ ਤੇ, ਇਸੇ ਈਮੇਲ ਆਈਡੀ ਤੇ 647-355-3300, canadatvc@gmail.com। ਮੋਹਿਤ ਜੀ, ਸਾਡੇ ਸਰੋਤਿਆਂ ਨੂੰ ਤੁਸੀਂ ਇਹ ਜ਼ਰੂਰ ਦੱਸੋ ਕਿ ਤੁਹਾਡੀ ਜਿਹੜੀ 311 ਐਪ ਹੈ, ਵੈਬਸਾਈਟ ਹੈ, ਉਹਦਾ ਵਰਤੋਂ ਕਿੱਦਾਂ ਕੀਤਾ ਜਾਂਦਾ ਹੈ। 311 ਜਿਹੜੀ ਐਪ ਹੈ ਜਾਂ ਵੈਬਸਾਈਟ ਹੈ, ਉਹ ਇੰਨੀ ਵਧੀਆ ਚੀਜ਼ ਹੈ, ਡਿਵੈਲਪ ਕੀਤੀ ਗਈ ਕਿ ਕਿਸੇ ਨੇ ਕੋਈ ਵੀ ਕਾਰਜ ਕਰਨਾ ਹੈ, ਕੋਈ ਕੰਮ ਕਰਨਾ ਹੈ ਰਿਲੇਟਡ ਟੂ ਸਿਟੀ ਆਫ ਬਰੈਂਪਟਨ, ਉਹ ਆਪਣੀ ਐਪ ਖੋਲ੍ਹਣ, ਉਸ ਦੇ ਵਿੱਚ ਚਲੇ ਜਾਣ ਔਰ ਐਪ ਦੇ ਵਿੱਚ ਹੀ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਕਿਸੇ ਦੀ ਕੋਈ ਕੰਪਲੇਂਟ ਕਰਨੀ ਹੈ, ਤੁਹਾਡੀ ਬਿਲਕੁਲ ਜਿਹੜੀ ਕੰਪਲੇਂਟ ਹੈ ਗੁਪਤ ਰੱਖੀ ਜਾਂਦੀ ਹੈ, ਔਰ ਤੁਸੀਂ ਯੂ ਡੋਂਟ ਹੈਵ ਟੂ ਵੇਟ, ਤੁਹਾਨੂੰ ਫੋਨ ਕਰਕੇ ਕਿਤੇ ਵੇਟ ਕਰਨ ਦੀ ਲੋੜ ਨਹੀਂ, ਆਪਰੇਟਰ ਨਾਲ ਗੱਲ ਕਰਨ ਦੀ ਲੋੜ ਨਹੀਂ, ਤੁਸੀਂ ਸਟ੍ਰੇਟ ਅਵੇ ਵੈਬਸਾਈਟ ਤੇ ਜਾਂ ਤੁਸੀਂ ਐਪ ਤੇ ਇਸ ਨੂੰ ਲੌਂਚ ਕਰ ਸਕਦੇ ਹੋ, ਜਾਂ ਆਪਣਾ ਕੋਈ ਵੀ ਕੰਮ ਹੈ ਉਸ ਤੇ ਤੁਸੀਂ ਚੈੱਕ ਕਰ ਸਕਦੇ ਹੋ। ਸੋ ਕਾਈਂਡਲੀ ਤੁਸੀਂ ਸਾਡੇ ਵਿਊਅਰਸ ਨੂੰ, ਰੀਡਰਸ ਨੂੰ ਔਰ ਸਰੋਤਿਆਂ ਨੂੰ ਸਾਰਿਆਂ ਨੂੰ ਇਹ ਜ਼ਰੂਰ ਦੱਸੋ ਕਿ ਇਸ ਦਾ ਵਰਤੋਂ ਕਿੱਦਾਂ ਕਰਨਾ ਹੈ, ਕਿਉਂਕਿ ਅੱਜ ਦੀ ਜਿਹੜੀ ਟੈਕਨੋਲੋਜੀ ਦਾ ਯੂਜ਼ ਹੋਣਾ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਜੀ, ਕੋਈ ਵੀ ਜਿਹੜਾ ਹੈਗਾ ਸਿਟੀ ਆਫ ਬਰੈਂਪਟਨ ਦੇ ਵਿੱਚ ਜਿਹੜੀ ਕੰਪਲੇਂਟ ਹੈਗਾ, ਉਹ ਫੋਨ ਰਾਹੀਂ ਵੀ ਦਰਜ ਕਰਾ ਸਕਦਾ ਹੈ, ਐਪ ਰਾਹੀਂ ਦਰਜ ਕਰਾ ਸਕਦਾ, ਜਾਂ ਈਮੇਲ ਵੀ ਕਰ ਸਕਦਾ। ਸੋ ਜੇ ਤਾਂ ਤੁਸੀਂ ਬਰੈਂਪਟਨ ਦੇ ਅੰਦਰ ਹੀ ਹੈਗੇ ਹੋ, ਤੁਸੀਂ 311 ਡਾਇਲ ਕਰ ਸਕਦੇ ਹੋ ਆਪਣੇ ਫੋਨ ਤੋਂ। ਜੇ ਤੁਸੀਂ ਬਰੈਂਪਟਨ ਤੋਂ ਬਾਹਰ ਚਲੇ ਗਏ ਹੋ ਔਰ ਤੁਸੀਂ ਕੰਪਲੇਂਟ ਕਰਨਾ ਚਾਹੁੰਦੇ ਹੋ, ਤਾਂ ਨੰਬਰ ਹੈਗਾ ਫੋਨ ਦਾ 905-874-2000। ਤੁਸੀਂ ਇਹਦੇ ਰਾਹੀਂ ਵੀ ਕੰਪਲੇਂਟ ਕਰ ਸਕਦੇ ਹੋ। ਉਸ ਤੋਂ ਇਲਾਵਾ ਈਮੇਲ ਕਰ ਸਕਦੇ ਹੋ enforcement@brampton.ca ਤੇ। ਜੇ ਤੁਸੀਂ ਕੋਈ ਵੀ ਕੰਪਲੇਂਟ ਕਰਨੀ ਹੈ, ਉਹਦੇ ਵਿੱਚ ਤੁਹਾਨੂੰ ਆਪਣੀ ਜਿਹੜਾ ਹੈਗਾ ਨਾਮ, ਐਡਰੈਸ ਤੇ ਫੋਨ ਨੰਬਰ ਦੇਣਾ ਜ਼ਰੂਰੀ ਹੈ। ਸਾਰੀ ਇਨਫੋਰਮੇਸ਼ਨ ਕੌਨਫੀਡੈਂਸ਼ੀਅਲ ਰੱਖੀ ਜਾਂਦੀ ਹੈ, ਸੁਰੱਖਿਅਤ ਰੱਖੀ ਜਾਂਦੀ ਹੈ, ਕਿਸੇ ਦੇ ਨਾਲ ਸ਼ੇਅਰ ਨਹੀਂ ਕੀਤੀ ਜਾਂਦੀ। ਇਹ ਗੁਪਤ ਇਨਫੋਰਮੇਸ਼ਨ ਹੁੰਦੀ ਹੈ ਜੋ ਕਿ ਸਿਰਫ ਜਿਹੜਾ ਆਫੀਸਰ ਇਨਵੈਸਟੀਗੇਟ ਕਰ ਰਿਹਾ ਉਹਦੇ ਤੱਕ ਹੀ ਰਹਿੰਦੀ ਹੈ। ਉਸ ਤੋਂ ਇਲਾਵਾ ਹੁਣ ਟੈਕਨੋਲੋਜੀ, ਜਿਵੇਂ ਸੰਜੇ ਜੀ ਨੇ ਕਿਹਾ ਕਿ ਐਡਵਾਂਸ ਹੋਈ ਹੈ, ਤੇ ਸਿਟੀ ਆਫ ਬਰੈਂਪਟਨ ਨੇ ਇੱਕ ਐਪ ਡਿਵੈਲਪ ਕੀਤਾ ਹੈ ਸਮਾਰਟਫੋਨਸ ਵਾਸਤੇ, 311 ਬਰੈਂਪਟਨ ਐਪ। ਇਹਦੇ ਵਿੱਚ ਅੱਗੇ ਕੀ ਹੁੰਦਾ ਸੀ, ਸਾਡੇ ਕੋਲ ਕੰਪਲੇਂਟ ਬਹੁਤ ਆਉਂਦੀ ਸੀ ਕਿ ਲੋਕੀ 311 ਕਾਲ ਕਰਦੇ ਆ ਤੇ ਉੱਥੇ ਤੁਹਾਨੂੰ ਉਹਨਾਂ ਨੂੰ ਅੱਧਾ ਘੰਟਾ ਵੇਟ ਕਰਨੀ ਪੈਂਦੀ ਹੈ, ਕਿਉਂਕਿ ਜਿਹੜੇ ਸਰਵਿਸ ਰੈਪ ਹੁੰਦੇ ਸੀਗੇ ਉਹ ਬਿਜ਼ੀ ਸੀਗੇ। ਹੁਣ ਕੀ ਹੈਗਾ, ਉਹ ਬਹੁਤ ਆਸਾਨ ਹੋ ਗਿਆ। ਤੁਸੀਂ 311 ਐਪ ਦੇ ਉੱਤੇ ਜਾਓ, ਜਿਸ ਵੀ ਮੁਤਲਕ ਪਾਰਕਿੰਗ ਦੀ ਕੰਪਲੇਂਟ ਹੈ, ਪ੍ਰਾਪਰਟੀ ਸੰਬੰਧੀ ਕੰਪਲੇਂਟ ਹੈ, ਕੋਵਿਡ ਸੰਬੰਧੀ ਕੰਪਲੇਂਟ ਹੈ, ਡੌਗ ਬਾਰੇ ਕੋਈ, ਐਨੀਮਲਸ ਬਾਰੇ ਕੋਈ ਕੰਪਲੇਂਟ, ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਹੈਗੀ, ਉਹ ਤੁਸੀਂ ਐਪ ਦੇ ਉੱਪਰ ਜਾ ਕੇ ਤੁਸੀਂ ਦਰਜ ਕਰ ਸਕਦੇ ਹੋ। ਉਹਦੇ ਵਿੱਚ ਵੀ ਇਨਫੋਰਮੇਸ਼ਨਸ, ਕਿੱਥੇ ਉਹ offense ਹੋ ਰਿਹਾ, ਕਿਸ ਤਰ੍ਹਾਂ ਦਾ offense ਹੈ, ਤੇ ਤੁਹਾਡੀ ਇਨਫੋਰਮੇਸ਼ਨ ਕੀ ਹੈ, ਉਹ ਮੰਗੀ ਜਾਂਦੀ ਹੈ। ਐਂਡ ਇਹ ਬਹੁਤ, ਔਰ ਨਾਲ ਦੀ ਨਾਲ ਹੀ ਜਿਹੜਾ ਹੈਗਾ ਉੱਥੇ ਆਫਿਸਰ ਡਿਸਪੈਚ ਹੋ ਜਾਏਗਾ। ਇਸ ਐਪ ਰਾਹੀਂ ਇੱਕ ਹੋਰ ਹੈਗਾ ਕਿ ਤੁਹਾਨੂੰ ਇੱਕ ਕੰਪਲੇਂਟ ਦਾ ਨੰਬਰ ਦਿੱਤਾ ਜਾਂਦਾ ਹੈ, ਜਿਹਨੂੰ ਕਹਿੰਦੇ ਆ ਕੋਬੀ ਨੰਬਰ, COBI ਤੇ ਅੱਗੇ ਨੰਬਰ ਹੁੰਦਾ, ਜੋ ਕਿ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਐਪ ਡਾਊਨਲੋਡ ਕੀਤਾ, ਉਹ ਐਪ ਦੇ ਵਿੱਚ ਹੀ ਤੁਹਾਡਾ ਰਹਿੰਦਾ। ਕੱਲ ਨੂੰ ਤੁਸੀਂ ਉਸ ਕੰਪਲੇਂਟ ਦੀ ਜਾਣਕਾਰੀ ਲੈਣੀ ਹੈ ਕਿ ਉਸ ਕੰਪਲੇਂਟ ਬਾਰੇ ਕੀ ਬਣਿਆ, ਕੀ ਹੋਇਆ, ਤਾਂ ਤੁਸੀਂ ਉਹ ਰੈਫਰੈਂਸ ਨੰਬਰ, ਕੋਬੀ ਨੰਬਰ ਦੇ ਕੇ ਤੁਸੀਂ ਆਫਿਸਰ ਦੇ ਨਾਲ, ਜਾਂ ਤੁਸੀਂ ਸੁਪਰਵਾਈਜ਼ਰ ਨਾਲ, ਜਾਂ ਸਾਡੇ ਕਾਲ ਸੈਂਟਰ ਸਰਵਿਸ ਤੋਂ ਵੀ ਜਿਹੜੀ ਹੈਗੀ ਹੈ, ਤੁਸੀਂ ਉਹਨਾਂ ਤੋਂ ਵੀ ਇਨਫੋਰਮੇਸ਼ਨ, ਜਾਣਕਾਰੀ ਲੈ ਸਕਦੇ ਹੋ। ਤੁਸੀਂ ਆਪਣੀ ਜਿਹੜੀ ਕੰਪਲੇਂਟ ਹੈ ਉਹਨੂੰ ਪ੍ਰੋਪਰਲੀ ਟਰੈਕ ਕਰ ਸਕਦੇ ਹੋ ਜੀ, ਔਰ ਉਹਦੇ ਲਈ ਵੀ ਤੁਹਾਨੂੰ ਕਿਸੇ ਨੂੰ ਛੇੜਨ ਦੀ ਲੋੜ ਨਹੀਂ। ਤੁਸੀਂ ਆਨਲਾਈਨ ਜਾਓ, ਨੰਬਰ ਪਾਓ ਤੇ ਚੈੱਕ ਕਰ ਲਓ ਜੀ। ਸੋ ਦੈਟਸ ਅ ਵੈਰੀ ਗੁੱਡ ਥਿੰਗ। ਅੱਜ ਦੀ ਟੈਕਨੋਲੋਜੀ ਨੂੰ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਮੋਹਿਤ ਜੀ, ਪਾਰਕਿੰਗ ਇੱਕ ਬਹੁਤ ਬੜਾ ਮੁੱਦਾ ਬਣਦਾ ਜਾ ਰਿਹਾ ਬਰੈਂਪਟਨ ਦੇ ਵਿੱਚ। ਇਹਦੇ ਬਾਰੇ ਥੋੜੀ ਜਿਹੀ ਰੋਸ਼ਨੀ ਪਾਓ, ਕਿਉਂਕਿ ਲੋਕਾਂ ਨੇ ਬਿਲਕੁਲ ਧਿਆਨ ਦੇਣਾ ਬੰਦ ਕਰਤਾ ਹੈ। ਜਿੱਥੇ ਜੀ ਕਰਦਾ ਹੈ ਗੱਡੀ ਲਾ ਦਿੰਦੇ ਹੈ। ਇਹਨੂੰ ਟੋਟਲੀ ਇੱਕ ਤਰ੍ਹਾਂ ਦਾ ਜਿੱਦਾਂ ਕੈਨੇਡਾ ਦਾ ਕਲਚਰ ਹੈ ਉਹਨੂੰ ਭੁੱਲਦੇ ਜਾ ਰਹੇ ਆ, ਉਹਦੇ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਦੂਸਰੀ ਗੱਲ, ਜਦ ਤੁਹਾਡੀ
ਗਲੀ ਦੇ ਵਿੱਚ ਕਿਸੇ ਪਾਰਕਿੰਗ ਲੋਟ ਦੇ ਵਿੱਚ ਨੋ ਪਾਰਕਿੰਗ ਦਾ ਬੋਰਡ ਲੱਗਾ ਹੈਗਾ ਉੱਥੇ ਵੀ ਗੱਡੀ ਲਗਾ ਕੇ ਆਪਣੀ ਚਲੇ ਜਾਂਦੇ ਆ ਜੀ। ਔਰ ਜੇ ਤੁਸੀਂ ਕਿਸੇ ਨੂੰ ਕੋਈ ਰਿਕੁਐਸਟ ਕਰਨੀ ਚਾਹੋ ਤੇ ਅਗਲਾ ਤੁਹਾਡੇ ਨਾਲ ਗੱਲ ਪੈਣ ਨੂੰ ਹੁੰਦਾ ਕਿ ਤੁਸੀਂ ਮੈਨੂੰ ਕਿਸ ਤਰ੍ਹਾਂ ਕਹਿਤਾ ਮੈਂ ਤੇ ਇੱਥੇ ਲਾਉਂਗਾ ਜੀ। ਸੋ ਇਸ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾਏਗਾ? ਸੋ ਇਹਦੇ ਵਿੱਚ ਸੰਜੇ ਜੀ ਜਿਵੇਂ ਦੱਸਿਆ ਹੈਗਾ ਕਿ ਤੁਸੀਂ 311 ਦੇ ਉੱਤੇ ਆਪਣੀ ਕੰਪਲੇਂਟ ਦਰਜ ਕਰਾਓ। 24 ਘੰਟੇ 7 ਦਿਨ ਪਾਰਕਿੰਗ ਆਫਿਸਰ ਜਿਹੜੇ ਨੇ ਕੰਮ ਕਰਦੇ ਨੇ ਤੇ ਉਹ ਰਾਈਟ ਵੇ ਜਿਸ ਤਰ੍ਹਾਂ ਦੀ ਵੀ ਕੰਪਲੇਂਟ ਹੈਗੀ ਹੈ ਪਾਰਕਿੰਗ ਦੀ ਉਹਦੇ ਮੁਤਾਬਕ ਜਾ ਕੇ ਅਟੈਂਡ ਕਰਨਗੇ ਔਰ ਅਗਰ ਅਫੈਂਸ ਹੁੰਦਾ ਹੋਇਆ ਤਾਂ ਉੱਥੇ ਟਿਕਟ ਜਾਰੀ ਕਰਨਗੇ। ਸੋ ਮੋਹਿਤ ਜੀ, ਪਿੱਛੇ ਸਾਡੇ ਕਿਸੇ ਸਰੋਤੇ ਨੇ ਸਾਨੂੰ ਫੋਨ ਕੀਤਾ, ਕਿਹਾ ਕਿ ਜੀ ਸਾਡੇ ਘਰ ਦੇ ਅੱਗੇ ਕੋਈ ਗੱਡੀ ਪਾਰਕ ਕਰਕੇ ਚਲਾ ਗਿਆ ਹੈ ਡਰਾਈਵੇ ਦੇ ਅੱਗੇ 2 ਘੰਟੇ ਤੋਂ ਜੀ। ਤਾਂ ਕਹਿੰਦਾ ਅਸੀਂ ਤਾਂ ਪਹਿਲਾਂ ਵੇਟ ਕਰਦੇ ਰਹੇ, ਆਂਢ ਗੁਆਂਢ ਵਾਲਿਆਂ ਨੂੰ ਪਤਾ ਵੀ ਕੀਤਾ ਪਰ ਪਤਾ ਨਹੀਂ ਚੱਲਿਆ। ਫਿਰ ਅਸੀਂ 311 ਤੇ ਅਸੀਂ ਕੰਪਲੇਂਟ ਕੀਤੀ ਜੀ ਤੇ 3 ਘੰਟੇ ਕੋਈ ਆਫੀਸਰ ਉਹਨਾਂ ਦਾ ਉੱਥੇ ਆਇਆ ਨਹੀਂ ਮੌਕੇ ਤੇ ਜੀ। ਜਦ ਤੱਕ ਰਾਤ ਦੇ 3 ਵਜੇ ਉਹਨਾਂ ਦਾ ਫੋਨ ਆਉਂਦਾ ਕਿ ਜੀ ਉਹਨਾਂ ਦਾ ਆਫੀਸਰ ਬਾਹਰ ਖੜਾ ਹੈ ਜੀ। ਤੇ ਉਹ ਜਦ ਤੱਕ ਗੱਡੀ ਉਹ ਜਾ ਚੁੱਕੀ ਸੀ। ਸੋ ਇਹੋ ਜੀ ਪ੍ਰੋਬਲਮਸ ਨੂੰ ਕਿਸ ਤਰ੍ਹਾਂ ਤੁਸੀਂ ਡੀਲ ਕਰਦੇ ਹੋ ਜਦ ਤੁਸੀਂ ਇੱਕ ਨਾਗਰਿਕ ਇੱਕ ਰੈਸੀਡੈਂਟ ਤੁਹਾਨੂੰ ਮੈਸੇਜ ਕਰ ਰਿਹਾ, ਫੋਨ ਕਰ ਰਿਹਾ, ਕੰਪਲੇਂਟ ਦਰਜ ਕਰਾ ਰਿਹਾ ਹੈ ਔਰ ਉਸ ਦੀ ਕੰਪਲੇਂਟ ਨੂੰ 3 ਘੰਟੇ ਡੀਲ ਨਹੀਂ ਕੀਤਾ ਗਿਆ, ਸੋ ਉਹ ਕਿਸ ਤਰ੍ਹਾਂ ਉਸ ਨੂੰ ਹੈਂਡਲ ਕੀਤਾ ਜਾਏਗਾ? ਦੇਖੋ ਜੀ, ਇਟਸ ਵੈਰੀ ਅਨਫੋਰਚੂਨੇਟ, ਮਗਰ ਇਹੋ ਜੀ ਇਨਸੀਡੈਂਟਸ ਬਹੁਤ ਘੱਟ ਹੁੰਦੀਆਂ ਨੇ। ਮਗਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਨਹੀਂ ਹੁੰਦਾ, ਕਈ ਵਾਰੀ ਆਫਿਸਰਸ ਲੇਟ ਹੋ ਜਾਂਦੇ ਆ ਕਿਉਂਕਿ ਹਰੇਕ ਜਿਹੜਾ ਸਾਡਾ ਕੰਮ ਹੈਗਾ ਉਹ ਸਾਰਾ ਪ੍ਰਾਇੋਰਟਾਈਜੇਸ਼ਨ ਤੇ ਹੈ। ਠੀਕ ਹੈ, ਉਹਦੇ ਵਿੱਚ ਕੀ ਹੈਗਾ, ਕੈਟਾਗਰੀਜ਼ ਬਣਾਈਆਂ ਹੋਈਆਂ ਕਿ ਕਿਹੜੀ ਜਿਹੜੀ ਕੈਟਾਗਰੀ ਕਿਹੜੀ ਕੰਪਲੇਂਟ ਜਿਹੜੀ ਹੈਗੀ ਹੈ ਉਹਨੂੰ ਜ਼ਿਆਦਾ ਤਰਜੀਹ ਦੇਣੀ ਹੈ ਉਹ ਸੇਫਟੀ ਪੱਖੋਂ। ਸੋ ਉਸ ਮੁਤਲਕ ਜਿਹੜਾ ਹੈਗਾ ਐਨਫੋਰਸਮੈਂਟ ਜਿਹੜੀ ਹੈਗੀ ਉਹ ਸਿਰਫ ਸੇਫਟੀ ਦੇ ਉੱਤੇ ਸਭ ਤੋਂ ਵੱਡਾ ਮੁੱਦਾ ਹੈਗਾ, ਉਹਦੇ ਉੱਤੇ ਕੰਮ ਕਰਦੀ ਹੈ। ਸੋ ਜੇ ਸੇਫਟੀ ਦੇ ਵਿੱਚ ਹੁਣ ਅੱਜ ਦੀ ਡੇਟ ਦੇ ਵਿੱਚ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਜੀ, ਕੋਵਿਡ ਦੀ ਕੰਪਲੇਂਟਸ ਬਹੁਤ ਆਉਂਦੀਆਂ ਨੇ, ਕੋਵਿਡ ਰਿਲੇਟਡ ਕੰਪਲੇਂਟਸ ਆਉਂਦੀਆਂ ਨੇ। ਹੁਣ ਉੱਥੇ ਆਫਿਸਰ ਗਿਆ ਜੀ, ਉੱਥੇ ਆਫਿਸਰ ਬਿਜ਼ੀ ਹੋਇਆ ਗਿਆ ਔਰ ਸਾਰੇ ਆਫਿਸਰ ਜੀ ਖਾਸ ਕਰਕੇ ਵੀਕਐਂਡ ਦੇ ਉੱਤੇ ਸਾਡੇ ਆਫਿਸਰਸ ਬਹੁਤ ਬਿਜ਼ੀ ਹੁੰਦੇ ਆ ਤੇ ਜੇ ਪਾਰਕਿੰਗ ਹੈਗੀ ਹੈ, ਪਾਰਕਿੰਗ ਦੀ ਕੰਪਲੇਂਟ ਉਸ ਤੋਂ ਥੋੜਾ ਜਿਹਾ ਘੱਟ ਕੈਟਾਗਰੀ ਤੇ ਆਉਂਦੀ ਹੈ। ਸੋ ਇਸ ਕਰਕੇ ਹੋ ਸਕਦਾ ਕਿ ਉਸ ਟਾਈਮ ਦੇ ਉੱਤੇ ਕੋਈ ਵੀ ਆਫਿਸਰ ਜਿਹੜਾ ਹੈਗਾ ਉਹ ਨਾ ਅਵੇਲੇਬਲ ਹੋਵੇ ਤੇ ਉਹਦੇ ਵਿੱਚ ਦੇਰੀ ਹੋ ਗਈ ਹੋਵੇ। ਮਗਰ ਇੱਕ ਗੱਲ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ ਕਿ ਸਾਡੇ ਜਿਹੜੀ ਵੀ ਤੁਸੀਂ ਕੰਪਲੇਂਟ ਦਰਜ ਕਰਦੇ ਹੋ ਉਹਦੇ ਉੱਪਰ ਆਫਿਸਰ ਅਟੈਂਡ ਜ਼ਰੂਰ ਕਰਦਾ। ਕੋਈ ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਕੰਪਲੇਂਟ ਦਰਜ ਕਰੀ ਹੈ ਔਰ ਆਫਿਸਰ ਉਹਨੂੰ ਨਾ ਇਨਵੈਸਟੀਗੇਟ ਕਰੇ। ਓਕੇ ਜੀ। ਸੋ ਜਿਸ ਤਰ੍ਹਾਂ ਹੁਣ ਉਸ ਸਾਡੇ ਰੀਡਰ ਦੀ ਜਾਂ ਸਾਡੇ ਸਰੋਤੇ ਦੀ ਜਿਹੜੀ ਪ੍ਰੋਬਲਮ ਸੀ ਕਿ ਉਹ ਸੋਲਵ ਨਹੀਂ ਹੋ ਪਾ ਰਹੀ, ਕਿ ਉਹ ਜਿਹੜਾ 3 ਘੰਟੇ ਦਾ ਗੈਪ ਪਿਆ ਉਸ ਦੀ ਜਾਣਕਾਰੀ ਉਹਦੇ ਲਈ ਕੰਪਲੇਂਟ ਫਰਦਰ ਉਸ ਤੇ ਕੰਮ ਹੋਇਆ ਨਹੀਂ ਹੋਇਆ, ਉਹਦੇ ਬਾਰੇ ਕਿੱਦਾਂ ਪਤਾ ਚੱਲੇਗਾ? ਸੋ ਉਹਦੇ ਬਾਰੇ ਹੈਗਾ ਜੀ, ਤੁਸੀਂ ਉਹ ਜਿਹੜੇ ਕੰਪਲੇਨੈਂਟ ਹੈਗਾ ਅਗਰ ਉਹ ਸੈਟੀਸਫਾਈ ਨਹੀਂ ਹੈਗੇ ਕਿ ਉਹ ਆਲਵੇਜ਼ ਜਿਹੜਾ ਹੈਗਾ ਔਨ ਡਿਊਟੀ ਸੁਪਰਵਾਈਜ਼ਰ ਦੇ ਨਾਲ ਗੱਲ ਕਰ ਸਕਦੇ। ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਕਿਹਾ ਕਿ ਹਮੇਸ਼ਾ ਜਿਹੜਾ ਵੀ ਕੰਪਲੇਨੈਂਟ ਹੁੰਦਾ ਅਗਰ ਉਹ ਫੋਨ ਦੇ ਉੱਪਰ ਉਹਨੇ ਕੰਪਲੇਂਟ ਦਰਜ ਕਰਾਈ ਹੈ ਤਾਂ ਜਿਹੜਾ ਆਪਰੇਟਰ ਹੁੰਦਾ ਉਹਨਾਂ ਨੂੰ ਕੰਪਲੇਂਟ ਦਾ ਰੈਫਰੈਂਸ ਨੰਬਰ ਜ਼ਰੂਰ ਦਿੰਦਾ। ਜੇ ਤੁਸੀਂ ਉਹ ਐਪ ਰਾਹੀਂ ਕਰਾਈ ਹੈ ਤਾਂ ਉਹ ਐਪ ਦੇ ਵਿੱਚ ਕੋਬੀ ਨੰਬਰ ਆਉਂਦਾ ਜੋ ਕਿ ਤੁਸੀਂ ਕਾਲ ਕਰਕੇ ਤੁਸੀਂ ਸੁਪਰਵਾਈਜ਼ਰ ਦੇ ਨਾਲ ਗੱਲਬਾਤ ਕਰਕੇ ਉਹ ਰੈਫਰੈਂਸ ਨੰਬਰ ਦੇ ਕੇ ਤੁਸੀਂ ਉਹਦੀ ਜਾਣਕਾਰੀ ਲੈ ਸਕਦੇ ਹੋ ਤੇ ਪੁੱਛ ਸਕਦੇ ਹੋ ਕਿ ਇਹ ਮੈਂ ਕੰਪਲੇਂਟ ਕੀਤੀ ਸੀਗੀ ਤੇ ਇਹਦੇ ਵਿੱਚ ਇੰਨੀ ਦੇਰ ਕਿਉਂ ਹੋਈ। ਤੋ ਜਿਸ ਤਰ੍ਹਾਂ ਕਿ ਮੋਹਿਤ ਜੀ ਨੇ ਦੱਸਿਆ ਕਿ ਵੀ ਤੁਸੀਂ ਫਰਦਰ ਆਪਣੀ ਕੰਪਲੇਂਟ ਨੂੰ ਬਿਲਕੁਲ ਅੱਗੇ ਪਹੁੰਚ ਸਕਦੇ ਹੋ ਸੁਪਰਵਾਈਜ਼ਰ ਕੋਲ ਔਰ ਉਸ ਦਾ ਰੈਫਰੈਂਸ ਦੇ ਰਾਹੀਂ ਰੈਫਰੈਂਸ ਨੰਬਰ ਜਿਹੜਾ ਕੋਬੀ ਨੰਬਰ ਹੈ ਉਸ ਤੋਂ ਤੁਸੀਂ ਉਸ ਨੂੰ ਟਰੈਕ ਕਰਾ ਕੇ ਉਸ ਤੇ ਕਾਰਵਾਈ ਕਰਵਾ ਸਕਦੇ ਹੋ ਜੀ। ਸੋ ਮੋਹਿਤ ਜੀ, ਜਿੱਦਾਂ ਇਹ ਡਰਾਈਵੇ ਨੇ, ਡਰਾਈਵੇ ਤੇ ਗੱਡੀਆਂ ਕਿਸ ਹਿਸਾਬ ਨਾਲ ਲੱਗਣੀਆਂ ਚਾਹੀਦੀਆਂ ਜੀ ਤੇ ਤੁਹਾਡੇ ਗਾਰਬੇਜ ਬਿਨਸ ਨੇ ਇਹਨਾਂ ਦੀ ਪਲੇਸਮੈਂਟ ਕਿੱਥੇ ਹੋਣੀ ਚਾਹੀਦੀ ਹੈ ਜੀ। ਜਿਸ ਤਰ੍ਹਾਂ ਕਈ ਕਸਟਮਰਸ ਤੁਹਾਡੇ ਲੋਕਾਂ ਦੇ ਪਾਰਕਿੰਗ ਤੇ ਜਾ ਕੇ ਲਾਉਂਦੇ ਹੈ, ਉਹ ਜਿੱਥੇ ਵਾਟ ਯੂ ਕਾਲ ਜਿੱਥੇ ਹੈਂਡੀਕੈਪ ਵਾਲੀ ਜਗ੍ਹਾ ਉੱਥੇ ਲਗਾ ਦਿੰਦੇ ਹੈ ਜੀ। ਫਿਰ ਦੂਜੀ ਗੱਲ ਹੈ ਕਿ ਕਈ ਲੋਕੀ ਆਪਣੇ ਘਰ ਦੇ ਬਾਹਰ ਡਰਾਈਵੇ ਤੇ ਗੱਡੀ ਲਾਉਂਦੇ ਹੈ, ਦੂਜੀ ਗੱਡੀ ਪਿੱਛੇ ਵਾਕਵੇ ਦੇ ਉੱਪਰ ਅੱਧੀ ਲਗਾ ਦਿੰਦੇ ਹੈ ਜੀ ਔਰ ਅੱਧੀਆਂ ਗੱਡੀਆਂ ਉਹਨਾਂ ਦੀਆਂ ਪਿੱਛੇ ਹੈਂਗ ਕਰ ਰਹੀਆਂ ਹੁੰਦੀਆਂ ਮੇਨ ਰੋਡ ਤੇ ਜੀ। ਸੋ ਕਹਿੰਦੇ ਜੀ ਸਾਡੇ ਟਾਇਰ ਤਾਂ ਜੀ ਅੰਦਰ ਹੈ, ਬੋਨਟ ਪੂਰਾ ਬਾਹਰ ਵਾਕਵੇ ਤੇ ਹੈ, ਅੱਧੀ ਗੱਡੀ ਦੀ ਡਿੱਗੀ ਜਿਹੜੀ ਹੈ ਪਿੱਛੇ ਮੇਨ ਰੋਡ ਤੇ ਹੈ ਜੀ। ਸੋ ਕਿਆ ਉਹ ਠੀਕ ਹੈ? ਨਹੀਂ ਜੀ, ਉਹ ਬਿਲਕੁਲ ਠੀਕ ਨਹੀਂ ਹੈਗਾ। ਸੋ ਇਹ ਪੁਰਾਣੇ ਟਾਈਮ ਦੀ ਧਾਰਨਾ ਹੈਗੀ ਹੈ ਜੀ। ਕਈ ਪੁਰਾਣੀਆਂ ਮਿਊਨਿਸਪੈਲਿਟੀਜ਼ ਦੇ ਵਿੱਚ, ਛੋਟੀਆਂ ਮਿਊਨਿਸਪੈਲਿਟੀਜ਼ ਦੇ ਵਿੱਚ ਇਹ ਸੀਗਾ ਕਿ ਚੱਲਣ ਸੀਗਾ ਕਿ ਹਾਂ ਜੀ ਜੇ ਟਾਇਰ ਤੁਹਾਡੇ ਅੰਦਰ ਹੈਗੇ ਆ ਤਾਂ ਉਹ ਵਾਇਲੇਸ਼ਨ ਨਹੀਂ ਹੈ। ਸਿਟੀ ਆਫ ਬਰੈਂਪਟਨ ਦਾ ਜਿਹੜਾ ਟ੍ਰੈਫਿਕ ਬਾਇਲਾ ਹੈਗਾ ਜਿਹਦੇ ਤਹਿਤ ਪਾਰਕਿੰਗ ਦੇ ਅਫੈਂਸਸ ਹੁੰਦੇ ਨੇ ਉਹਦੇ ਵਿੱਚ ਬਿਲਕੁਲ ਕਲੀਅਰ ਕੱਟ ਦੱਸਿਆ ਹੋਇਆ
ਵਹੀਕਲ ਦਾ ਕੋਈ ਵੀ ਹਿੱਸਾ ਅਗਰ ਸਾਈਡਵਾਕ ਦੇ ਉੱਪਰ ਆਂਦਾ ਹੋਵੇ ਜਾਂ ਸੜਕ ਦੇ ਉੱਤੇ ਜਾਂਦਾ ਹੋਵੇ ਤਾਂ ਉਹ ਅਫੈਂਸ ਹੈ, ਉਹਨੂੰ ਟਿਕਟ ਮਿਲ ਸਕਦੀ ਹੈ। ਔਰ ਇਹਦੇ ਵਿੱਚ ਵੀ ਇਹੀ ਆਂਦਾ ਕਿ ਜੇ ਇਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ 311 ਦੇ ਉੱਤੇ ਤੁਸੀਂ ਇਨਫੋਰਮ ਕਰੋ, ਆਫੀਸਰ ਜਿਹੜਾ ਹੈਗਾ ਰਾਈਟ ਵੇ ਜਾ ਕੇ ਉਸ ਵਹੀਕਲ ਨੂੰ ਟਿਕਟ ਦੇਗਾ। ਦੂਸਰੀ ਗੱਲ ਤੁਸੀਂ ਕਹੀ ਹੈ ਹੈਂਡੀਕੈਪ ਸਪੌਟਸ ਦੀ, ਇਹ ਸਾਡੇ ਕੋਲ ਅਸੀਂ ਇਹਦੇ ਗਾਹੇ ਵਗਾਹੇ ਸਾਲ ਦੇ ਵਿੱਚ ਇਹਦੇ ਅਸੀਂ ਇੱਕ ਮੁਹਿੰਮ ਵੀ ਛੇੜਦੇ ਹੁੰਦੇ ਹਾਂ ਜੀ, ਕਿਉਂਕਿ ਜਿਹੜੇ ਹੈਂਡੀਕੈਪ ਪਰਮਿਟਸ ਨੂੰ ਬਹੁਤ ਮਿਸਯੂਜ਼ ਕੀਤਾ ਜਾਂਦਾ, ਹੈਂਡੀਕੈਪ ਸਪੌਟਸ ਨੂੰ ਬਹੁਤ ਮਿਸਯੂਜ਼ ਕੀਤਾ ਜਾਂਦਾ। ਇਹਦੇ ਵਿੱਚ ਮੈਂ ਮੈਂਸ਼ਨ ਕਰਨਾ ਚਾਹੁੰਦਾ ਜੀ ਕਿ ਹੈਂਡੀਕੈਪ ਜਿਹੜਾ ਪਰਮਿਟ ਹੈਗਾ, ਜੇ ਉਹ ਸਪੋਜ਼ ਕਰ ਲਓ ਉਹ ਮੈਨੂੰ ਇਸ਼ੂ ਹੋਇਆ, ਮੇਰੇ ਨਾਮ ਦੇ ਉੱਪਰ ਹੈਗਾ ਤੇ ਮੈਂ ਤੇ ਤੁਸੀਂ ਦੋਨੋਂ ਅਸੀਂ ਫੈਮਿਲੀ ਮੈਂਬਰ ਹੈਗੇ ਆ ਤੇ ਮੈਂ ਤੁਹਾਡੇ ਨਾਲ ਉਸ ਟਾਈਮ ਦੇ ਉੱਪਰ ਹੈ ਨਹੀਂਗਾ ਤਾਂ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ। ਸੋ ਇਹ ਬਹੁਤ ਜ਼ਰੂਰੀ ਹੈ। ਇਹ ਬੇਸਿਕਲੀ ਹਾਈਵੇ ਟ੍ਰੈਫਿਕ ਐਕਟ ਦਾ ਵੀ ਇਹਦੇ ਉੱਤੇ ਚਾਰਜ ਲੱਗਦਾ ਜੀ ਕਿ ਮਿਸਯੂਜ਼ ਆਫ ਹੈਂਡੀਕੈਪ ਪਰਮਿਟ। ਔਰ ਇਹਦੇ ਵਿੱਚ ਕੀ ਹੈਗਾ, ਜਿਹੜਾ ਹੈਂਡੀਕੈਪ ਪਰਮਿਟ ਕੈਂਸਲ ਵੀ ਹੋ ਜਾਂਦਾ ਜੀ। ਸੋ ਇਹਦੇ ਵਿੱਚ ਜਿਹੜਾ ਬੰਦਾ ਜਿਹਨੇ ਪਰਮਿਟ ਹੈਗਾ, ਐਕਸੈਸਿਬਲ ਪਰਮਿਟ ਅਸੀਂ ਉਹਨਾਂ ਨੂੰ ਕਹਿੰਦੇ ਆ, ਤੇ ਉਹ ਜਿਹੜਾ ਪਰਮਿਟ ਹੈਗਾ ਉਹ ਪਰਮਿਟ ਹੋਲਡਰ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਜੀ। ਤੇ ਇਹਦੇ ਤੇ ਕਿੰਨੇ ਦੀ ਟਿਕਟ ਦਿੱਤੀ ਜਾਂਦੀ ਹੈ? $350 ਦੀ ਟਿਕਟ ਦਿੱਤੀ ਜਾਂਦੀ ਹੈ ਜੀ ਇਹਦੇ ਤੇ ਅਗਰ ਉਹ ਦੁਬਾਰਾ ਅਫੈਂਸ ਕੀਤਾ ਜਾਵੇ ਔਰ ਬੰਦਾ ਸੇਮ ਫੜਿਆ ਜਾਵੇ ਫਿਰ ਜੀ ਉਹਨੂੰ ਟਰੈਕ ਕਰਦੇ ਆ। ਜੇ ਦੁਬਾਰਾ ਹੋਵੇ ਤਾਂ ਉਹ ਸਾਡੇ ਜਿਹੜੇ ਕੋਰਟ ਦੇ ਵਿੱਚ ਉਹਦੇ ਉੱਤੇ ਹਾਇਰ ਫਾਈਨ ਵੀ ਹੁੰਦਾ ਜੀ। ਜੇ ਜਿਹੜਾ ਮਿਸਯੂਜ਼ ਆਫ ਹੈਂਡੀਕੈਪ ਪਰਮਿਟ ਹੈਗਾ ਜੀ ਉਹਦੇ ਵਿੱਚ $5000 ਤੱਕ ਕਿਤੇ ਵੀ ਜੁਰਮਾਨਾ ਹੋ ਸਕਦਾ। ਬਾਕੀ ਇਹਦੇ ਵਿੱਚ ਇਹ ਵੀ ਮੈਂ ਮੈਂਸ਼ਨ ਕਰਨਾ ਚਾਹੁੰਦਾ, ਜਿਹੜੀ ਹੈਂਡੀਕੈਪ ਸਪੌਟ ਹੁੰਦਾ, ਐਕਸੈਸਿਬਲ ਸਪੌਟ ਜਿਹੜਾ ਹੁੰਦਾ, ਉਹਦੇ ਨਾਲ ਇੱਕ ਤੁਸੀਂ ਦੇਖਿਆ ਹੋਣਾ ਪੀਲੀਆਂ ਜਾਂ ਚਿੱਟੀਆਂ ਲਾਈਨਾਂ ਬਣੀਆਂ ਹੋਈਆਂ, ਠੀਕ ਹੈ, ਉਹ ਜਿਹੜੀ ਹੁੰਦੀ ਹੈ ਉਹ ਐਕਸੈਸਿਬਲ ਸਪੇਸ ਹੁੰਦੀ ਹੈ ਤਾਂ ਕਿ ਜਿਹੜਾ ਐਕਸੈਸਿਬਲ ਜਿਹੜਾ ਹੈਂਡੀਕੈਪ ਵਹੀਕਲ ਹੈਗਾ ਉਹਦੇ ਵਿੱਚੋਂ ਦੀ ਹੈਂਡੀਕੈਪ ਬੰਦਾ ਪ੍ਰੋਪਰ ਤਰੀਕੇ ਦੇ ਨਾਲ, ਜੇ ਕਿਸੇ ਦੇ ਕੋਲ ਵੀਲ ਚੇਅਰ ਹੈ ਕੁਝ ਹੈਗਾ, ਉਹ ਉਸ ਸਪੌਟ ਨੂੰ ਇਸਤੇਮਾਲ ਕਰ ਲੈ। ਲੋਕ ਉਹਦੇ ਉੱਤੇ ਖੜਾ ਕਰਦੇ ਆ, ਉਹਦੇ ਉੱਤੇ ਪਾਰਕਿੰਗ ਤੁਸੀਂ ਬਿਲਕੁਲ ਨਹੀਂ ਕਰ ਸਕਦੇ, ਉਹਦੇ ਵਾਸਤੇ $300 ਦੀ ਟਿਕਟ ਹੈ ਜੀ। ਰਾਈਟ ਜੀ। ਸੋ ਇੱਕ ਹੋਰ ਜਾਣਕਾਰੀ ਚਾਹੁੰਦੇ ਆ ਕਿ ਜਿਹੜੀ ਘਰ ਦੀ ਜਿਹੜੀ ਹੱਦ ਹੈ, ਬਾਉਂਡਰੀ ਲਾਈਨ ਹੈ ਜਾਂ ਪ੍ਰਾਪਰਟੀ ਲਾਈਨ ਜਿਹਨੂੰ ਕਹਿੰਦੇ ਆ ਜੀ, ਉਹ ਕਿੱਥੋਂ ਸ਼ੁਰੂ ਹੁੰਦੀ ਕਿੱਥੇ ਖਤਮ ਹੁੰਦੀ ਹੈ? ਸੋ ਪ੍ਰਾਪਰਟੀ ਦੇਖੋ ਜੀ, ਪ੍ਰਾਪਰਟੀ ਲਾਈਨ ਤਾਂ ਹੁੰਦੀ ਹੈ ਤੁਹਾਡੀ ਜੋ ਵੀ ਹੁੰਦਾ, ਬਟ ਜਿਹੜੀ ਸਿਟੀ ਦੀ ਹੱਦ ਹੁੰਦੀ ਹੈ ਸਿਟੀ ਦੀ ਜੀ, ਉਹ ਹੁੰਦੀ ਹੈ ਤੁਹਾਡਾ ਵਾਟਰ ਸ਼ੈਡ ਇਨਵੋਲਵ ਕਿਤੇ ਹੈ। ਲੋਕਾਂ ਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ। ਤੁਸੀਂ ਆਪਣੇ ਡਰਾਈਵੇ ਦੇ ਉੱਤੇ ਜਾਂ ਤੁਹਾਡੇ ਫਰੰਟ ਯਾਰਡ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਇੱਕ ਰੀਜਨ ਆਫ ਅਪੀਲ ਦਾ ਇੱਕ ਵਾਟਰ ਸ਼ੈਟ ਆਫ ਵਾਲ ਹੁੰਦਾ। ਉਹ ਵਾਟਰ ਸ਼ੈਟ ਆਫ ਵਾਲ ਤੋਂ ਸੜਕ ਵਾਲੀ ਸਾਈਡ ਦੇ ਉੱਤੇ ਸਾਰੀ ਪ੍ਰਾਪਰਟੀ ਬੇਸਿਕਲੀ ਉਹ ਸਿਟੀ ਦੀ ਹੁੰਦੀ ਹੈ। ਉਹਨੂੰ ਅਸੀਂ ਬੁਲੇਵਾਰਡ ਪੋਰਸ਼ਨ ਕਹਿੰਦੇ ਹਾਂ। ਤੇ ਉਹਦੀ ਉਸ ਬੁਲੇਵਾਰਡ ਪੋਰਸ਼ਨ ਦੀ ਜਿਹੜੀ ਮੇਨਟੇਨੈਂਸ ਹੈ ਉਹ ਕਿਹਦੀ ਡਿਊਟੀ ਹੈ? ਸੋ ਬੁਲੇਵਾਰਡ ਪੋਰਸ਼ਨ ਦੀ ਮੇਨਟੇਨੈਂਸ ਦੀ ਜਿਹੜੀ ਹੈਗੀ ਹੈ ਪ੍ਰੋਪਰ ਕਿ ਤੁਸੀਂ ਘਾਹ ਠੀਕ ਠਾਕ ਕੱਟ ਕੇ ਰੱਖੋ, ਉਹਦੇ ਤੇ ਸਨੋ ਨਾ ਹੋਵੇ, ਸਾਰਾ ਕੁਝ ਜਿਹੜੀ ਹੈਗੀ ਹੈ ਉਹ ਉਸ ਹੋਮ ਓਨਰ ਦੀ ਹੁੰਦੀ ਹੈ। ਉਸ ਹੋਮ ਓਨਰ ਦੀ ਪ੍ਰਾਪਰਟੀ ਉਹਦੀ ਨਹੀਂ ਹੈ, ਪਰ ਉਹਦੀ ਡਿਊਟੀ ਹੈ ਟੂ ਮੇਨਟੇਨ ਇਟ। ਬਿਲਕੁਲ ਜੀ, ਬਿਲਕੁਲ ਜੀ। ਓਕੇ ਜੀ। ਫੈਸਟੀਵਲ ਦਾ ਟਾਈਮ ਹੈ ਤੇ ਇਸ ਟਾਈਮ ਲੋਕਾਂ ਨੂੰ ਸ਼ੌਂਕ ਹੈ ਫਾਇਰਵਰਕਸ ਵੀ ਕਰਨ ਦਾ ਜੀ, ਤੇ ਕੁਝ ਐਸੀ ਜਾਣਕਾਰੀ ਦਿਓ ਜਿਹਦੇ ਨਾਲ ਉਹ ਸੇਫਟੀ ਰੈਗੂਲੇਸ਼ਨਸ ਨੂੰ ਵੀ ਧਿਆਨ ਦੇਣ ਜੀ। ਔਰ ਸਾਲ ਦੇ ਵਿੱਚ ਕਿੰਨੀ ਵਾਰੀ ਇੱਕ ਸਿਟੀ ਦੇ ਵਿੱਚ ਜਿਹੜਾ ਰੈਜ਼ੀਡੈਂਟ ਹੈ ਉਹ ਫਾਇਰਵਰਕਸ ਯੂਜ਼ ਕਰ ਸਕਦਾ ਹੈ ਔਰ ਕਿੱਥੇ ਯੂਜ਼ ਕਰ ਸਕਦਾ ਹੈ? ਜੀ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ, ਜਿਹੜਾ ਸਿਟੀ ਆਫ ਬਰੈਂਪਟਨ ਨੇ ਫਾਇਰਵਰਕਸ ਜਿਹੜੇ ਨੇ ਉਹ ਅਲਾਉ ਕੀਤੇ ਆ, ਪਟਾਕੇ ਚਲਾਣੇ ਅਲਾਉਡ ਹੈ, ਬਟ ਇਹ ਸਿਰਫ 4 ਦਿਨਾਂ ਦੇ ਵਿੱਚ ਹੀ ਅਲਾਉਡ ਹੈ, ਜਿਹਦੇ ਵਿੱਚ ਵਿਕਟੋਰੀਆ ਡੇ, ਕੈਨੇਡਾ ਡੇ, ਦੀਵਾਲੀ ਅਤੇ ਨਵਾਂ ਸਾਲ, ਇਹ 4 ਦਿਨਾਂ ਦੇ ਵਿੱਚ ਹੀ ਅਲਾਉਡ ਹੈ। ਔਰ ਇਹਦੇ ਵਿੱਚ ਜਿਹੜੇ ਹੈਗੇ ਆ 2016 ਦੇ ਵਿੱਚ ਸਾਡੀ ਕਾਉਂਸਲ ਨੇ ਇਸ ਬਾਇਲਾ ਨੂੰ ਅਮੈਂਡ ਕੀਤਾ, ਕਿਉਂਕਿ ਪਹਿਲਾਂ ਇੱਥੇ ਬਹੁਤ ਵੱਡੇ ਵੱਡੇ ਪਟਾਕੇ ਬੰਬ ਲੋਕ ਚਲਾਉਂਦੇ ਸੀਗੇ ਆਪਣੇ ਤਿਉਹਾਰਾਂ ਨੂੰ ਮਨਾਉਣ ਵਾਸਤੇ, ਇਹ 4 ਦਿਨਾਂ ਨੂੰ ਮਨਾਉਣ ਵਾਸਤੇ, ਜਿਹਦੇ ਕਰਕੇ ਬਹੁਤ ਭਿਆਨਕ ਅੱਗਾਂ ਵੀ ਲੱਗੀਆਂ, ਘਰਾਂ ਦੇ ਵਿੱਚ ਡਿਸਟਰੋਏ ਹੋਏ ਘਰ। ਸੋ ਇਸ ਕਰਕੇ 2016 ਦੇ ਵਿੱਚ ਲੋਕਾਂ ਦੀ ਸੇਫਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਟੀ ਕਾਉਂਸਲ ਨੇ ਇਸ ਬਾਇਲਾ ਨੂੰ ਅਮੈਂਡ ਕੀਤਾ। ਸੋ ਅਮੈਂਡਮੈਂਟ ਦੇ ਵਿੱਚ ਇਹ ਕੀਤਾ ਗਿਆ ਕਿ ਇਹ 4 ਦਿਨਾਂ ਦੇ ਵਿੱਚ ਕੋਈ ਵੀ ਜਿਹੜੇ ਪਟਾਕੇ ਹੋਣਗੇ ਸਿਟੀ ਆਫ ਬਰੈਂਪਟਨ ਦੇ ਵਿੱਚ, ਉਹ ਉਹੀ ਪਟਾਕੇ ਚਲਾਏ ਜਾਣਗੇ ਜਿਹੜੇ ਕਿ 10 ਫੁੱਟ ਤੋਂ ਦੂਰ ਨਾ ਜਾ ਸਕਣ। ਸੋ ਜਿਵੇਂ ਇਹਦੇ ਵਿੱਚ ਹੋ ਗਿਆ ਕਿ ਅਨਾਰ, ਫੁੱਲਝੜੀਆਂ, ਚੱਕਰੀਆਂ, ਕੋਈ ਵੀ ਜਿਹੜਾ 10 ਫੁੱਟ ਤੋਂ ਦੂਰੀ ਤੱਕ ਮਾਰ ਕਰਦਾ ਹੋਇਆ ਪਟਾਕਾ ਹੈ। ਜਿਹੜੇ ਰਾਕੇਟਸ ਯੂਜ਼ ਕਰਦੇ ਨੇ ਇਹਨਾਂ ਦੇ ਬਾਰੇ ਕੀ ਕਹਿੰਦੇ ਤੁਸੀਂ? ਸੋ ਜਿਹੜੀ ਵੀ ਮੈਂ ਉਹੀ ਦੱਸਣ ਲੱਗਾ ਜੀ, ਜਿਹੜੇ ਵੀ 10 ਫੁੱਟ ਤੋਂ ਦੂਰ ਜਿਹੜੀ ਮਾਰ ਕਰਦੇ ਪਟਾਕੇ ਨੇ ਉਹ ਸਿਟੀ ਆਫ ਬਰੈਂਪਟਨ ਦੇ ਵਿੱਚ ਅਲਾਉਡ ਨਹੀਂ ਹੈ ਤੇ ਉਹਦੇ ਕਰਕੇ ਚਾਰजेस ਲੱਗ ਸਕਦੇ ਆ।
ਸਾਡੇ ਆਫਿਸਰਸ ਹਰੇਕ ਇਸ ਤਰ੍ਹਾਂ ਦੇ ਤਿਉਹਾਰ ਦੇ ਉੱਤੇ ਹੁੰਦੇ ਆ, ਅਵੇਲੇਬਲ ਹੁੰਦੇ ਆ ਐਂਡ ਉਹ ਪੈਟਰੋਲਿੰਗ ਕਰਦੇ ਆ। ਸੋ ਇਹਦੇ ਵਿੱਚ ਦੂਸਰੀ ਗੱਲ ਮੈਂ ਇਹ ਮੈਂਸ਼ਨ ਕਰਨਾ ਚਾਹੁੰਦਾ ਜੀ ਕਿ ਜਿਹੜੇ ਪਟਾਕਿਆਂ ਦੇ ਵਾਸਤੇ ਥੋੜੀ ਜਿਹੀ ਸੇਫਟੀ ਦੀ ਬਹੁਤ ਜ਼ਰੂਰਤ ਹੈ। ਬਹੁਤ ਜ਼ਰੂਰਤ ਹੈ। ਸੋ ਤੁਸੀਂ ਪਟਾਕੇ ਚਲਾਉਂਦੇ ਹੋ ਤਾਂ ਪ੍ਰੋਪਰ, ਹੁਣ ਕੋਵਿਡ ਵੀ ਚੱਲਦਾ ਜੀ, ਸੋ ਕੋਵਿਡ ਦੇ ਵਿੱਚ ਨੰਬਰ 1 ਕਿ ਆਪਣਾ ਮਾਸਕ ਪਾ ਕੇ ਰੱਖੋ ਔਰ 6 ਫੁੱਟ ਦੀ ਦੂਰੀ ਬਣਾ ਕੇ ਰੱਖੋ ਜੀ। ਬੱਚੇ ਜਿਹੜੇ ਹੈਗੇ ਨੇ ਉਹਨਾਂ ਦੀ ਖਾਸ ਨਿਗਰਾਨੀ ਰੱਖੋ। ਪਟਾਕੇ ਚਲਾਉਂਦੇ ਸਮੇਂ ਆਪਣੇ ਕੋਲ ਇੱਕ ਬਾਲਟੀ ਪਾਣੀ ਦੀ ਭਰ ਕੇ ਜ਼ਰੂਰ ਰੱਖੋ। ਕੋਈ ਵੀ ਪਟਾਕਾ ਜਿਵੇਂ ਆਪਾਂ ਕਰ ਦੇਂਗੇ ਉਹ ਫੁੱਸ ਹੋ ਗਿਆ ਵੀ ਚੱਲਿਆ ਨਹੀਂ, ਸੋ ਉਹਦੇ ਵਾਸਤੇ ਤੁਸੀਂ ਉਹ ਆਪਣਾ ਜਿਹੜਾ ਹੈਗਾ ਉਹਦੇ ਕੋਲ ਤਾਂ ਅੱਧੇ ਘੰਟੇ ਤੱਕ ਬਿਲਕੁਲ ਨਾ ਜਾਓ। ਤੇ ਜਿਹੜਾ ਹੈਗਾ ਪਟਾਕਿਆਂ ਨੂੰ ਜਦੋਂ ਤੁਸੀਂ ਸੁੱਟਣਾ ਹੈਗਾ ਉਹਨਾਂ ਨੂੰ ਪਹਿਲਾਂ ਪੂਰੀ ਤਰ੍ਹਾਂ ਠੰਡਾ ਹੋਣ ਤੋਂ। ਸੋ ਇਹਦੇ ਵਾਸਤੇ ਜਿਹੜੀ ਤੁਹਾਡੀ ਪਟਾਕਿਆਂ ਦੀ ਜਿਹੜੀ ਪਾਣੀ ਦੀ ਬਾਲਟੀ ਹੈਗੀ ਹੈ, ਤੁਸੀਂ ਸਾਰੇ ਪਟਾਕੇ ਉਹਦੇ ਵਿੱਚ ਪਾ ਸਕਦੇ ਹੋ, ਉਹਨੂੰ ਗਾਰਬੇਜ ਬਿਨ ਤੋਂ ਸੁੱਟਣ ਤੋਂ ਪਹਿਲਾਂ। ਓਕੇ, ਸੋ ਇਹਨਾਂ ਨੂੰ ਡਿਫਿਊਜ਼ ਕਰਨ ਤੋਂ ਬਾਅਦ ਤੁਸੀਂ ਇਹਨੂੰ ਗਾਰਬੇਜ ਬਿਨ ਚ ਪਾ ਸਕਦੇ ਹੋ? ਬਿਲਕੁਲ ਜੀ, ਪਾ ਸਕਦੇ ਹਾਂ, ਬਟ ਮੇਕ ਸ਼ੋਰ ਕਰਨਾ ਜ਼ਰੂਰੀ ਹੈ ਕਿ ਉਹਨਾਂ ਨੂੰ ਪਹਿਲਾਂ ਪਾਣੀ ਦੇ ਵਿੱਚ ਪਾਇਆ ਹੋਵੇ ਤਾਂ ਕਿ ਉਹਦੇ ਵਿੱਚ ਕੋਈ ਵੀ ਚਿੰਗਾਰੀ ਨਾ ਹੋਵੇ। ਚਿੰਗਾਰੀ ਨਾ ਜੀ। ਸੋ ਫਾਇਰਵਰਕਸ ਦਾ ਵੀ ਬਹੁਤ ਅਹਿਮ ਮੁੱਦਾ ਹੈ ਜਿਹਦੇ ਬਾਰੇ ਸਾਨੂੰ ਬਹੁਤ ਜ਼ਰੂਰੀ ਹੈ ਸੋਚਣਾ, ਔਰ ਉਹਦੇ ਬਾਰੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਨਾਂ ਨੂੰ ਮੱਦੇ ਨਜ਼ਰ ਰੱਖਣਾ ਹੈ, ਉਹਨਾਂ ਨੂੰ ਵਰਤੋਂ ਕਰਨੀ ਹੈ ਉਹਦੀ। ਔਰ ਸਭ ਤੋਂ ਬੜੀ ਜ਼ਰੂਰੀ ਚੀਜ਼ ਹੈ ਕਿ ਆਪਣੇ ਕੋਲ ਪਾਣੀ ਦੀ ਬਾਲਟੀ ਜਿਹੜੀ ਭਰ ਕੇ ਰੱਖੋ, ਤੇ ਕੋਈ ਬਾਈ ਚਾਂਸ ਤੁਹਾਡਾ ਜਿਹੜਾ ਪਟਾਕਾ ਚੱਲਿਆ ਨਹੀਂ ਹੈ ਤੇ ਉਸ ਦੇ ਕੋਲ ਲਾਗੇ ਨਾ ਜਾਓ ਅੱਧੇ ਘੰਟੇ। ਸੋ ਥੀਸ ਆਰ ਦੀ ਫਿਊ ਥਿੰਗਸ ਜਿਹੜੇ ਕਿ ਬਹੁਤ ਜ਼ਰੂਰੀ ਹੈ ਸਮਝਣਾ। ਤੇ ਜਿਹੜੇ 10 ਫੁੱਟ ਤੋਂ ਉੱਪਰ ਜਿਹੜੇ ਪਟਾਕੇ ਚੱਲਦੇ ਨੇ, ਜਿਹੜੇ ਫਾਇਰਵਰਕਸ ਜਾਂਦੇ ਆ, ਉਹਨਾਂ ਨੂੰ ਨਹੀਂ ਤੁਸੀਂ ਯੂਜ਼ ਕਰ ਸਕਦੇ। ਸੋ ਕਾਈਂਡਲੀ ਡੋਂਟ ਯੂਜ਼ ਦੈਮ ਐਟ ਆਲ। ਉਹਦਾ ਤੁਹਾਨੂੰ ਬਹੁਤ ਭਾਰੀ ਟਿਕਟ ਮਿਲ ਸਕਦੀ ਹੈ ਜੀ। ਔਰ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਮੈਂਸ਼ਨ ਕਰਨਾ ਚਾਹੁੰਦਾ ਜੀ, ਜਿਹੜੇ ਕਿ ਲੋਕ ਕੀ ਕਰਦੇ ਆ, ਤੁਸੀਂ ਇਹਨੂੰ ਸਿਰਫ ਪਟਾਕਿਆਂ ਨੂੰ ਆਪਣੀ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਹੀ ਚਲਾ ਸਕਦੇ ਹੋ। ਇਹਨੂੰ ਤੁਸੀਂ ਸਾਈਡ ਵਾਕ ਤੇ ਨਹੀਂ ਚਲਾ ਸਕਦੇ, ਸੜਕ ਤੇ ਨਹੀਂ ਚਲਾ ਸਕਦੇ, ਸਕੂਲਾਂ ਦੇ ਯਾਰਡਾਂ ਦੇ ਵਿੱਚ ਨਹੀਂ ਚਲਾ ਸਕਦੇ, ਤੁਸੀਂ ਹੋਰ ਜਿਹੜੀਆਂ ਜਨਤਕ ਹੋਰ ਹੁੰਦੀਆਂ ਜਗ੍ਹਾ ਹੁੰਦੀਆਂ ਜਿਵੇਂ ਪਲਾਜ਼ੇ ਹੋ ਗਏ, ਕੁਛ ਹੋ ਗਿਆ, ਉਹਨਾਂ ਦੇ ਵਿੱਚ ਜਾ ਕੇ ਨਹੀਂ ਚਲਾ ਸਕਦੇ। ਪਟਾਕੇ ਚਲਾਣੇ ਆ ਇਹੀ ਵਾਲੇ ਜਿਹੜੇ ਛੋਟੀ ਦੂਰੀ ਤੱਕ ਮਾਰ ਕਰਦੇ, ਜਿਹੜੇ 10 ਫੁੱਟ ਤੱਕ। ਆਪਣੇ ਘਰ ਦੀ ਕਿਹੜੀ ਹੱਦ ਤੱਕ ਤੁਸੀਂ ਚਲਾ ਸਕਦੇ ਹੋ? ਤੁਸੀਂ ਆਪਣੇ ਕਿਆ ਅਸੀਂ ਇਸ ਨੂੰ ਮੇਨ ਰੋਡ ਤੇ ਚਲਾ ਸਕਦੇ? ਨਹੀਂ ਜੀ, ਨਹੀਂ, ਬਿਲਕੁਲ ਨਹੀਂ ਚਲਾ ਸਕਦੇ। ਈਵਨ ਸਾਈਡ ਵਾਕ ਤੇ ਵੀ ਨਹੀਂ ਚਲਾ ਸਕਦੇ ਜੀ। ਅੱਛਾ ਜੀ। ਕੋਈ ਵੀ ਪਬਲਿਕ ਜਿੱਥੇ ਆਵਾਜਾਈ ਹੈ ਉਸ ਤੇ ਤੁਸੀਂ ਨਹੀਂ ਚਲਾ ਸਕਦੇ? ਸਿਟੀ ਪ੍ਰਾਪਰਟੀ ਦੇ ਉੱਤੇ ਨਹੀਂ ਚਲਾ ਸਕਦੇ ਜੀ। ਓਕੇ, ਸੋ ਇਹਨੂੰ ਆਪਣੀ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਹੀ ਚਲਾ ਸਕਦੇ ਹੋ। ਔਰ ਦੂਸਰੀ ਗੱਲ ਇਹਦੇ ਵਿੱਚ ਹੈਗੀ ਹੈ, ਜਿਹੜੇ ਪਟਾਕੇ ਵਿਕਰੇਤਾ ਹੈਗੇ ਨੇ ਉਹ ਵੀ ਇੱਥੇ ਲਾਇਸੈਂਸਡ ਹੁੰਦੇ ਨੇ। ਸਾਡਾ ਲਾਇਸੈਂਸਿੰਗ ਡਿਪਾਰਟਮੈਂਟ ਔਰ ਫਾਇਰ ਡਿਪਾਰਟਮੈਂਟ ਉਹਨਾਂ ਦੀ ਇਨਸਪੈਕਸ਼ਨ ਕਰਦਾ, ਤੇ ਉਹਦੇ ਵਾਸਤੇ ਹੁਣ ਅੱਜ ਦੀ ਡੇਟ ਦੇ ਵਿੱਚ ਔਰ ਇਹ ਜਿਹੜੇ ਫਾਇਰਵਰਕਸ ਜਿਹੜੇ ਵੇਚੇ ਸਿਰਫ 7 ਦਿਨ ਪਹਿਲਾਂ ਹੀ, ਇਹ ਜਿਹੜੇ ਕੈਨੇਡਾ ਡੇ, ਵਿਕਟੋਰੀਆ ਡੇ, ਦੀਵਾਲੀ ਅਤੇ ਨਵੇਂ ਸਾਲ ਤੋਂ 7 ਦਿਨ ਪਹਿਲਾਂ ਹੀ ਇਹਨਾਂ ਦੀ ਸੇਲ ਸ਼ੁਰੂ ਹੋ ਸਕਦੀ ਹੈ ਜੀ। ਔਰ ਇਹਨਾਂ ਨੂੰ ਪ੍ਰੋਪਰ ਲਾਇਸੈਂਸ ਕੀਤਾ ਜਾਂਦਾ ਹੈ। ਹੁਣ ਇੱਕ ਨਵੀਂ ਐਡੀਸ਼ਨ ਕੀਤੀ ਹੈ ਜਿਹਦੇ ਵਿੱਚ ਕਿ ਜਿਹੜਾ ਵੀ ਇਹ ਜੀ ਫਾਇਰਵਰਕਸ ਵਿਕਰੇਤਾ ਹੈਗਾ ਉਹਦੇ ਵਾਸਤੇ ਇੱਕ ਫਾਇਰਵਰਕਸ ਵਿਕਰੇਤਾ ਕੋਰਸ ਹੈਗਾ ਜੀ, ਆਨਲਾਈਨ ਟ੍ਰੇਨਿੰਗ ਹੈਗੀ ਆ, ਉਹ ਵਾਲਾ ਕੋਰਸ ਪਾਸ ਕਰਨਾ ਜ਼ਰੂਰੀ ਹੈ। ਉਹਦੇ ਵਿੱਚ ਇੱਕ ਸ਼ਾਰਟ ਵੀਡੀਓ ਹੈਗਾ ਜਿਹੜਾ ਕਿ ਉਹਨਾਂ ਨੂੰ ਦਿਖਾਇਆ ਜਾਂਦਾ ਐਂਡ ਕੀ ਉਹਦੇ ਵਿੱਚ ਉਹਨਾਂ ਨੇ ਚੀਜ਼ਾਂ ਸੇਫਟੀ ਪ੍ਰੀਕਾਸ਼ਨਸ ਲੈਣੀਆਂ ਕੀ ਹੈਗਾ ਉਹ ਬਹੁਤ ਲਾਜ਼ਮੀ ਹੈਗਾ ਜੀ। ਉਸ ਤੋਂ ਬਾਅਦ ਉਹ ਫਾਇਰ ਡਿਪਾਰਟਮੈਂਟ ਦੇ ਕੋਲ ਆਪਣਾ ਇਨਸਪੈਕਸ਼ਨ ਵਾਸਤੇ ਅਪਲਾਈ ਕਰਦੇ ਆ, ਤੇ ਉੱਥੇ ਸਾਰੀ ਹਰ ਜਿਹੜੀ ਸੇਫਟੀ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਸੋ ਅਗਰ ਤੁਸੀਂ ਫਾਇਰਵਰਕਸ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ, ਪਟਾਕੇ ਵੇਚਣਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਲਾਇਸੈਂਸ ਰਿਕੁਆਇਰਡ ਹੈ ਔਰ ਉਹਦਾ ਇੱਕ ਹੁਣ ਕੋਰਸ ਲਾਗੂ ਹੋ ਗਿਆ ਹੈ। ਉਹ ਕੋਰਸ ਤੁਹਾਨੂੰ ਸਿਖਾਏਗਾ ਇਸ ਨੂੰ ਵੇਚਣਾ ਕਿੱਦਾਂ ਹੈ, ਇਸ ਤੋਂ ਸੇਫਟੀ ਪ੍ਰੀਕਾਸ਼ਨਸ ਕਿੱਦਾਂ ਰੱਖਣੇ ਹੈ। ਬਿਲਕੁਲ ਜੀ। ਸੋ ਅੱਗੇ ਵਧਦੇ ਹੋਏ ਕੁਝ ਜਾਣਕਾਰੀ ਸਾਨੂੰ ਵਾਈਟਲ ਸਰਵਿਸਿਜ਼ ਬਾਰੇ ਵੀ ਤੁਸੀਂ ਦਿਓ। ਸੋ ਜੀ, ਵਾਈਟਲ ਸਰਵਿਸਿਜ਼ ਹੈਗੀਆਂ ਨੇ ਜਿਵੇਂ ਐਡਿਕੁਏਟ ਸਪਲਾਈ ਆਫ ਹੀਟ, ਠੀਕ ਹੈ ਜੀ, ਇਹ ਬਹੁਤ ਮੇਨ ਹੈਗੀ ਹੈ। ਐਡਿਕੁਏਟ ਸਪਲਾਈ ਆਫ ਹੌਟ ਵਾਟਰ, ਗਰਮ ਪਾਣੀ ਆਣਾ ਔਰ ਤੁਹਾਡੀ ਹੀਟ ਚੱਲਦੀ ਹੋਣੀ, ਔਰ ਪੀਣ ਵਾਸਤੇ ਜਿਹੜਾ ਪਾਣੀ ਹੈਗਾ ਇਹ ਅਵੇਲੇਬਲ ਹੋਣਾ। ਇਹ ਤੁਹਾਡਾ ਕਹਿਣਾ ਹੈ ਕਿ ਤੁਹਾਡੇ ਜਿਹੜੇ ਟੈਨੈਂਟ ਨੂੰ, ਤੁਹਾਡਾ ਜਿਹੜਾ ਕਿਰਾਏਦਾਰ ਹੈ ਉਹਨੂੰ ਇਹ ਸਰਵਿਸ ਮਿਲਣੀਆਂ ਜ਼ਰੂਰੀ ਨੇ? ਬਿਲਕੁਲ ਜੀ। ਤੁਹਾਡਾ ਕੋਈ ਵੀ ਆਪਣੇ ਕਿਰਾਏਦਾਰ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਪਿਊਟ ਹੁੰਦਾ, ਤੁਸੀਂ ਇਹ ਸਾਰੀਆਂ ਚੀਜ਼ਾਂ ਤੁਸੀਂ ਬੰਦ ਨਹੀਂ ਕਰ ਸਕਦੇ। ਸੋ ਜਿਹੜਾ ਹੈਗਾ ਇਹਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਾਂ। ਸੋ ਜਿਹੜਾ ਐਡਿਕੁਏਟ ਐਂਡ ਸੂਟੇਬਲ ਹੀਟ ਹੈਗੀ ਹੈ, ਇਹ ਜਿਹੜੀ ਹੈਗੀ ਆ 20 ਡਿਗਰੀ ਟੈਂਪਰੇਚਰ ਘਰ ਦੇ ਅੰਦਰ ਹੋਣਾ ਲਾਜ਼ਮੀ ਹੈ ਜੀ। ਅੱਛਾ। ਇਹਨੂੰ ਐਨਫੋਰਸ ਕੀਤਾ ਜਾਂਦਾ ਸਤੰਬਰ ਦੇ ਵੀ ਮਹੀਨੇ ਤੋਂ 15 ਸਤੰਬਰ ਤੋਂ ਲੈ ਕੇ ਤੇ 1 ਜੂਨ ਤੱਕ ਇਹ ਐਨਫੋਰਸ ਕੀਤਾ ਜਾਂਦਾ ਜੀ।
ਮਗਰ ਇਹਦੇ ਵਿੱਚ ਸਾਡੇ ਡਾਇਰੈਕਟਰ ਜਿਹੜੇ ਹੈਗੇ ਨੇ ਐਨਫੋਰਸਮੈਂਟ ਬਾਇਲਾ ਸਰਵਿਸਿਜ਼, ਉਹਨਾਂ ਦੇ ਕੋਲੇ ਹੱਕ ਹੈਗਾ ਕਿ ਡਿਪੈਂਡਿੰਗ ਅਪੋਨ ਕਿ ਵੈਦਰ ਕੰਡੀਸ਼ਨਸ, ਕਿ ਜੇ ਮਈ ਦੇ ਵਿੱਚ ਹੀ ਮੌਸਮ ਬਹੁਤ ਗਰਮ ਹੋ ਗਿਆ ਤਾਂ ਇਹ ਉਹਨੂੰ 1 ਜੂਨ ਦੀ ਬਜਾਏ ਮਈ ਦੇ ਵਿੱਚ ਵੀ ਖਤਮ ਕਰ ਸਕਦੇ ਹਾਂ। ਓਕੇ ਰਾਈਟ। ਸੋ ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਜਾਂਦੇ ਹਾਂ, ਅਸੀਂ ਟੈਂਪਰੇਚਰ ਮੈਜਰ ਕਰਦੇ ਹਾਂ। ਹੁਣ ਜੇ ਟੈਨੈਂਟ ਕੰਪਲੇਂਟ ਕਰਦਾ ਕਿ ਮੇਰੇ ਜੀ ਘਰ ਦੇ ਵਿੱਚ ਹੀਟ ਨਹੀਂ ਹੈਗੀ, ਤਾਂ ਅਸੀਂ ਜਾ ਕੇ ਉੱਥੇ ਸਾਡੇ ਕੋਲ ਸਾਈਕਲੋਮੀਟਰ ਹੁੰਦਾ, ਇੱਕ ਇੰਸਟਰੂਮੈਂਟ ਹੁੰਦਾ ਥਰਮਾਮੀਟਰ, ਜਿਹਦੇ ਨਾਲ ਅਸੀਂ ਜਾ ਕੇ ਜ਼ਮੀਨ ਤੋਂ ਫਲੋਰ ਤੋਂ ਅਸੀਂ 1.5 ਮੀਟਰ ਉੱਪਰ ਔਰ ਬਾਹਰਲੀ ਕੰਧ ਤੋਂ ਅਸੀਂ 1 ਮੀਟਰ ਅੰਦਰ ਜਿਹੜਾ ਹੈਗਾ ਉੱਥੇ ਟੈਂਪਰੇਚਰ ਮੇਜਰ ਕਰਦੇ ਹਾਂ, ਅਲੱਗ-ਅਲੱਗ ਜਗ੍ਹਾ ਤੇ, ਅਲੱਗ-ਅਲੱਗ ਥਾਵਾਂ ਤੇ ਜੀ, ਪੂਰੇ ਘਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਫਿਰ ਉਹ ਜੋ ਰੀਡਿੰਗ ਉਹਦੇ ਵਿੱਚ 20 ਡਿਗਰੀ ਸੈਂਟੀਗ੍ਰੇਡ ਤੋਂ ਘੱਟ ਆਉਂਦੀ ਹੈ ਤਾਂ ਫਿਰ ਅਸੀਂ ਓਨਰ ਨੂੰ ਨੋਟਿਸ ਦਿੰਦੇ ਹਾਂ ਕਿ ਉਹ ਪ੍ਰੋਪਰ ਹੀਟਿੰਗ ਕਰੇ, ਤੇ ਜੇ ਉਹ ਨਹੀਂ ਉਹਦੀ ਪਾਲਣਾ ਕਰਦਾ ਤੇ ਫਿਰ ਉਹਨੂੰ ਇਹਦੇ ਵਿੱਚ ਚਾਰजेस ਜਿਹੜੇ ਨੇ ਉਹ ਐਵਰੀ ਡੇ ਦੇ ਚਾਰजेस ਆ, ਜਿੰਨੀ ਦੇਰ ਤੱਕ ਉਹਨੂੰ ਫਿਕਸ ਨਹੀਂ ਕਰਦਾ ਜੀ। ਸੋ ਖਿਆਲ ਰੱਖਿਓ ਕਿ ਤੁਹਾਡਾ ਜਿਹੜਾ ਕਿਰਾਏਦਾਰ ਹੈ ਤੁਸੀਂ ਉਹਨੂੰ ਬੇਸਿਕ ਕਮਿਊਨਿਟੀਜ਼ ਜ਼ਰੂਰ ਪ੍ਰੋਵਾਈਡ ਕਰਨੀ ਜੀ। ਜੇ ਤੁਸੀਂ ਪ੍ਰੋਵਾਈਡ ਨਹੀਂ ਕਰਦੇ ਔਰ ਉਸ 'ਤੇ ਅਮਲ ਨਹੀਂ ਕਰਦੇ ਔਰ ਤੁਹਾਡੀ ਕੰਪਲੇਂਟ ਸਿਟੀ ਆਫ ਬਰੈਂਪਟਨ ਕੋਲ ਚਲੇ ਜਾਂਦੀ ਹੈ ਤੇ ਉਸ 'ਤੇ ਤੁਹਾਡੇ 'ਤੇ ਕਾਰਵਾਈ ਕੀਤੀ ਜਾਏਗੀ ਜੀ। ਸੋ ਅਗਲਾ ਮੁੱਦਾ ਹੈ ਜੀ ਆਈਡਲਿੰਗ ਬਾਇਲੌ ਦਾ ਜੀ। ਇਹ ਕੀ ਹੈ? ਸੋ ਆਈਡਲਿੰਗ ਹੁੰਦੀ ਹੈ ਜੀ ਜਦੋਂ ਵੀ ਅਸੀਂ ਕੋਈ ਵੀ ਗੱਡੀ ਆਪਾਂ ਚੱਲਦੀ ਛੱਡਦੇ ਹਾਂ। ਚੱਲਦੀ ਮਤਲਬ ਗੱਡੀ ਚੱਲ ਰਹੀ ਹੈ ਜਾਂ ਨਹੀਂ, ਗੱਡੀ ਦਾ ਇੰਜਨ ਜਿਹੜਾ ਹੈਗਾ, ਗੱਡੀ ਖੜੀ ਹੈ, ਅੱਛਾ, ਗੱਡੀ ਪਾਰਕ ਮੋਡ 'ਚ ਖੜੀ ਹੈ ਮਗਰ ਇੰਜਨ ਔਨ ਹੈਗਾ, ਰਾਈਟ, ਠੀਕ ਹੈ, ਉਹਨੂੰ ਅਸੀਂ ਕਹਿੰਦੇ ਆਈਡਲਿੰਗ। ਸੋ ਆਈਡਲਿੰਗ ਜਿਹੜੀ ਹੈਗੀ ਹੈ ਉਹ 3 ਮਿੰਟ ਤੱਕ ਹੀ ਸਿਟੀ ਆਫ ਬਰੈਂਪਟਨ ਦੇ ਵਿੱਚ ਅਲਾਉਡ ਹੈ। 3 ਮਿੰਟ ਤੋਂ ਜ਼ਿਆਦਾ ਆਈਡਲਿੰਗ ਅਲਾਉਡ ਨਹੀਂ ਹੈ। ਇਹਦੇ ਵਿੱਚ ਕਈ ਵਹੀਕਲਸ ਨੂੰ ਛੋਟ ਹੈਗੀ ਹੈ। ਜੇ ਤੁਹਾਡੇ ਗੱਡੀ ਦੇ ਅੰਦਰ ਕੋਈ ਇਹੋ ਜਿਹਾ ਸ਼ਖਸ ਹੈ ਜਿਹੜਾ ਕਿ ਬਿਮਾਰ ਹੈ, ਜਿਹਨੂੰ ਉਸ AC ਦੀ ਜਾਂ ਹੀਟ ਦੀ ਜ਼ਰੂਰਤ ਹੈਗੀ ਆ, ਯੈਸ ਤੁਸੀਂ ਗੱਡੀ ਔਨ ਰੱਖ ਸਕਦੇ ਹੋ। ਜਾਂ ਤੁਹਾਡੇ ਕੋਲ ਕੋਈ ਰੈਫਰੀਜਰੇਟਡ ਪ੍ਰੋਡਕਟ ਹੈਗਾ ਜੀ, ਜਿਵੇਂ ਤੁਹਾਡੇ ਰੀਫਰ ਟ੍ਰੇਲਰ ਹੁੰਦੇ ਨੇ ਜੀ, ਠੀਕ ਹੈ ਜੀ, ਉਹਨਾਂ ਨੂੰ ਕਰ ਸਕਦੇ ਹੋ। ਸੋ ਇਹ ਜਿਹੜਾ ਹੈਗਾ, ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਹੈਗੀਆਂ ਨੇ ਉਸ ਟਾਈਮ ਦੇ ਉੱਤੇ ਆਫਿਸਰ ਇਨਵੈਸਟੀਗੇਟ ਕਰਦਾ। 3 ਮਿੰਟ ਤੋਂ ਜ਼ਿਆਦਾ ਜੇ ਹੋਵੇ ਤਾਂ ਆਫਿਸਰ ਇਹਦੇ ਵਿੱਚ ਜਿਹੜਾ ਕਾਰ ਵਾਹਨ ਚਾਲਕ ਹੈਗਾ ਉਹਨੂੰ ਟਿਕਟ ਦੇ ਸਕਦਾ। ਜਿਸ ਤਰ੍ਹਾਂ ਕਿ ਮੋਹਿਤ ਜੀ ਨੇ ਦੱਸਿਆ ਕਿ ਅਗਰ ਤੁਸੀਂ ਕਿਸੇ ਪਾਰਕਿੰਗ ਲਾਟ ਦੇ ਵਿੱਚ ਖੜੇ ਹੋ ਔਰ ਤੁਸੀਂ ਆਪਣੀ ਗੱਡੀ ਦਾ ਇੰਜਨ 3 ਮਿੰਟ ਤੋਂ ਵੱਧ ਔਨ ਕਰਕੇ ਰੱਖਿਆ ਹੈ ਤੇ ਇਹ ਇੱਕ ਲਾਅ ਹੈ ਕਿ ਇਹਦੇ ਤਹਿਤ ਤੁਸੀਂ ਇਸ ਤਰ੍ਹਾਂ ਦੀ ਪੋਲਿਊਸ਼ਨ ਨਹੀਂ ਕ੍ਰੀਏਟ ਕਰ ਸਕਦੇ ਔਰ ਸੈਕੰਡਲੀ ਇਸ ਤੇ ਤੁਹਾਨੂੰ ਟਿਕਟ ਮਿਲ ਸਕਦੀ ਹੈ ਜੀ। ਇਹ ਡਿਪੈਂਡ ਕਰਦਾ ਹੈ ਕਿ ਉਸ ਟਾਈਮ ਜਿਹੜਾ ਤੁਹਾਡਾ ਆਫਿਸਰ ਹੈ ਉਹ ਉਸ ਨੂੰ ਆਬਜ਼ਰਵ ਕਰਕੇ ਉਹਦਾ ਟਾਈਮ ਕੰਟਰੋਲ ਕਰਕੇ ਉਹਨੂੰ ਤੁਹਾਨੂੰ ਟਿਕਟ ਦੇ ਸਕਦਾ ਜੀ। ਕੁਝ ਮੁੱਦੇ ਨੇ ਜਿਹੜੇ ਕਿ ਲੋਇਟਰਿੰਗ ਦੇ ਨੇ ਜਾਂ ਟ੍ਰੈਸਪਾਸਿੰਗ ਦੇ ਨੇ, ਪਬਲਿਕ ਨਿਊਸੈਂਸ ਹੈ ਜੀ। ਇੱਕ ਮਫਲਡ ਸਲੈਂਸਰ ਅੱਜ ਕੱਲ੍ਹ ਬੜਾ ਸਟਾਈਲ ਚੱਲਿਆ ਹੈ ਜੀ। ਅੱਜ ਕੱਲ੍ਹ ਦੇ ਯੰਗਸਟਰਸ ਨੇ ਜਿਹੜੇ ਕਿ ਮੋਟੇ ਸਲੈਂਸਰ ਕਰਾਉਂਦੇ ਨੇ, ਨੋਇਸ ਪੋਲਿਊਸ਼ਨ ਕਰਦੇ ਨੇ ਜੀ। ਸੋ ਕੁਝ ਇਸ ਤਰ੍ਹਾਂ ਹੈ, ਕੁਝ ਇੱਕ ਮੁੱਦੇ ਜਿਹੜੇ ਹੈ ਕਿ ਵੀ ਜਿਹੜੇ ਡੌਗਸ ਦੀ ਪ੍ਰੋਬਲਮ ਹੈ ਕਿ ਉਹ ਕੁੱਤੇ ਭੌਂਕਦੇ ਬਹੁਤ ਹੈ, ਲੋਕਾਂ ਨੂੰ ਆਂਢ ਗੁਆਂਢ ਵਾਲਿਆਂ ਨੂੰ ਬੜੀ ਤਕਲੀਫ ਹੁੰਦੀ ਹੈ। ਸੋ ਇਹ ਕੁਝ ਚੀਜ਼ਾਂ ਨੇ ਬੜੀ ਜ਼ਰੂਰੀ ਜਿਨ੍ਹਾਂ ਬਾਰੇ ਤੁਸੀਂ ਜਾਣਕਾਰੀ ਦਿਓ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ ਕਿ ਮੈਂ ਆਪ ਬੜਾ ਦੇਖਿਆ ਲੋਕਾਂ ਨੂੰ ਕਿ ਆਪਣੇ ਪੈਟ ਨੂੰ ਵਾਕ ਤੇ ਲੈ ਕੇ ਜਾਂਦੇ ਜੀ ਔਰ ਉਹਨਾਂ ਦਾ ਪੈਟ ਜਿਹੜਾ ਹੈ ਪੂਪ ਕਰਦਾ ਜੀ ਔਰ ਉਹ ਪੂਪ ਕਰਦਾ ਤਾਂ ਉਹਨੂੰ ਅੱਗੇ ਲੈ ਜਾਂਦੇ ਜੀ, ਉਹ ਉਹਨੂੰ ਉੱਥੋਂ ਚੱਕਦੇ ਨਹੀਂ ਜੀ। ਸੋ ਮੈਨੂੰ ਇਹ ਚੀਜ਼ ਸਮਝ ਨਹੀਂ ਆਈ ਕਿ ਅਸੀਂ ਕੈਨੇਡਾ ਦੇ ਵਿੱਚ ਆਏ ਕਿਸ ਲਈ ਆ, ਆਏ ਆ ਇੱਥੋਂ ਦੇ ਵਧੀਆ ਵਾਤਾਵਰਣ ਲਈ ਜੀ। ਸੋ ਅਸੀਂ ਇੱਥੇ ਆ ਕੇ ਵੀ ਅਗਰ ਆਪਣੀ ਹਰਕਤਾਂ ਨਹੀਂ ਬਦਲ ਸਕਦੇ, ਇੱਥੇ ਦੇ ਲਾਜ਼ ਰੂਲਸ ਐਂਡ ਰੈਗੂਲੇਸ਼ਨਸ ਨੂੰ ਨਹੀਂ ਵਰਤੋਂ ਤੇ ਲਿਆ ਸਕਦੇ ਤੇ ਫਿਰ ਕੀ ਫਾਇਦਾ ਇੱਥੇ ਆਉਣ ਦਾ। ਸੋ ਇਸ ਤੇ ਕੁਝ ਜਾਣਕਾਰੀ ਜ਼ਰੂਰ ਦਿਓ। ਸੋ ਜਿਹੜੀ ਹੈਗੀ ਜੀ, ਆਪਾਂ ਪਹਿਲਾਂ ਗੱਲ ਕਰਦੇ ਹਾਂ ਪਬਲਿਕ ਨਿਊਸੈਂਸ ਲੋਇਟਰਿੰਗ, ਠੀਕ ਹੈ ਜੀ, ਉਹਦੇ ਵਿੱਚ। ਸੋ ਸਾਡੇ ਕੋਲ ਇੱਕ ਪਬਲਿਕ ਨਿਊਸੈਂਸ ਬਾਇਲਾ ਹੈਗਾ ਜਿਹਦੇ ਵਿੱਚ ਕਈ ਡਿਫਰੈਂਟ ਤਰੀਕੇ ਦੇ ਅਫੈਂਸਿਸ ਹੈਗੇ ਨੇ, ਜਿਨ੍ਹਾਂ ਦੇ ਤਹਿਤ ਅਸੀਂ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਵੀ ਅਸੀਂ ਜਾ ਕੇ ਅਗਰ ਕੋਈ ਉਹਨਾਂ ਦੀ ਵਾਇਲੇਸ਼ਨਸ ਕਰਦਾ, ਜਿਵੇਂ ਕੋਈ ਉੱਚੀ ਗਾਲਾਂ ਕੱਢਦਾ ਜਾਂ ਕੋਈ ਥੁੱਕਦਾ ਜਾਂ ਜਿਹੜੇ ਮੰਗਣ ਵਾਲੇ ਹੁੰਦੇ ਨੇ ਜੀ, ਠੀਕ ਹੈ, ਖੜੇ ਹੋਏ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਅਸੀਂ ਐਕਸ਼ਨ ਲੈ ਸਕਦੇ ਹਾਂ। ਹੁਣ ਆਉਂਦਾ ਕਿ ਲੋਇਟਰਿੰਗ ਜੇ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਹੋ ਰਹੀ ਹੈ ਤੇ ਉਹ ਜਾਂ ਤਾਂ ਉੱਥੇ ਦੀ ਸਿਕਿਉਰਿਟੀ ਜਿਹੜੀ ਹੋਏਗੀ ਉਹ ਐਕਸ਼ਨ ਲਏਗੀ। ਲੋਇਟਰਿੰਗ, ਮਫਲਰਸ, ਠੀਕ ਹੈ, ਇਹ ਸਾਰਾ ਪੁਲਿਸ ਦਾ ਇਸ਼ੂ ਹੈ ਜੀ। ਇਹ ਪੁਲਿਸ ਦਾ ਇਸ਼ੂ ਜੀ।
ਇਹ ਪੁਲਿਸ ਦੇ ਅੰਡਰ ਆਉਂਦਾ। ਸੇ ਅਗਰ ਤੁਹਾਨੂੰ ਇਹੋ ਜਿਹੀ ਕੋਈ ਚੀਜ਼ ਨਜ਼ਰ ਆਵੇ ਤੇ ਕਿਆ ਤੁਸੀਂ ਇਹ ਪ੍ਰੋਬਲਮ ਨੂੰ ਅੱਗੇ ਜਾਂ ਕੋਈ ਕੰਪਲੇਂਟ ਕਰਦਾ ਹੈ ਤੁਸੀਂ ਉਹਨੂੰ ਰੈਫਰ ਕਰ ਸਕਦੇ ਹੋ ਅੱਗੇ ਪੁਲਿਸ ਨੂੰ? ਡੈਫੀਨੇਟਲੀ ਜੀ, ਜੇ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਕਰਦਾ, ਔਰ ਸਾਡੇ ਕੋਲ ਆਈਆਂ ਵੀ ਹੈ ਕੰਪਲੇਂਟਸ, ਸੋ ਜਿਹਦੇ ਵਿੱਚ ਅਸੀਂ ਦੇਖਿਆ ਕਿ ਹਾਂ ਜੀ ਜਿਹੜੀ ਇਹ ਕੰਪਲੇਂਟ ਹੈ ਸਾਡੇ ਦਾਇਰੇ ਦੀ ਨਹੀਂ ਹੈ, ਠੀਕ ਹੈ, ਸਾਡੀ ਜੁਰਿਸਡਿਕਸ਼ਨ ਦੀ ਨਹੀਂ ਹੈ, ਤਾਂ ਅਸੀਂ ਉਸ ਕੰਪਲੇਨੈਂਟ ਨੂੰ ਵੀ ਅਸੀਂ ਗਾਈਡ ਕਰਦੇ ਤੁਸੀਂ ਪੁਲਿਸ ਨੂੰ ਕੰਟੈਕਟ ਕਰੋ ਕਿ ਇਹ ਜਿਹੜੀ ਹੈਗੀ ਹੈ ਉਹਨਾਂ ਦੀ ਜੁਰਿਸਡਿਕਸ਼ਨ ਚੱਲਦੀ ਹੈ। ਜਿਹੜੀ ਮਫਲਰ ਵਾਲੀ ਕੰਪਲੇਂਟ ਹੈ, ਸਾਡੇ ਕੋਲ ਬਹੁਤ ਕੰਪਲੇਂਟਸ ਆਈਆਂ ਨੇ, ਸਪੈਸ਼ਲੀ ਆ ਕੋਵਿਡ ਦੇ ਦੌਰਾਨ, ਕੁਛ ਇੱਕ ਪਲਾਜ਼ਾ ਦੇ ਵਿੱਚ ਸੀਗੀ, ਸੋ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਕੰਪਲੇਨੈਂਟਸ ਨੂੰ ਰੈਫਰ ਕੀਤਾ ਪੁਲਿਸ ਦੇ ਵਿੱਚ, ਔਰ ਪੁਲਿਸ ਨੇ ਉਹਦੇ ਉੱਤੇ ਇੱਕ ਸਪੈਸ਼ਲ ਮੁਹਿੰਮ ਛੇੜ ਕੇ ਇਹਦੇ ਵਿੱਚ ਟਿਕਟਾਂ ਵੀ ਇਸ਼ੂ ਕੀਤੀਆਂ, ਐਕਸ਼ਨ ਲਿੱਤਾ ਜੀ। ਔਰ ਹੁਣ ਗੱਲ ਕਰਦੇ ਹਾਂ ਜੀ ਅਸੀਂ ਆਪਣਾ ਜਿਹੜਾ ਡੌਗ ਪੂਪ ਦੀ, ਸੋ ਅਗਰ ਤੁਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਦੇਖਦੇ ਦੇਖੋ ਇਹ ਸਭ ਦੀ ਇੱਕ ਇਖਲਾਕੀ ਜ਼ਿੰਮੇਵਾਰੀ ਹੈਗੀ। ਜਦੋਂ ਤੁਸੀਂ ਇੱਕ ਪੈਟ ਪਾਲਦੇ ਹੋ, ਠੀਕ ਹੈ, ਤੇ ਤੁਹਾਨੂੰ ਉਹਦੀ ਡਿਊਟੀਜ਼ ਵੀ ਹੁੰਦੀਆਂ ਨੇ ਤੁਹਾਡੀ, ਸੋ ਅਗਰ ਤੁਸੀਂ ਉਹਨੂੰ ਵਾਕ ਤੇ ਲੈ ਕੇ ਜਾਂਦੇ ਹੋ, ਅਗਰ ਉਹ ਪੂਪ ਕਰਦਾ ਤਾਂ ਬਰੈਂਪਟਨ ਦੇ ਅੰਦਰ ਪੂਪ ਐਂਡ ਸਕੂਪ ਬਾਇਲਾ ਜਿਹੜਾ ਹੈਗਾ ਉਹ ਐਨਫੋਰਸੇਬਲ ਹੈ। ਪੂਪ ਐਂਡ ਸਕੂਪ ਜੀ, ਸੋ ਬੇਸਿਕਲੀ ਕੀ ਹੈ ਕਿ ਜੇ ਤੁਹਾਡਾ ਪੈਟ ਜਿਹੜਾ ਹੈਗਾ ਉਹ ਪੂਪ ਕਰਦਾ ਤਾਂ ਤੁਸੀਂ ਉਹਨੂੰ ਸਕੂਪ ਕਰਨਾ, ਚੱਕਣਾ, ਠੀਕ ਹੈ, ਚੱਕ ਕੇ ਉਹਦਾ ਨਿਪਟਾਰਾ ਪ੍ਰੋਪਰ ਕਰਨਾ। ਜੇ ਤੁਸੀਂ ਨਹੀਂ ਕਰਦੇ ਤੇ ਕੋਈ ਕੰਪਲੇਂਟ ਕਰਦਾ, ਤੁਸੀਂ ਕੰਪਲੇਂਟ ਕਰ ਸਕਦੇ ਹੋ ਇਸ ਚੀਜ਼ ਦੀ 311 ਦੇ ਉੱਤੇ। ਐਨੀਮਲ ਕੰਟਰੋਲ ਡਿਵੀਜ਼ਨ ਜਿਹੜੀ ਹੈਗੀ ਹੈ ਸਿਟੀ ਆਫ ਬਰੈਂਪਟਨ ਦੀ, ਜੋ ਕਿ ਐਨਫੋਰਸਮੈਂਟ ਐਂਡ ਬਾਇਲਾ ਸਰਵਿਸ ਤੋਂ ਵੱਖ ਹੈਗੀ ਹੈ, ਉਹ ਪਾਰਕਸ ਐਂਡ ਰੈਕ੍ਰੀਏਸ਼ਨ ਦਾ ਪਾਰਟ ਹੈਗੀ ਹੈ ਜੀ, ਉਹ ਜਿਹੜਾ ਹੈਗਾ ਐਕਸ਼ਨ ਲਵੇਗਾ। ਇਸ ਤੇ ਕਿੰਨੇ ਦੀ ਟਿਕਟ ਦਿੱਤੀ ਜਾਂਦੀ ਹੈ ਜੇ ਅਗਰ ਬਾਈ ਚਾਂਸ ਕੋਈ ਇਹੋ ਜਿਹਾ ਕੰਮ ਕਰਦਾ ਹੋਏ ਪਕੜਿਆ ਜਾਵੇ? ਸੋ ਮੈਨੂੰ ਐਗਜ਼ੈਕਟਲੀ ਤਾਂ ਨਹੀਂ ਮੈਂ ਕੋਟ ਕਰ ਸਕਦਾ ਜੀ, ਕਿਉਂਕਿ ਇਹ ਡਿਫਰੈਂਟ ਯੂਨਿਟ ਐਨਫੋਰਸ ਕਰਦੀ ਹੈ ਐਨੀਮਲ ਸਰਵਿਸਿਜ਼, ਬਟ ਜਿੱਥੇ ਤੱਕ ਮੇਰਾ ਖਿਆਲ ਹੈ ਇਹ $365 ਤੋਂ ਇਹਦੀ ਟਿਕਟ ਸ਼ੁਰੂ ਹੁੰਦੀ। $365 ਜੀ। ਸੋ $365 ਨਾਲੋਂ ਸਸਤਾ ਪੈਂਦਾ ਹੈ ਜੇ ਅਸੀਂ ਪੂਪ ਐਂਡ ਸਕੂਪ ਫਾਰਮੂਲਾ ਵਰਤੀਏ ਔਰ ਆਪਣੀ ਜਿਹੜੇ ਏਰੀਆ ਨੂੰ ਕਲੀਨ ਰੱਖੀਏ, ਸਾਫ਼ ਰੱਖੀਏ, ਆਪਣੀ ਡਿਊਟੀਜ਼ ਨੂੰ ਯਾਦ ਰੱਖੀਏ। ਸੋ ਅੱਗੇ ਵਧਦੇ ਹੋਏ ਡਾਕਟਰ ਸਾਹਿਬ, ਤੁਸੀਂ ਇਸ ਸ਼ਹਿਰ ਦੇ ਰੈਸੀਡੈਂਟਸ ਲਈ, ਨਾਗਰਿਕਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਆਪਣੇ ਡਿਪਾਰਟਮੈਂਟ ਵੱਲੋਂ, ਆਪਣੇ ਵੱਲੋਂ, ਤੇ ਜ਼ਰੂਰ ਉਹ ਤੁਸੀਂ ਉਹਨਾਂ ਨੂੰ ਦਿਓ। ਡੈਫੀਨਿਟਲੀ ਜੀ, ਥੈਂਕ ਯੂ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਸੰਜੇ ਜੀ ਇਸ ਉਪਰਾਲੇ ਵਾਸਤੇ ਕਿ ਤੁਸੀਂ ਆਪਣੇ ਦਰਸ਼ਕਾਂ ਵਾਸਤੇ ਤੁਸੀਂ ਐਜੂਕੇਟ ਕਰ ਰਹੇ ਹੋ ਉਹਨਾਂ ਨੂੰ ਸਿਟੀ ਆਫ ਬਰੈਂਪਟਨ ਦੇ ਬਾਇਲਾਜ਼ ਵਾਸਤੇ। ਐਂਡ ਇਸ ਦੇ ਤਹਿਤ ਮੈਂ ਇਹੀ ਅਪੀਲ ਕਰਦਾ ਜੀ, ਕੋਵਿਡ ਦੇ ਸਮੇਂ ਦੇ ਵਿੱਚ ਅਸੀਂ ਗੁਜ਼ਰਦੇ ਪਏ ਹਾਂ, ਤਿਉਹਾਰ ਸਾਡੇ ਸਾਰੇ ਆਉਂਦੇ ਰਹਿਣੇ ਆ, ਨਵਾਂ ਸਾਲ ਵੀ ਆਉਣਾ ਤੇ ਹੋਰ ਵੀ ਬਹੁਤ ਤਿਉਹਾਰ ਆਣੇ। ਆਪਣੇ ਆਪ ਨੂੰ ਔਰ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ, ਸਭ ਨੂੰ ਜਿਹੜਾ ਹੈਗਾ ਇਸ ਤੋਂ ਸੁਰੱਖਿਅਤ ਰੱਖੋ। ਮਾਸਕ ਦੀ, ਫੇਸ ਕਵਰਿੰਗ ਦੀ ਵਰਤੋਂ ਕਰੋ ਐਂਡ 6 ਫੁੱਟ ਦਾ ਜਿਹੜਾ ਡਿਸਟੈਂਸ ਹੈ ਉਹ ਮੇਨਟੇਨ ਕਰਕੇ ਰੱਖੋ। ਹੱਥ ਹੈਂਡ ਸੈਨੀਟਾਈਜ਼ ਕਰੋ, ਹੱਥ ਬਾਰ-ਬਾਰ ਧੋਵੋ। ਐਂਡ ਸਿਟੀ ਆਫ ਬਰੈਂਪਟਨ ਦੇ ਜਿਹੜੇ ਵੀ ਬਾਇਲਾਜ਼ ਹੈਗੇ ਨੇ ਉਹਨੂੰ ਐਨਫੋਰਸ ਕਰੋ। ਜੇ ਤੁਹਾਡੇ ਕੋਲ ਇਲੀਗਲ ਬੇਸਮੈਂਟਾਂ ਹੈਗੀਆਂ ਨੇ ਉਹਦਾ ਰਜਿਸਟ੍ਰੇਸ਼ਨ ਪ੍ਰੋਸੈਸ ਹੁਣੀ ਤੋਂ ਸ਼ੁਰੂ ਕਰੋ। ਬਹੁਤ ਵਧੀਆ ਉਹਨਾਂ ਦਾ ਸਿਸਟਮ ਚੱਲਦਾ ਪਿਆ। ਸੋ ਲੌਜਿੰਗ ਹਾਊਸ ਹੈਗਾ, ਤੁਸੀਂ ਜੇ ਆਪਣੇ ਤੁਹਾਡੇ ਕੋਲ ਰੈਂਟਲ ਪ੍ਰੋਪਰਟੀਜ਼ ਹੈਗੀਆਂ ਨੇ, ਤੁਸੀਂ 4 ਤੋਂ ਜ਼ਿਆਦਾ ਇੰਡੀਵਿਜੂਅਲਸ ਨੂੰ ਉਹਨੂੰ ਰੈਂਟ ਤੇ ਨਾ ਦਿਓ। ਇਹ ਸਾਡੇ ਸਾਰਿਆਂ ਦੀ ਇਖਲਾਕੀ ਜ਼ਿੰਮੇਵਾਰੀ ਹੈ ਜੀ ਕਿ ਅਸੀਂ ਇਸ ਸ਼ਹਿਰ ਨੂੰ ਅਸੀਂ ਪ੍ਰੋਪਰ ਬਹੁਤ ਸੁੰਦਰ ਬਿਊਟੀਫੁਲ ਰੱਖੀਏ ਜੀ। ਤੇ ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਜੀ। ਔਰ ਜੇ ਤੁਸੀਂ ਕੰਪਲੇਂਟ ਕਰਨਾ ਚਾਹੁੰਦੇ ਹੋ ਕਿਸੇ ਦੀ, ਤੁਹਾਡੀ ਇਨਫੋਰਮੇਸ਼ਨ ਬਿਲਕੁਲ ਗੁਪਤ ਰੱਖੀ ਜਾਏਗੀ। ਤੁਸੀਂ 311 ਦੇ ਉੱਪਰ ਕਾਲ ਕਰਕੇ ਜਾਂ 311 ਐਪ ਦੇ ਉੱਤੇ ਜਾ ਕੇ ਜਾਂ ਤੁਸੀਂ enforcement@brampton.ca ਦੇ ਉੱਤੇ ਆਪਣੀ ਕੰਪਲੇਂਟ, ਜਿਹਦੇ ਵਿੱਚ ਕਿ ਤੁਹਾਡਾ ਨਾਮ, ਐਡਰੈਸ ਤੇ ਫੋਨ ਨੰਬਰ ਉਹ ਦੇ ਸਕਦੇ ਹੋ ਜੀ, ਤੇ ਅਸੀਂ ਸਾਡੇ ਆਫਿਸਰ ਜਿਹੜੇ ਨੇ ਉਹਨੂੰ ਇਨਵੈਸਟੀਗੇਟ ਕਰਕੇ ਉਹਦੇ ਉੱਤੇ ਬਣਦਾ ਹੋਇਆ ਕੰਮ ਕਰਨਗੇ। ਸੋ ਡਾਂਗ ਸਾਹਿਬ ਨੇ ਬਹੁਤ ਵਧੀਆ ਮੁੱਦਿਆਂ ਤੇ ਸਾਨੂੰ ਸਮਝਾਉਣ ਦੀ, ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਬਾਇਲਾਜ਼ ਬਾਰੇ, ਔਰ ਅਸੀਂ ਡਾਂਗ ਸਾਹਿਬ ਦਾ, ਮੋਹਿਤ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਟਾਈਮ ਕੱਢਿਆ ਸਾਡੇ ਸਰੋਤਿਆਂ ਲਈ, ਸਾਡੇ ਵਿਊਅਰਸ ਲਈ, ਰੀਡਰਸ ਲਈ, ਸਿਟੀ ਆਫ ਬਰੈਂਪਟਨ ਦੇ ਰੈਸੀਡੈਂਟਸ ਲਈ, ਕਿ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦੇ ਸਕੀਏ ਬਾਇਲਾਜ਼ ਬਾਰੇ, ਇੱਥੇ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਾਰੇ। ਔਰ ਸਾਡਾ ਵੀ ਇਹੀ ਕਹਿਣਾ ਹੈ ਕਿ ਵੀ ਕੋਵਿਡ-19 ਤੋਂ ਬਚਣ ਲਈ ਸਾਨੂੰ ਪੂਰੇ ਇਹਤਿਆਤ ਵਰਤਣੇ ਪੈਣੇ ਹੈ। ਗੌਰਮੈਂਟ, ਸਰਕਾਰ ਸਾਡੀ ਬਹੁਤ ਕੋਸ਼ਿਸ਼ ਕਰ ਰਹੀ ਹੈ ਸਾਨੂੰ ਬਚਾਉਣ ਲਈ,
ਤੇ ਇਹਦੀ ਸੇਫਟੀ ਦਾ ਜਿਹੜਾ ਹੱਕ ਸਾਡਾ ਵੀ ਉਨਾ ਹੀ ਹੈ ਜਿੰਨਾ ਸਰਕਾਰ ਦਾ ਸਾਨੂੰ ਬਚਾਉਣ ਦਾ ਹੈ ਜੀ। ਸੋ ਮੈਂ ਸੰਜੇ ਪਾਵਾ ਫਰੋਮ ਦੀ ਵੌਇਸ ਆਫ ਕੈਨੇਡਾ ਟਾਕ ਸ਼ੋ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ, ਤੁਸੀਂ ਸਾਨੂੰ ਇੰਨਾ ਟਾਈਮ ਦਿੱਤਾ। ਫॉर ਮੋਰ ਇਨਫੋਰਮੇਸ਼ਨ ਨਿਊਜ਼ ਐਂਡ ਅਪਡੇਟਸ ਪਲੀਜ਼ ਲੌਗ ਔਨ ਟੂ www.thevoiceofcanada.online। ਕਿਸੇ ਤਰ੍ਹਾਂ ਦੀ ਵੀ ਕੋਈ ਕੁਐਰੀ, ਕੋਈ ਤੁਹਾਡੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ ਡੰਗ ਸਾਹਿਬ ਤੋਂ, ਤੇ ਤੁਸੀਂ ਪਲੀਜ਼ ਸਾਨੂੰ ਈਮੇਲ ਕਰੋ। ਈਮੇਲ ਰਾਹੀਂ ਪੁੱਛ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਸਾਨੂੰ। ਸੋ ਈਮੇਲ ਕਰ ਸਕਦੇ ਹੋ canadatvc@gmail.com। ਫੋਨ ਕਰ ਸਕਦੇ ਹੋ 6473553300। ਤੁਹਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਬਿਜ਼ਨਸ ਰਿਕੁਆਇਰਮੈਂਟ, ਕੋਈ ਤੁਹਾਡੀ ਐਡਵਰਟਾਈਜ਼ਮੈਂਟ ਤੁਸੀਂ ਦੇਣਾ ਚਾਹੁੰਦੇ ਹੋ ਦੀ ਵੌਇਸ ਆਫ ਕੈਨੇਡਾ ਨਿਊਜ਼ਪੇਪਰ ਤੇ ਜਾਂ ਟਾਕ ਸ਼ੋ ਤੇ, ਕੋਈ ਮੀਡੀਆ ਪਾਰਟਿਸਿਪੇਸ਼ਨ, ਕੋਈ ਤੁਹਾਡਾ ਕੋਈ ਸਪੈਸ਼ਲ ਇਵੈਂਟ ਹੈ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਦੀ ਵੌਇਸ ਆਫ ਕੈਨੇਡਾ ਉਸ ਨੂੰ ਕਵਰ ਕਰੇ, please call us anytime 6473553300। ਆਪਣੇ ਸਰੋਤਿਆਂ ਤੋਂ ਹੁਣ ਵਿਦਾ ਲਵਾਂਗਾ। ਮੈਂ ਸੰਜੇ ਪਾਵਾ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ। ਥੈਂਕ ਯੂ।